देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल सीनियर जर्नलिस्ट सरदार हमीर सिंह जी और सरदार जगतार सिंह जी। मैं जी आया आखता। थैंक यू जी, शुक्रिया जी। इस वेले ਦੀਆਂ अहम डिवेलपमेंट्स ਨਾਲ ਤੁਹਾਡੀ ਸਾਂਝ ਪਾਉਂਦੇ ਆ। ਵੈਸੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਦੀ ਅਗਵਾਈ ਦੇ ਵਿੱਚ ਉੱਤਰੀ ਭਾਰਤ ਦੀ ਜਿਹੜੀ ਇੱਕ ਜ਼ੋਨਲ ਕੌਂਸਲ ਹੈ ਉਹਦੇ ਮੈਂਬਰਾਂ ਦੀ ਮੀਟਿੰਗ ਹੈ, ਇਹਨਾਂ ਸਟੇਟਾਂ ਦੀ ਮੀਟਿੰਗ ਹੈ। ਮੁੱਢਲੀਆਂ ਖਬਰਾਂ ਦੇ ਵਿੱਚ ਇਹ ਹੈ ਕਿ ਹਰਿਆਣੇ ਨੇ ਪੰਜਾਬ ਯੂਨੀਵਰਸਿਟੀ ਨਾਲ ਆਪਣੇ ਕਾਲਜ ਐਫੀਲੀਏਟ ਕਰਨ ਦਾ ਮੁੱਦਾ ਫਿਰ ਉਠਾਇਆ, ਜਿਹਨੂੰ ਪੰਜਾਬ ਨੇ ਖਾਰਜ ਕੀਤਾ ਹੈ। ਤੇ ਦੂਜਾ ਮਾਮਲਾ ਕਿ ਪੰਜਾਬ ਨੇ ਬੀਬੀਐਮਬੀ ਦੇ ਵਿੱਚ ਆਪਣੇ ਮੈਂਬਰ ਪਾਵਰ ਦੀ ਪੁਰਾਣੀ ਜਿਹੜੀ ਰਵਾਇਤ ਸੀ ਉਹ ਮੰਗ ਕੀਤੀ ਹੈ ਕਿ ਸਾਡਾ ਮੈਂਬਰ ਪਾਵਰ ਜ਼ਰੂਰ ਲਾਇਆ ਜਾਵੇ। ਸੋ ਇਹਨਾਂ ਮਾਮਲਿਆਂ ਦੇ ਉੱਤੇ ਜਾਣ ਦੇ ਨਾਲ ਨਾਲ ਜਿਹੜੀ ਸਭ ਤੋਂ ਅਹਿਮ ਡਿਵੈਲਪਮੈਂਟ ਆ ਕਿ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁਝ ਨਵੇਂ ਤੱਥ ਨੇ, ਕੁਝ ਨਵੀਆਂ ਇਨਪੁਟਸ ਨੇ, ਕੁਝ ਨਵੀਂ ਜਾਂਚ ਜਿਹੜੀ ਆ ਉਹਦੇ ਤੱਥ ਤਸਦੀਕ ਹੋਏ ਨੇ, ਬਾਹਰੋਂ ਅਖਬਾਰਾਂ ਦੇ ਵਿੱਚ ਛਪੇ ਨੇ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ। ਵੱਖ-ਵੱਖ ਲੋਕ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਆ ਉਹ ਵੀ ਜੋ ਕਹਿ ਰਹੇ ਆ ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਪਰ ਪੰਜਾਬ ਦੇ ਖਿੱਤੇ ਦੇ ਵਿੱਚ ਵੀ ਸਿਆਸਤ ਸੁਖਾਵੀ ਨਹੀਂ ਹੈ। ਵੈਸੇ ਮੁੱਢਲੇ ਤੌਰ ਤੇ ਮੰਨਿਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਲਗਭਗ ਤੈਅ, ਸੀਟਾਂ ਦੀ ਵੰਡ ਹੋ ਜਾਊਗੀ ਔਰ ਇਕੱਠੇ ਲੜਨਗੇ, ਸੇਮ ਸਫੇ ਤੇ ਰਹਿਣਗੇ। ਪਰ ਜਿਸ ਤਰ੍ਹਾਂ ਕੱਲ ਪ੍ਰਤਾਪ ਸਿੰਘ ਬਾਜਵਾ ਨੇ 32 ਐਮਐਲਏ ਸੰਪਰਕ ਚ ਹੋਣ ਦਾ ਦਾਅਵਾ ਕੀਤਾ ਤੇ ਅੱਜ ਉਹਦੇ ਤੇ ਸਖਤ ਪ੍ਰਤੀਕਰਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ ਤੇ ਉਸ ਤੋਂ ਬਾਅਦ ਬਾਜਵਾ ਨੇ ਫਿਰ ਉਹਦਾ ਰਿਐਕਸ਼ਨ ਦਿੱਤਾ ਹੈ। ਇਹਦੇ ਨਾਲ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਉੱਪਰ ਤਾਂ ਗੱਲਬਾਤ ਠੀਕ ਹੈ, ਥੱਲੇ ਵਾਲਿਆਂ ਨੂੰ ਪੁੱਛਣਾ ਕਿਹਨੇ ਹੈ। ਖੈਰ ਇਹਦੇ ਉੱਤੇ ਕੁਝ ਨਵੀਆਂ ਚੀਜ਼ਾਂ ਵੀ ਸਾਹਮਣੇ ਆਈਆਂ, ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਨੈਸ਼ਨਲ ਪੋਲਿਟਿਕਸ ਵਿੱਚ ਜਮਾ ਜੋੜ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਵੀ ਅਸੀਂ ਟੱਚ ਕਰਦੇ ਆ। ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਖਾਸ ਤੌਰ ਤੇ ਅਕਾਲੀ ਪੋਲਿਟਿਕਸ ਦੇ ਵਿੱਚ ਨਵਾਂ ਕੀ ਆ ਔਰ ਕਿਸ ਦਿਸ਼ਾ 'ਚ ਅੱਗੇ ਵਧ ਰਿਹਾ, ਜੋ ਸੰਕੇਤ ਨੇ। ਅੱਜ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਉਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਬਠਿੰਡਾ ਦੀ ਅਦਾਲਤ ਵਿੱਚ ਜਿਹੜੀ ਲਾਈ ਸੀ ਉਹਨੂੰ ਹੁਣ ਵਾਪਸ ਲੈ ਲਿਆ, ਕਿਉਂਕਿ ਉਹਨਾਂ ਨੇ ਪਹਿਲਾਂ ਲਾਈ ਸੀ ਜਦੋਂ FIR ਹੋਣ ਤੋਂ ਪਹਿਲਾਂ ਲਾਈ ਹੋਈ ਸੀਗੀ। ਉਹਨਾਂ ਨੇ ਇਹਨੂੰ ਵਾਪਸ ਲੈ ਲਿਆ। ਉਧਰ ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿੱਤਾ ਹੈ ਔਰ ਦੇਸ਼ ਦੇ ਹਵਾਈ ਅੱਡਿਆਂ ਨੂੰ ਵੀ ਸੂਚਿਤ ਕਰਤਾ ਹੈ ਕਿ ਉਹ ਦੇਸ਼ ਤੋਂ ਬਾਹਰ ਨਾ ਜਾ ਸਕਣ। ਹੁਣ ਇਸ ਤੋਂ ਅੱਗੇ ਮਨਪ੍ਰੀਤ ਸਿੰਘ ਬਾਦਲ ਸ਼ਾਇਦ ਡਾਇਰੈਕਟ ਹਾਈਕੋਰਟ ਦਾ ਰੁਖ ਕਰਨਗੇ ਅਗਾਊਂ ਜ਼ਮਾਨਤ ਲਈ। ਉਹ ਸਾਰੀਆਂ ਚੀਜ਼ਾਂ ਅੱਗੇ ਵਧਾਉਂਦੇ ਆ। ਸਭ ਤੋਂ ਪਹਿਲਾਂ ਮੈਂ ਸਰਦਾਰ ਜਗਤਾਰ ਸਿੰਘ ਜੀ ਸਮਝਣਾ ਚਾਹੂੰਗਾ ਕਿ ਲੇਟੈਸਟ ਡਿਵੈਲਪਮੈਂਟ ਕੈਨੇਡਾ ਭਾਰਤ ਦੇ ਰਿਸ਼ਤਿਆਂ 'ਚ ਕੀ ਹੈ। ਇਹ ਮਾਮਲਾ ਜਿਹੜਾ ਸਭ ਤੋਂ ਵੱਧ ਚਰਚਿਤ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤੀ ਏਜੰਸੀਆਂ ਦੇ ਏਜੰਟਾਂ ਤੇ ਸ਼ੱਕ ਜਤਾਇਆ ਗਿਆ ਤੇ ਉਸ ਤੋਂ ਬਾਅਦ ਕੋਈ ਨਵੇਂ ਤੱਥ, ਕੁਝ ਅਖਬਾਰ, ਕੁਝ ਜਰਨਲਸ ਕੁਝ ਦੇ ਰਹੇ ਨੇ ਨਵੀਆਂ ਚੀਜ਼ਾਂ, ਉਹਨਾਂ ਨਾਲ ਜ਼ਰੂਰ ਸਾਂਝ ਪਾ ਦਿਓ। ਇੱਕ ਗੱਲ ਹੁਣ ਸਪਸ਼ਟ ਹੋ ਰਹੀ ਹੈ ਕਿ ਜਿਸ ਢੰਗ ਦੇ ਨਾਲ ਵੈਸਟਰਨ ਮੀਡੀਆ ਇਸ ਇਸ਼ੂ ਨੂੰ ਹਾਈਲਾਈਟ ਕਰ ਰਿਹਾ ਹੈ ਤੇ ਇਹਦੇ ਤੇ ਫੋਕਸ ਕਰ ਰਿਹਾ ਹੈ, ਇਹ ਫੇਜ਼ ਆਊਟ ਨਹੀਂ ਹੋਏਗਾ। ਇੰਡੀਆ ਨੇ ਭਾਵੇਂ ਇਹਨੂੰ ਜਿਹੜੀ ਕ੍ਰੈਡੀਬਲ ਐਲੀਗੇਸ਼ਨ ਜਸਟਿਨ ਟਰੂਡੋ ਨੇ ਲਾਈ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਇੰਡੀਅਨ ਏਜੰਸੀਜ਼ ਦਾ ਹੱਥ ਹੋਣ ਦੀ, ਇਹਦੇ ਰਿਜੈਕਟ ਹੋਣ ਨਾਲ ਇੰਡੀਆ ਵੱਲੋਂ ਇਹ ਮਸਲਾ ਫੇਜ਼ ਆਊਟ ਮੇਰੇ ਖਿਆਲ ਦੇ ਵਿੱਚ ਨਹੀਂ ਹੋਏਗਾ ਇੰਨੇ ਸਾਲ ਆਰਾਮ ਦੇ ਨਾਲ, ਤੇ ਇਹ ਲੰਬਾ ਚੱਲੇਗਾ ਕਿਉਂਕਿ ਵੈਸਟਰਨ ਜਿਹੜੇ ਮੁਲਕ ਹੈ ਤੇ ਵੈਸਟਰਨ ਮੀਡੀਆ ਉਹ ਕੰਸਿਸਟੈਂਟ ਸਟੈਂਡ ਇਹਦੇ ਮਸਲੇ ਤੇ ਲੈ ਰਿਹਾ। ਅੱਜ ਅਪਡੇਟ ਹੈ, ਵਾਸ਼ਿੰਗਟਨ ਪੋਸਟ ਨੇ ਐਡੀਸ਼ਨਲ ਖਬਰ ਦਿੱਤੀ ਹੈ। ਉਹਨਾਂ ਜਿਹੜੀ ਉਸ ਅਖਬਾਰ ਦੀ ਇਨਵੈਸਟੀਗੇਸ਼ਨ ਹੈ ਉਹਦੇ 'ਚ ਉਸ ਅਖਬਾਰ ਨੇ ਲਿਖਿਆ ਹੈ ਕਿ ਗੱਡੀਆਂ 2 ਸੀ ਤੇ ਕਾਤਲ 6 ਸੀ। ਇਹ ਲੇਟੈਸਟ ਇਨਫੋਰਮੇਸ਼ਨ ਇਸ ਬਾਰੇ ਹੈ ਤੇ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਜਿਹੜੀਆਂ ਉੱਥੇ CCTV ਕੈਮਰਾ ਲੱਗੇ ਹੋਏ ਹੈ ਪਾਰਕਿੰਗ ਦੇ ਵਿੱਚ, ਉਹਦੇ ਐਨਾਲਿਸਿਸ ਕਰਕੇ ਇਹ ਤੱਥ ਸਾਹਮਣੇ ਲਿਆਂਦੇ ਆ ਤੇ ਉਹਨਾਂ ਨੇ ਲੋਕਾਂ ਨਾਲ ਵੀ ਗੱਲ ਕੀਤੀ ਹੈ। ਆਈ ਵਿਟਨੈਸ ਸਾਰੇ ਆਲਮੋਸਟ ਉਹਨਾਂ ਨੇ ਕੋਟ ਕੀਤੇ ਹੋਏ, ਲੰਬੀ ਚੌੜੀ ਸਟੋਰੀ ਹੈ। ਸੋ ਇਹ ਰੋਜ਼ ਕੋਈ ਨਾ ਕੋਈ ਨਵੇਂ ਤੱਥ ਇਹਦੇ ਵਿੱਚ ਆ ਰਿਹਾ। ਇਹਦੇ ਨਾਲ ਇਹ ਪ੍ਰੂਵ ਨਹੀਂ ਹੁੰਦਾ ਕਿ ਇਹਦੇ ਪਿੱਛੇ ਹੱਥ ਕਿਹਦਾ ਸੀਗਾ। ਲੇਕਿਨ ਇੱਕ ਗੱਲ ਪ੍ਰੂਵ ਆ ਰਹੀ ਹੈ ਸਾਹਮਣੇ ਕਿ ਇਹ ਮਸਲਾ ਇੰਨਾ ਸਿੰਪਲ ਕੋਈ ਗੈਂਗਵਾਰ ਜਾਂ ਉਹ ਨਹੀਂ ਹੈ, ਇਹਦੇ ਪਿੱਛੇ ਕੁਝ ਹੋਰ ਜ਼ਿਆਦਾ ਵੱਡੀ ਗੱਲ ਹੈ। ਦੂਜਾ, ਕੈਨੇਡਾ ਦੇ ਵਿੱਚ 3 ਥਾਂ ਤੇ ਅਮਰੀਕਾ ਦੇ ਵਿੱਚ ਫਰੈਜ਼ਨੋ ਵਿਖੇ ਸਿੱਖਾਂ ਨੇ ਮੁਜ਼ਾਹਰੇ ਕੀਤੇ ਹੈ। ਭਾਰਤੀ ਜਿਹੜੇ ਸਫਾਰਤਖਾਨੇ ਹੈ ਤੇ ਇਹਨਾਂ ਦੇ ਦਫ਼ਤਰ ਹੈਗੇ ਹੈ ਇਹਨਾਂ ਦੇ ਸਾਹਮਣੇ। ਸੋ ਇਹ ਮੈਨੂੰ ਲੱਗਦਾ ਕਿ ਜਿਹੜੇ ਮੁਜ਼ਾਹਰੇ ਵਗੈਰਾ ਹੈ, ਭਾਵੇਂ ਇਹ ਫਰਕ ਨਹੀਂ ਪੈਂਦਾ ਹੁੰਦਾ ਕਈ ਵਾਰੀ ਬਹੁਤਾ ਕਿ ਉੱਥੇ
10 ਬੰਦੇ 20 ਬੰਦੇ ਜਾਂ 100 ਬੰਦਾ 200 ਬੰਦਾ ਹੈ। ਕਈ ਵਾਰ ਆਪਾਂ ਇੱਥੇ ਵੀ ਦੇਖਦੇ ਹਾਂ ਕਿ ਪਾਰਟਿਸਿਪੇਸ਼ਨ ਆਮ ਲੋਕਾਂ ਦੀ ਨਹੀਂ ਹੁੰਦੀ, ਇੱਕ ਸਿਲੈਕਟਿਵ ਗਰੁੱਪ ਦੀ ਹੁੰਦੀ ਹੈ, ਤਾਂ ਉਹਨੂੰ ਇਹ ਕਹਿ ਕੇ ਰਿਜੈਕਟ ਕਰ ਜਾਣਾ ਸੀ ਕਿ ਬੰਦੇ ਬਹੁਤ ਥੋੜੇ ਸੀਗੇ। ਉਹ ਗੱਲ ਉਸ ਤਰ੍ਹਾਂ ਨਹੀਂ ਚੱਲਿਆ ਕਰਦੀ। ਪ੍ਰੋਟੈਸਟ ਹੋ ਰਹੇ ਆ ਜੀ। ਤੇ ਕੱਲ ਐਸਜੀਪੀਸੀ ਨੇ ਇੱਕ ਬਹੁਤ ਇੰਪੋਰਟੈਂਟ ਰੈਜ਼ੋਲੂਸ਼ਨ ਇਸੇ ਕੰਟੈਸਟ ਦੇ ਵਿੱਚ ਪਾਸ ਕੀਤਾ ਹੈ। ਵੈਸੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੀ ਇੱਕ ਮਾਈਲਡ ਜੀ ਸਟੇਟਮੈਂਟ ਆਈ ਸੀਗੀ, ਉਹ ਮੇਨਲੀ ਜਿਹੜਾ ਵੀਜ਼ਾ ਇਹਨਾਂ ਨੇ ਵੀਜ਼ਾ ਦਾ ਦੇਣਾ ਬੰਦ ਕੀਤਾ ਉਹਦੇ ਬਾਰੇ ਸੀ, ਲੇਕਿਨ ਐਸਜੀਪੀਸੀ ਦੀ ਸਟੇਟਮੈਂਟ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਬਾਰੇ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਟੈਂਡ ਉਹਨਾਂ ਦਾ ਬੜਾ ਸਪਸ਼ਟ ਹੈ ਕਿ ਪ੍ਰਾਈਮ ਮਿਨਿਸਟਰ ਔਨ ਦੀ ਫਲੋਰ ਆਫ ਦੀ ਹਾਊਸ ਪਾਰਲੀਮੈਂਟ ਦੇ ਵਿੱਚ ਜੇ ਕੋਈ ਗੱਲ ਕਰਦਾ ਹੈ ਤੇ ਉਹਨੂੰ ਰਿਜੈਕਟ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਉਹ ਐਲੀਗੇਸ਼ਨ ਆਊਟਰਾਈਟਲੀ ਤੁਸੀਂ ਰਿਜੈਕਟ ਨਹੀਂ ਕਰ ਸਕਦੇ। ਤੇ ਉਹਨਾਂ ਐਸਜੀਪੀਸੀ ਨੇ ਇਹ ਅਪੀਲ ਕੀਤੀ ਹੈ ਦੋਵਾਂ ਮੁਲਕਾਂ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਅੱਗੇ ਤੋਰੀ ਜਾਵੇ। ਜੇ ਅੱਗੇ ਇਨਵੈਸਟੀਗੇਸ਼ਨ ਨਹੀਂ ਹੁੰਦੀ ਤੇ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਏਗੀ। ਸੋ ਇਹ ਸਟੈਂਡ ਐਸਜੀਪੀਸੀ ਦਾ ਨਵਾਂ ਹੈ ਤੇ ਅਕਾਲੀ ਦਲ ਤੋਂ ਹਟ ਕੇ ਹੈ। ਔਰ ਬਾਕੀ ਮੀਡੀਆ ਦੇ ਵਿੱਚ ਵੈਸਟ ਦੇ ਵਿੱਚ ਬੜੀਆਂ ਸਟਰੋਂਗ ਓਪੀਨੀਅਨ ਪੀਸਿਸ ਆ ਰਹੇ। ਚਲੋ ਅਸੀਂ ਉਹਨਾਂ ਦਾ ਇੱਥੇ ਜ਼ਿਕਰ ਨਹੀਂ ਕਰਨਾ, ਅਸੀਂ ਸਿਰਫ ਜ਼ਿਕਰ ਕਰਾਂਗੇ ਜੋ ਕੁਝ ਇਹਦੇ ਬਾਰੇ ਲੇਟੈਸਟ ਅਪਡੇਟਸ ਹੈਗੀਆਂ, ਇਸ ਤੋਂ ਵੱਧ ਨਹੀਂ। ਤੇ ਬਾਕੀ ਜਿਹੜੀ ਸਿਆਸਤ ਦੋਵਾਂ ਮੁਲਕਾਂ ਦੀ ਹੈਗੀ ਹੈ ਜਾਂ ਵੈਸਟਰਨ ਮੁਲਕ ਜਿਵੇਂ ਰਿਐਕਟ ਕਰ ਰਹੇ ਹੈ, ਉਹ ਆਲਰੇਡੀ ਸਭ ਦੇ ਸਾਹਮਣੇ ਆ ਚੁੱਕਿਆ ਹੈ ਕਿ ਉਹ ਸਾਰੇ ਵੈਸਟਰਨ ਕੰਟਰੀਜ਼ ਇਸ ਵੇਲੇ ਕੈਨੇਡਾ ਦੀ ਬੈਕ ਤੇ ਖੜੇ ਜੀ। ਜਿਵੇਂ ਸਰਦਾਰ ਜਗਤਾਰ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਹੈ ਤਾਂ ਉਸ ਮੌਕੇ ਤੇ 2 ਗੱਡੀਆਂ ਦੇ ਵਿੱਚ 6 ਲੋਕ ਸੀਗੇ। ਜਿਵੇਂ ਪਹਿਲੀਆਂ ਖਬਰਾਂ ਸੀ ਕਿ 2 ਲੋਕ ਸੀਗੇ, ਹੁਣ ਅਗਰੀ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀਆਂ ਖਬਰਾਂ ਨੇ ਇਹਦੇ ਵਿੱਚ 6 ਲੋਕ ਰਿਪੋਰਟ ਹੋਏ ਨੇ। ਇਹ ਗੱਲ ਜਾਂਚ ਕਿਵੇਂ ਅੱਗੇ ਵਧ ਰਹੀ ਆ ਔਰ ਇਹ ਕਿੱਥੋਂ ਤੱਕ ਜਾਏਗੀ, ਇਹ ਤਾਂ ਭਵਿੱਖ ਦੀ ਗਰਭ 'ਚ ਹੈ। ਪਰ ਜਿਸ ਤਰ੍ਹਾਂ ਕੱਲ ਓਟਵਾ 'ਚ ਸਰਦਾਰ ਹਰਮੀਤ ਸਿੰਘ ਜੀ ਔਰ ਵੈਨਕੂਵਰ ਟੋਰਾਂਟੋ ਦੇ ਵਿੱਚ ਪ੍ਰਦਰਸ਼ਨ ਹੋਇਆ, ਇੱਕ ਜਗ੍ਹਾ ਤੇ ਭਾਰਤੀ ਫਲੈਗ ਨੂੰ ਝੰਡੇ ਨੂੰ ਸਾੜਨ ਦੀ ਗੱਲ ਸਾਹਮਣੇ ਆ ਰਹੀ ਆ। ਇਸ ਤਰ੍ਹਾਂ ਦੀਆਂ ਖਬਰਾਂ ਦੁਖਦਾਈ ਨੇ, ਨਹੀਂ ਹੋਣੀਆਂ ਚਾਹੀਦੀਆਂ। ਡਾਇਸਪੋਰਾ ਦੇ ਕਈ ਲੋਕ ਤੰਗ ਹੋਣਗੇ, ਉਹਨਾਂ ਨੂੰ ਜਦੋਂ ਵੀਜ਼ੇ ਨਹੀਂ ਮਿਲਣਗੇ, ਬਲੈਕ ਸੂਚੀ ਲੰਬੀ ਹੋਊਗੀ, ਸ਼ੱਕ ਦੇ ਆਧਾਰ ਤੇ ਕਈ ਲੋਕ ਆਉਣਗੇ। ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਪਰ ਤੁਸੀਂ ਸਮੁੱਚੇ ਰੂਪ ਦੇ ਵਿੱਚ ਜੋ ਸੀਨ ਨੂੰ ਦੇਖਿਆ ਕਿ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਨੇ, ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਆ, ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਸਾਰੇ ਮਾਮਲੇ? ਇਸ ਮਾਮਲੇ ਤੇ ਜਿਹੜਾ ਅਜੇ ਤਾਂ ਸਾਡੇ ਵਾਲੀ ਸਾਈਡ ਤੋਂ ਤਾਂ ਕੋਈ ਮਤਲਬ ਭਾਰਤ ਸਰਕਾਰ ਵਾਲੀ ਸਾਈਡ ਤੋਂ ਨਵੀਂ ਗੱਲ ਨਹੀਂ ਆ ਰਹੀ, ਕਿਉਂਕਿ ਇਹਨਾਂ ਦੀ ਇਨਫੋਰਮੇਸ਼ਨ ਅਲੱਗ ਹੋਵੇ। ਜਾਂ ਤਾਂ ਇੱਕ ਜ਼ਿੰਮੇਵਾਰੀ ਹੁਣ ਇਹ ਹੋ ਜਾਂਦੀ ਹੈ ਨਾ ਕਿ ਤੁਸੀਂ ਕੋਈ ਤੱਥ ਕੱਢ ਕੇ ਦੇ ਦਿਓ ਜੇਕਰ ਤੁਸੀਂ ਰਿਜੈਕਟ ਕਰ ਰਹੇ ਹੋ ਕਿ ਗੱਲ ਤਾਂ ਉਹ ਹੋ ਰਿਹਾ, ਅਸਲ 'ਚ ਇਹ ਗੱਲ ਨਹੀਂ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ। ਪਰ ਜਿਹੜਾ ਵੈਸਟਰਨ ਮੀਡੀਆ ਲਗਾਤਾਰ ਲਿਖਦੇ ਉੱਥੋਂ ਦੀ ਇਨਫੋਰਮੇਸ਼ਨ ਉਹਨੂੰ ਵੀ ਕੋਈ ਦੇ ਰਿਹਾ, ਕੋਈ ਨਾ ਕੋਈ ਤਾਂ ਜਾਂ ਅਧਿਕਾਰਤ ਇਨਫੋਰਮੇਸ਼ਨ ਹੁੰਦੀ ਹੈ ਜਾਂ ਇੰਟੈਲੀਜੈਂਸ ਦੀ ਹੁੰਦੀ ਹੈ ਜਾਂ ਕੋਈ ਹੋਰ ਦਿੰਦਾ, ਤਾਂ ਹੀ ਗੱਲ ਅੱਗੇ ਤੋਂ ਅੱਗੇ ਛਪਦੀ ਹੈ ਨਾ। ਮੀਡੀਆ ਲਈ ਵੀ ਤਾਂ ਕੁਛ ਚੀਜ਼ਾਂ ਹੁੰਦੀਆਂ ਨੇ, ਜਾਂ ਚਸ਼ਮਦੀਦ ਹੁੰਦੇ ਨੇ, ਜਾਂ ਕੋਈ ਰਿਪੋਰਟ, ਜਾਂ ਜਿੰਨੀ ਕੁ ਇਨਫੋਰਮੇਸ਼ਨ ਅੱਗੇ ਮਿਲੀ ਹੈ, ਕਿੰਨੇ ਬੰਦੇ ਨੇ ਕਿੰਨੇ ਨਹੀਂ, ਇਹ ਸਾਰੀਆਂ ਚੀਜ਼ਾਂ ਅੱਗੇ ਵੱਧ ਰਹੀਆਂ ਨੇ ਕਿਸੇ ਨਾ ਕਿਸੇ ਰੂਪ 'ਚ। ਦੂਸਰਾ ਇਹਦੇ 'ਚ ਐਡੀਸ਼ਨਲ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਸਾਰੇ ਕਿਤੇ ਇਹ ਇੱਕ ਗੱਲ, ਇੱਕ ਚਰਚਾ ਲਈ ਮੇਨ ਮੁੱਦੇ ਦੇ ਤੌਰ ਤੇ ਮਤਲਬ ਅੱਜ ਕੱਲ੍ਹ ਲਿਆ ਜਾ ਰਿਹਾ ਹੈ। ਜਦੋਂ ਮੀਡੀਆ ਮੇਨ ਮੁੱਦੇ ਤੇ ਉਹਦੇ ਤੇ ਸਾਰੇ ਗੱਲ ਵੀ ਕਰ ਰਹੇ ਨੇ ਇੱਕ ਦੂਜੇ ਦੇ ਨਾਲ ਕਿ ਕੀ ਹੋ ਰਿਹਾ ਕੀ ਨਹੀਂ। ਔਰ ਹੁਣ ਮੈਨੂੰ ਲੱਗਦਾ ਵੀ ਉਹ ਸ਼ਾਇਦ ਪ੍ਰੈਸਟੀਜ ਵੀ ਇਸ ਲੈਵਲ ਦੀ ਬਣ ਜਾਂਦੀ ਹੈ 5 ਆਈਜ਼ ਦੀ ਕਿ ਇਹਨੂੰ ਅਸੀਂ ਸਾਬਤ ਕਰਕੇ ਵੀ ਸਾਹਮਣੇ ਉਸ ਲੈਵਲ ਤੇ ਰੱਖਣਾ, ਜਿਹਨੂੰ ਇਹ ਬਾਈਨਰੀ ਬਣਾ ਰਹੇ ਨੇ ਇੱਕ ਲੈਵਲ ਦੀ, ਕਿ ਇਹ ਸਾਬਤ ਜੇਕਰ ਹੋ ਗਿਆ ਤਾਂ ਕੱਲ ਨੂੰ ਇੱਕ ਨਵਾਂ ਵੱਡਾ ਗੱਲ ਸ਼ੁਰੂ ਹੋਏਗੀ ਕਿ ਕਿਸੇ ਦੂਸਰੇ ਦੇਸ਼ 'ਚ ਜਾ ਕੇ ਅਟੈਕ ਕਰਨ ਨੂੰ ਉਹ ਸੋਵਰਨਟੀ ਤੇ ਅਟੈਕ ਮੰਨਿਆ ਜਾਂਦਾ। ਇੱਕ ਨਾਟੋ ਮੁਲਕ, ਨਾਟੋ ਦਾ ਇੱਕ ਕੈਂਪ ਹੈ ਬੜਾ ਵੱਡਾ, ਜੇ ਉਹਦੇ ਤੇ ਕੋਈ ਹਮਲਾ ਮੰਨਿਆ ਜਾਂਦਾ ਤਾਂ ਦੂਜਾ ਜਿਹੜਾ ਮੁਲਕ ਹੁੰਦਾ ਉਹਦੇ ਖਿਲਾਫ ਸਾਰੇ ਨਾਟੋ ਕੰਟਰੀ ਖੜੇ ਹੁੰਦੇ ਨੇ। ਇਹ ਗੱਲ ਕਬਰ 5 ਆਈਜ਼ ਦੀ ਵੀ ਨਹੀਂ ਰਹੇਗੀ। ਜੇ ਗੱਲ ਅੱਗੇ ਵੱਧਦੀ ਹੈ ਤਾਂ ਖਤਰਨਾਕ ਪਹਿਲੂ ਇਹ ਹੋ ਜਾਂਦਾ, ਫਿਰ ਇਹ ਨਾਟੋ ਤੱਕ ਚਲਾ ਜਾਂਦਾ, ਨਾਟੋ ਦਾ ਪੂਰਾ ਇੱਕ ਬੈਟਰ ਉਸ ਕੰਟਰੀ ਦੇ ਇੱਕ ਦਾਇਰੇ ਤੱਕ ਉਸ ਪੱਧਰ ਦੇ ਉੱਤੇ। ਔਰ ਰੂਸ ਤੇ ਯੂਕਰੇਨ ਦੀ ਸਰਦਾਰ ਹਰਮੀਤ ਸਿੰਘ ਦੀ ਜਿਹੜੀ ਗੱਲ ਤੁਸੀਂ ਮੇਰੇ ਖਿਆਲ ਲੱਗੇ ਉਹੀ ਕਰਨ ਲੱਗੇ ਹੋ ਕਿ ਲੜਾਈ ਯੂਕਰੇਨ ਤੇ ਰੂਸ ਦੀ ਇਸੇ ਗੱਲ ਦੀ ਸੀ ਕਿ ਜਦੋਂ ਯੂਕਰੇਨ ਇੰਜ ਲੱਗ ਰਿਹਾ ਸੀ ਕਿ ਉਹ ਨਾਟੋ ਦਾ ਮੈਂਬਰ ਬਣ ਚੱਲਿਆ, ਰਸ਼ੀਆ ਨੂੰ ਇਸ ਗੱਲ ਦਾ ਖਤਰਾ ਪੈਦਾ ਹੋ ਗਿਆ ਤੇ ਲੜਾਈ ਸ਼ੁਰੂ ਹੋਈ। ਤੇ ਅੱਜ ਵੀ ਉਹਨਾਂ ਦੀ ਸ਼ਰਤ ਇਹੀ ਹੈ ਕਿ ਤੁਸੀਂ ਇਹ ਪ੍ਰੋਮਿਸ ਕਰੋ ਕਿ ਤੁਸੀਂ ਨਾਟੋ 'ਚ ਸ਼ਾਮਲ ਨਹੀਂ ਹੋਵੋਗੇ ਤੇ ਅਸੀਂ ਲੜਾਈ ਥੰਮ ਦਿੰਦੇ ਹਾਂ। ਗੱਲ ਤਾਂ ਇਹੀ ਹੈ ਨਾ ਜੀ? ਨਹੀਂ, ਮੈਂ ਇਹੀ ਗੱਲ ਕਰਨ ਲੱਗਿਆ ਕਿ ਜਦੋਂ ਉਹ ਸੀ ਯੂਕਰੇਨ, ਤਾਂ ਯੂਕਰੇਨ ਨੂੰ ਉਹਨਾਂ ਨੇ ਦੇ ਹਥਿਆਰ ਖੜਾ ਰੱਖਿਆ ਪੂਰਾ ਚੱਕ ਦੇ ਕੇ, ਇਹਨੂੰ ਵੀ ਤੂੰ ਖੜਾ ਰਹਿ, ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ।
ਹਾਲਾਂਕਿ ਬਰਬਾਦੀ ਜੰਗਾਂ 'ਚ ਜਿੰਨੀ ਹੁੰਦੀ ਹੈ ਉਹ ਅਲੱਗ ਗੱਲ ਹੈ ਉਸੇ ਲੈਵਲ ਦੇ ਉੱਤੇ। ਤਾਂ ਮਤਲਬ ਇੱਕ ਕੈਂਪ ਨੇ, ਅਜੇ ਵੀ ਬਲਾਕ ਨਹੀਂ ਟੁੱਟਿਆ ਇਹ ਕਿ ਜੀ ਹੁਣ ਠੰਡੀ ਜੰਗ ਖਤਮ ਹੋ ਗਈ। ਬਲਾਕ, ਮਿਲਟਰੀ ਬਲਾਕ ਲਗਭਗ ਬੜੇ ਹੋਏ ਨੇ ਉਹ ਸਾਰੇ ਮਾਮਲਿਆਂ ਦੇ ਉੱਤੇ। ਔਰ ਉਹਦੇ ਤੋਂ ਬਾਅਦ ਫਿਰ ਸੈਂਕਸ਼ਨ ਸਿਸਟਮ ਸ਼ੁਰੂ ਹੁੰਦਾ, ਰੋਕਾਂ ਲਾਉਣ ਦੇ ਵੱਖ-ਵੱਖ ਟਾਈਪ ਦੇ, ਔਰ ਜਿਹਦਾ ਖਿਆਜਾ ਵੱਖ-ਵੱਖ ਕੰਟਰੀ ਨੂੰ ਭੁਗਤਣਾ ਪਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਅੱਜ ਤਾਜ਼ੀਆਂ ਹੋਰ ਇੱਕ ਦੋ ਡਿਵੈਲਪਮੈਂਟ ਹੋਈਆਂ ਨੇ ਜਿਹੜੀਆਂ ਉਸ ਮਾਮਲੇ 'ਚ। ਇੱਕ ਤਾਂ ਬ੍ਰਿਟਿਸ਼ ਕੋਲੰਬੀਆ, ਜਿਹਦੇ ਵਿੱਚ ਇਹ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਹੈ, ਜਿਹੜੇ ਉੱਥੇ ਦੀ ਸਟੇਟ ਹੈ ਜਿੱਥੇ ਮਤਲਬ ਸਾਡਾ ਪੰਜਾਬੀ ਵੀ ਇੱਕ ਪ੍ਰੀਮੀਅਰ ਬਣਨ 'ਚ ਕਾਮਯਾਬ ਰਿਹਾ ਸੀ, ਉਜਲ ਦਸਾਂਝ। ਉਹਦਾ ਜਿਹੜਾ ਪ੍ਰੀਮੀਅਰ ਹੈ, ਜਿਹੜਾ ਚੀਫ ਮਿਨਿਸਟਰ ਕਹੋ ਆਪਣੀ ਟਰਮ ਦੇ ਵਿੱਚ, ਜਿਹੜਾ ਪ੍ਰੀਮੀਅਰ ਹੈ, ਤੇ ਉਹਨੇ ਮੁਲਾਕਾਤ ਵੀ ਕੀਤੀ ਹੈ ਉਹਦੇ ਨਾਲ, ਪ੍ਰਾਈਮ ਮਿਨਿਸਟਰ ਨੇ, ਜਸਟਿਨ ਟਰੂਡੋ ਨੇ। ਪਰ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ, ਕਿ ਇੰਟਰਵਿਊ ਦਿੱਤੀ ਹੈ ਉੱਥੇ ਦੇ ਇੱਕ ਟੀਵੀ ਨੂੰ। ਉਹ ਇੰਟਰਵਿਊ ਕੀ ਦਿੱਤੀ ਹੈ? ਉਹ ਕਹਿੰਦਾ ਵੀ ਮੈਨੂੰ ਵੀ 1 ਘੰਟਾ ਪਹਿਲਾਂ ਬਰੀਫ ਕੀਤਾ ਗਿਆ, ਪਤਾ ਲੱਗਿਆ ਜਦੋਂ ਪ੍ਰਾਈਮ ਮਿਨਿਸਟਰ ਨੇ ਇਹ ਚੀਜ਼ ਜਨਤਕ ਕਰਨੀ ਸੀ, ਮਤਲਬ ਜਦੋਂ ਪਾਰਲੀਮੈਂਟ 'ਚ ਬੋਲਣਾ ਸੀ 1 ਘੰਟਾ ਪਹਿਲਾਂ ਬਰੀਫ। ਉਹਨੇ ਇਤਰਾਜ਼ ਉਠਾਇਆ ਆਪਣੇ ਢੰਗ ਨਾਲ ਇੱਕ ਟਾਈਪ ਦਾ। ਇਹਦਾ ਮਤਲਬ ਸੈਂਟਰ ਸਟੇਟ ਰਿਲੇਸ਼ਨ ਉੱਥੇ ਵੀ ਭਾਵੇਂ ਜਿੰਨਾ ਮਰਜ਼ੀ ਸਟੇਟ ਇੰਡੀਪੈਂਡੈਂਟ ਵੀ ਨੇ, ਕਿਤੇ ਨਾ ਕਿਤੇ ਇਹਨਾਂ ਗੱਲਾਂ ਤੇ ਵਖਰੇਵੇਂ ਨੇ। ਪਰ ਉਹ ਚੀਫ ਮਿਨਿਸਟਰ ਇਹ ਕਹਿਣ ਦੀ ਹਿੰਮਤ ਰੱਖਦੇ ਨੇ, ਬਾਕੀ ਪ੍ਰੀਮੀਅਰ ਆਪਣੇ ਤਰੀਕਿਆਂ ਦੇ ਨਾਲ। ਉਹ ਕਹਿੰਦਾ ਵੀ ਜਦੋਂ ਵੀ ਇਹ ਕੋਈ ਗੱਲ ਹੋਵੇ, ਭਾਵੇਂ ਜਿਹੜੀਆਂ ਫੈਡਰਲ ਏਜੰਸੀਜ਼ ਨੇ ਇੰਟੈਲੀਜੈਂਸ ਦੀਆਂ, ਉਹ ਉੱਥੇ ਹੀ ਰਿਪੋਰਟ ਕਰਦੀਆਂ ਨੇ, ਪਰ ਪੋਲੀਟੀਕਲੀ ਇਹ ਬਹੁਤ ਸੈਂਸਿਟਿਵ ਇਸ਼ੂ ਹੁੰਦਾ ਹੈ। ਸਾਨੂੰ ਉਦੋਂ ਪਹਿਲਾਂ ਹੀ ਦੱਸਿਆ ਜਾਣਾ ਚਾਹੀਦਾ ਸੀ ਮੌਕੇ ਤੋਂ ਲੈ ਕੇ। ਜੇ ਨਹੀਂ ਦੱਸਿਆ ਗਿਆ ਤਾਂ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਲੈਵਲ ਤੇ ਗਲਤ ਗੱਲ ਹੈ। ਪ੍ਰਿੰਸਜ਼ ਜਿਹੜੇ ਪ੍ਰੋਵਿੰਸਜ਼ ਨੇ ਜਾਂ ਸੂਬੇ ਨੇ, ਉਹਨਾਂ ਨੂੰ ਕੌਨਫੀਡੈਂਸ 'ਚ ਲੈਣਾ ਜ਼ਰੂਰੀ ਹੁੰਦਾ ਹੈ। ਇਹ ਉਹਦਾ ਇਤਰਾਜ਼ ਆਇਆ ਉਸ ਸਾਰੇ ਮਾਮਲੇ ਤੇ। ਪਰ ਜਦੋਂ ਵੀ ਮੈਨੂੰ ਪਤਾ ਲੱਗਿਆ, ਉਹ ਕਹਿੰਦਾ ਬਹੁਤ ਸੈਂਸਿਟਿਵ ਗੱਲ ਹੈ, ਇਹਦੇ ਤੇ ਅਸੀਂ ਪੂਰਾ ਧਿਆਨ ਹੈ ਜੇ ਸਟੇਟ ਵੀ ਦੇ ਰਹੇ ਹਾਂ, ਜੋ ਵੀ ਮਾਮਲੇ ਜਿਹੜੇ ਇਹੋ ਜਿਹਾ ਹੋ ਰਿਹਾ। ਔਰ ਇਸ ਤੋਂ ਬਾਅਦ ਇੱਕ ਗੱਲ ਉੱਥੋਂ ਦੇ ਮਿਲਟਰੀ ਚੀਫ ਨੇ ਕਹੀ ਹੈ, ਕੈਨੇਡੀਅਨ ਮਿਲਟਰੀ ਚੀਫ ਨੇ। ਉਹ ਕਹਿੰਦਾ ਵੀ ਡਿਪਲੋਮੈਟਿਕ ਲੈਵਲ ਤੇ ਬਾਕੀ ਰਿਲੇਸ਼ਨ ਜਿਹੋ ਜਿਹੇ ਮਰਜ਼ੀ ਨੇ, ਫਿਲਹਾਲ ਜਿਹੜਾ ਦੁਬੱਲਾ ਮਿਲਟਰੀ ਸਾਂਝ ਹੈ ਸਾਡੀ ਫੌਜੀ, ਉਹਦੇ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹਦੇ ਤੇ ਕੋਈ ਅਸਰ ਨਹੀਂ ਪਏਗਾ। ਇਹਦਾ ਮਤਲਬ ਕੀ ਹੈ ਕਿ ਕੈਨੇਡਾ ਤੇ ਬਾਕੀ ਦੇ ਜਿਹੜੇ ਪੱਛਮੀ ਮੁਲਕ ਨੇ, ਉਹ ਭਾਰਤ ਨਾਲ ਮਾਰਕੀਟ ਦੇ ਤੌਰ ਤੇ ਵੀ, ਮਿਲਟਰੀ ਦੇ ਤੌਰ ਤੇ ਵੀ, ਸਾਜੋ ਸਮਾਨ ਦੇ ਤੌਰ ਤੇ ਵੀ, ਉਧਰੋਂ ਤਾਂ ਮੰਡੀ ਦੇ ਤੌਰ ਤੇ ਤਾਂ ਇੱਕ ਰਹਿਣਾ ਚਾਹੁੰਦੇ ਨੇ ਨਾਲ। ਪਰ ਨਾਲ ਦੇ ਨਾਲ ਜਿਹੜਾ ਦੂਜਾ ਪੋਲੀਟੀਕਲ ਇਸ਼ੂ ਹੈ ਆਪਣੇ ਤਰੀਕੇ ਦਾ, ਉਹਨੂੰ ਵੀ ਨਾਲ ਉਠਾਉਣਾ ਚਾਹੁੰਦੇ ਨੇ ਇਸ ਰੂਪ ਦੇ ਵਿੱਚ ਕਿ ਅਸੀਂ ਦੇਖਾਂਗੇ ਤੁਸੀਂ ਇਹ ਕਿਉਂ ਕਰ ਰਹੇ ਹੋ, ਕੀ ਨਹੀਂ ਕਰ ਰਹੇ। ਇਹ ਦੁਬੱਲਾ ਇੱਕ ਗੱਲਬਾਤ ਉਸ ਲੈਵਲ ਤੇ ਚੱਲ ਰਹੀ ਹੈ, ਟੋਟਲ ਬ੍ਰੇਕ ਵੀ ਨਾ ਹੋਵੇ। ਔਰ ਮੇਰਾ ਖਿਆਲ ਹੈ ਇੰਟਰਡਿਪੈਂਡੈਂਟ ਵਰਲਡ 'ਚ ਜਿਹੜੀ ਅੰਤਰਨਿਰਭਰ ਦੁਨੀਆ ਹੈ, ਹੁਣ ਤੁਸੀਂ ਪਾਕਿਸਤਾਨ ਨਾਲ ਰੌਲਾ ਕਿੰਨਾ ਮਰਜ਼ੀ ਕਰ ਲਓ ਤੇ ਸਦਾ ਲਈ ਤੁਹਾਡਾ ਵਪਾਰ ਤਾਂ ਨਹੀਂ ਬੰਦ ਹੁੰਦਾ ਨਾ। ਇਹ ਠੀਕ ਹੈ, ਘੱਟ ਹੈ, ਪਰ ਉਹ ਚੱਲੀ ਜਾਂਦਾ। ਇੱਧਰ ਵਾਘਾ ਬਾਰਡਰ ਨਹੀਂ ਹੁੰਦਾ, ਉਧਰ ਬੰਬੇ ਕਰਾਚੀ ਹੋ ਜਾਂਦਾ। ਖਾਸ ਤੌਰ ਤੇ ਵੈਸਟਰਨ ਬਾਰਡਰ ਨਾਲ ਤਾਂ ਜਿੱਥੇ ਇੰਨਾ ਵਪਾਰ ਹੈ, ਉਹ ਬੰਦ ਕਰਨਾ ਦੋਨਾਂ ਦੇ ਨਾ ਭਾਰਤ ਅਫੋਰਡ ਕਰ ਸਕਦਾ ਤੇ ਨਾ ਮੇਰਾ ਖਿਆਲ ਐਡੀ ਮੰਡੀ ਨੂੰ ਉਹ ਛੱਡ ਸਕਦੇ ਨੇ ਕਿਸੇ ਵੀ ਰੂਪ ਦੇ ਵਿੱਚ। ਰੌਲਾ ਕੇਵਲ ਜਿਹੜਾ ਜੇ ਤਣਾਅ ਬਣਿਆ ਰਹਿੰਦਾ, ਜੇ ਸਹਿਜ ਹੋਵੇ ਤਾਂ ਚੰਗਾ ਹੁੰਦਾ, ਜੇ ਤਣਾਅ ਬਣਿਆ ਰਹਿੰਦਾ ਤਾਂ ਉਹਦੇ 'ਚ ਜਿਹੜੇ ਖਾਸ ਤੌਰ ਤੇ ਉਸ ਲੋਕ ਨੇ ਜਿਹੜੇ ਸਫ਼ਰ ਕਰਦੇ ਨੇ, ਖਾਸ ਤੌਰ ਤੇ ਭਾਰਤੀ ਜਿਹੜੇ ਨੇ ਉੱਥੇ ਗਏ ਨੇ, ਖਾਸ ਤੌਰ ਤੇ ਸਿੱਖ ਜਿਨ੍ਹਾਂ ਨੂੰ ਟੇਪ ਕੀਤਾ ਜਾ ਰਿਹਾ, ਉਹ ਪੇਟ ਕੀਤਾ ਜਾ ਰਿਹਾ ਉਸ ਪੱਧਰ ਦੇ ਉੱਤੇ, ਇਹਨਾਂ ਦੇ ਚਿੰਤਾਵਾਂ ਥੋੜੀਆਂ ਜਿਹੀਆਂ ਜ਼ਿਆਦਾ ਵੱਧਦੀਆਂ ਨੇ ਮੁਕਾਬਲਤਨ ਦੂਜੇ ਦੇ। ਜੀ ਜੀ, ਬਿਲਕੁਲ ਠੀਕ ਹੈ। ਇਹ ਤੁਹਾਡੀ ਚਿੰਤਾ ਵੀ ਜਾਇਜ਼ ਹੈ। ਬਹੁਤ ਸਾਰੇ ਲੋਕ ਇਹਨਾਂ ਦਿਨਾਂ 'ਚ ਮੀਡੀਆ ਨਾਲ ਸੰਪਰਕ 'ਚ ਆਉਂਦੇ ਨੇ, ਜਿਹੜੇ ਵੱਖ-ਵੱਖ ਥਾਵਾਂ 'ਚ ਬੈਠੇ ਹੋਏ ਆ, ਜਿਨ੍ਹਾਂ ਦੇ ਬੱਚਿਆਂ ਤੋਂ ਲੈ ਕੇ ਕਾਰੋਬਾਰਾਂ ਤੱਕ, ਔਰ ਜਿਹੜੇ ਘਰ-ਬਾਰ ਵੇਚ ਕੇ ਉੱਥੇ ਘਰ-ਬਾਰ ਬਣਾ ਬੈਠੇ ਆ, ਉਹਨਾਂ ਨੂੰ ਵੀ ਲੱਗਦਾ ਹੈ ਕਿ ਕਿਤੇ ਵੱਜ ਕੇ ਨਾ ਰਹਿ ਜਾਈਏ, ਰਿਸ਼ਤੇ ਇੰਨੇ ਖਰਾਬ ਨਾ ਹੋ ਜਾਣ। ਮੈਂ ਇੱਥੇ ਜਿਹੜੀ ਤੁਸੀਂ ਗੱਲ ਕੀਤੀ, ਮੈਂ ਥੋੜਾ ਅੱਗੇ ਵਧਾ ਦਿੰਦਾ ਜੀ। ਪਹਿਲਾਂ ਜਿਹੜੇ ਪੰਜਾਬ 'ਚ ਲੋਕ ਜਾ ਰਹੇ ਸੀਗੇ, ਉਹ ਪਿੱਛੇ ਇੱਕ ਆਪਣਾ ਲਿੰਕ ਕਾਇਮ ਰੱਖਦੇ ਸੀਗੇ। ਪੰਜਾਬ ਦੇ ਪਿੰਡਾਂ ਦੇ ਵਿੱਚ ਤੁਸੀਂ ਖਾਸ ਕਰਕੇ ਦੁਆਬੇ ਦੇ ਵਿੱਚ ਚਲੇ ਜਾਓ ਤੇ ਵੱਡੇ ਵੱਡੇ ਘਰ ਹੈਗੇ, ਤਾਲੇ ਲੱਗੇ ਹੋਏ, ਲੋਕਾਂ ਨੇ ਰਹਿੰਦੇ ਉਧਰ ਹੈ, ਲੇਕਿਨ ਲਿੰਕ ਇੱਥੇ ਰੱਖਿਆ। ਹੁਣ ਜਿਹੜੇ ਪਿਛਲੇ 5 ਸਾਲ ਤੋਂ ਇੱਕ ਨਵਾਂ ਟ੍ਰੈਂਡ ਆਇਆ, ਲੋਕ ਸਭ ਕੁਛ ਵੇਚ ਵਟ ਕੇ ਕੈਨੇਡਾ ਸੈਟਲ ਹੋ ਰਹੇ। ਜਿਨ੍ਹਾਂ ਦੇ ਬੱਚੇ ਚਲੇ ਗਏ, ਉੱਥੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ, ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ, ਉਹ ਆਪਣੇ ਬਜ਼ੁਰਗਾਂ ਨੂੰ ਬੁਲਾ ਲੈਂਦੇ ਆ ਤੇ ਇੱਥੋਂ ਪਿੱਛੋਂ ਸਾਰਾ ਕੁਝ ਵੇਚ ਦਿੰਦੇ, ਕਿਉਂਕਿ ਅੱਗੇ ਕੇਸ ਆਉਂਦੇ ਰਹੇ ਕਿ NRI ਪ੍ਰਾਪਰਟੀ ਤੇ ਕਬਜ਼ੇ ਹੋ ਗਏ ਤੇ ਇੱਥੇ ਕੋਈ ਰੈਜ਼ੋਲੂਸ਼ਨ ਹੁੰਦਾ ਨਹੀਂ, ਕੋਈ ਸੁਣਵਾਈ ਨਹੀਂ ਹੁੰਦੀ। ਹੁਣ ਜਿਹੜਾ ਟ੍ਰੈਂਡ ਹੈਗਾ, ਇਹ ਇੱਥੋਂ ਲਿੰਕ ਸਾਰੇ ਤੋੜ ਕੇ ਉਧਰ ਸੈਟਲ ਕਰਦਾ ਹੈ। ਜਦੋਂ ਆਪਾਂ ਇਸ ਪੱਖ ਤੋਂ ਦੇਖਦੇ ਹਾਂ ਤੇ ਇਹ ਸਿਚੁਏਸ਼ਨ ਹੋਰ ਵੀ ਸੀਰੀਅਸ ਹੋ ਜਾਂਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਇੱਕ ਸੈਕਸ਼ਨ ਜਿਹੜੇ ਜਾਂਦੇ ਹੈ ਕਿ ਕੈਨੇਡਾ ਸਾਡਾ ਹੁਣ ਅਗਲਾ ਘਰ ਹੈ,
ਜਦੋਂ ਇਹ ਸਿਚੁਏਸ਼ਨ ਬਣ ਜਾਏ ਉਹਨੂੰ ਉਸ ਫਰੇਮਵਰਕ ਦੇ ਵਿੱਚ ਦੇਖਣਾ ਪਏਗਾ ਤੇ ਰਿਜ਼ੋਲਵ ਕਰਨਾ ਪਏਗਾ। ਬਿਲਕੁਲ ਠੀਕ ਹੈ। ਹੁਣ ਇੱਥੇ ਖਰੀਦਦਾਰ ਨਹੀਂ ਬਚੇ। ਮੈਨੂੰ ਲੱਗਦਾ ਹੁਣ ਕਿਸੇ ਨੇ ਜ਼ਮੀਨ ਜਾਂ ਘਰ ਵੇਚ ਕੇ ਜਾਣਾ ਹੈ, ਉਹਨੂੰ ਕਈ ਗੇੜੇ ਮਾਰਨੇ ਪੈ ਰਹੇ ਸੀਗੇ। ਲੇਕਿਨ ਇੱਕ ਸੰਕਟ ਹੋਰ ਵੀ ਬਹੁਤ ਵੱਡਾ ਆਇਆ ਜਦੋਂ ਕਰੋਨਾ ਤੋਂ ਬਾਅਦ, ਕਿ ਜਿਹੜੀਆਂ ਟਿਕਟਾਂ ਨੇ, ਜਿਹੜੀ ਮਤਲਬ ਜਾਣਾ ਆਉਣਾ ਮਹਿੰਗਾ ਬਹੁਤ ਹੋ ਗਿਆ। ਜਿਹੜੀ ਕਦੇ 50 60 70 ਹਜ਼ਾਰ ਚ ਜਾਂ ਹੱਦ ਤੋਂ ਹੱਦ 80 ਹਜ਼ਾਰ ਚ ਮਿਲਦੀ ਸੀ, ਅੱਜ ਕੱਲ ਪੌਣੇ 2 ਲੱਖ ਦੇ ਵਿੱਚ ਮਿਲ ਰਹੀ ਹੈ। ਲੋਕਾਂ ਦਾ ਆਉਣਾ ਜਾਣਾ ਵੈਸੇ ਵੀ ਬੜਾ ਔਖਾ ਹੋ ਗਿਆ। ਪਰ ਮੈਂ ਜੀ ਅਗਲੇ ਮੁੱਦੇ ਤੇ ਬਹੁਤ ਮੈਨੂੰ ਲੱਗਦਾ ਕਿ ਪੰਜਾਬ ਦੀ ਪੋਲਿਟਿਕਸ ਵਿੱਚ ਰੋਜ਼ ਮਦਾਰੀ ਵਰਗੀ ਗੱਲ ਹੋ ਰਹੀ ਹੈ। ਸਰਦਾਰ ਜਗਤਾਰ ਸਿੰਘ ਜੀ, ਇੱਕ ਛੋਟੀ ਜਿਹੀ ਸ਼ੁਰੂਆਤ ਕਰ ਦਿਓ। ਪ੍ਰਤਾਪ ਸਿੰਘ ਬਾਜਵਾ ਨੂੰ ਭਗਵੰਤ ਮਾਨ ਬੜਾ ਸਿੱਧਿਓਂ ਲੈਂਦੇ ਆ ਸਵੇਰੇ। ਵੈਸੇ ਤਾਂ ਭਗਵੰਤ ਮਾਨ ਦੀ ਸ਼ੈਲੀ ਅੱਜ ਕੱਲ ਜਿਸ ਤਰ੍ਹਾਂ ਦੀ ਬਤੌਰ ਮੁੱਖ ਮੰਤਰੀ, ਉਹਨੂੰ ਵੀ ਕ੍ਰਿਟਿਸਾਈਜ਼ ਕੀਤਾ ਸਕਦਾ, ਅਸੀਂ ਕੱਲ ਵੀ ਕਰ ਰਹੇ ਸੀਗੇ। ਪਰ ਜਿਵੇਂ ਮੁਕਤਸਰ ਸਾਹਿਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ 32 ਇਹਨਾਂ ਦੇ ਸਾਡੇ ਸੰਪਰਕ ਚ MLA, ਉਹਦੇ ਅੱਗੇ ਰਿਐਕਸ਼ਨ ਆਇਆ ਕਿ ਪ੍ਰਤਾਪ ਬਾਜਵਾ ਬ੍ਰੈਕਟ ਵਿੱਚ ਭਾਜਪਾ ਲਿਖਿਆ ਹੋਇਆ। ਇਹ ਦਿਲਚਸਪ ਹੈ ਕਿ ਪ੍ਰਤਾਪ ਬਾਜਵਾ ਭਾਜਪਾ ਜੀ, ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਨ ਦੀ ਗੱਲ ਕਰ ਰਹੇ ਹੋ। ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ। ਤੁਹਾਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ। ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ। ਇਹਦੇ ਵਿੱਚ ਹਾਈ ਕਮਾਂਡ ਨਾਲ ਗੱਲ ਕਰੋ ਮਤਲਬ ਕਾਂਗਰਸ ਆਪਣੀ ਹਾਈ ਕਮਾਂਡ ਨਾਲ ਗੱਲ ਕਰੋ। ਭਗਵੰਤ ਮਾਨ ਇਹ ਕਹਿਣਾ ਚਾਹੁੰਦੇ ਕਿ ਤੁਹਾਡੀ ਹਾਈ ਕਮਾਂਡ ਅੱਜ ਕੱਲ ਸਾਡੀ ਹੈ, ਮਤਲਬ ਤੁਹਾਡੀ ਵਕਤ ਕੀ ਹੈ, ਇਹ ਸਿੱਧੇ ਸ਼ਬਦਾਂ ਚ ਇਹਦੇ। ਲੇਕਿਨ ਇਹਦੇ ਚ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਜਵਾਬ ਆਉਂਦਾ ਉਹ ਵੀ ਦਿਲਚਸਪ ਹੈ। ਉਹ ਕਹਿੰਦੇ ਵੀ ਭਗਵੰਤ ਸ਼ਾਹ, ਉਹਨਾਂ ਨੇ ਵੀ ਫਿਰ ਇਨਵਰਟਡ ਕਾਮਾ ਚ ਪਾਇਆ, ਭਗਵੰਤ ਸ਼ਾਹ ਰਾਜ ਤਾਂ ਰਾਜਿਆਂ ਦੇ ਨਹੀਂ ਰਹੇ, ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ। ਵਿੱਚ ਝਾੜੂ ਦਾ ਨਿਸ਼ਾਨ ਵੀ ਬਣਾਇਆ। ਅੱਜ ਕੱਲ ਗੇਮਾਂ ਬੜੀਆਂ ਖੇਡਦੇ ਜੀ, ਮੈਨੂੰ ਲੱਗਦਾ ਲਾਗੇ ਬਹਿ ਕੇ ਕਰਾਉਂਦੇ ਆ ਆਪਣੇ ਜਿਹੜੇ IT ਵਿੰਗ ਹੈਗੇ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ, ਉਹਨੂੰ ਕਾਰਜਕਾਰੀ ਕਹਿਤਾ ਭਗਵੰਤ ਮਾਨ ਨੂੰ। ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜਬ ਨਹੀਂ ਸਮਝਦਾ, ਪਰ ਚਲੋ ਤੁਸੀਂ ਖਾਦੀ ਪੀਤੀ ਚ ਟਵੀਟ ਕਰ ਬੈਠੇ ਹੋ ਤਾਂ ਜਵਾਬ ਵੀ ਸੁਣ ਲਓ। ਮਤਲਬ ਇੱਥੇ ਹੋਰ ਨਿੱਜੀ ਪੱਧਰ ਤੇ ਜਾਣਾ ਠੀਕ ਸਮਝਿਆ ਜਾਂਦਾ। ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ ਵਾਗਡੋਰ ਗਈ, ਫਿਰ ਤੁਸੀਂ ਆਪਣੀ ਹਾਈ ਕਮਾਂਡ ਨਾਲ ਗੱਲ ਕਰਿਓ। ਤੁਸੀਂ ਅੱਜ ਤੱਕ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਹੀ ਕੀਤੀ ਹੈ। ਨਾ ਤਾਂ ਤੁਹਾਡੇ ਤੋਂ ਕਾਨੂੰਨ ਵਿਵਸਥਾ ਸੰਭਲੀ, ਨਾ ਆਰਥਿਕਤਾ ਸੰਭਲੀ, ਨਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਸੰਭਾਲ ਪਾਏ, ਨਾ ਹੀ ਤੁਹਾਡੇ ਆਕਾ ਤੇ ਤੁਸੀਂ ਕੈਨੇਡਾ 'ਚ ਬੈਠੇ ਪ੍ਰਵਾਸੀ ਪੰਜਾਬੀਆਂ ਦੇ ਹੱਕ ਵਿੱਚ ਕੋਈ ਇੱਕ ਲਫ਼ਜ਼ ਬੋਲ ਸਕੇ। ਆਪ ਪੰਜਾਬ ਹੋਰ ਕਿੰਨੀ ਕੁ ਭਰੂਣ ਹੱਤਿਆ ਕਰਨੀ ਹੈ ਪੰਜਾਬ ਦੇ ਲੋਕਾਂ ਦੇ ਰੰਗਲੇ ਖੁਆਬਾਂ ਦੀ। ਅੱਗੇ ਪ੍ਰਸ਼ਨ ਚਿੰਨ ਡੰਡੀ। ਹੁਣ ਗੱਲ ਤੁਸੀਂ ਤੋਰੋ ਜੀ, ਇਹ ਹੋ ਕੀ ਰਿਹਾ? ਵੈਸੇ ਗੱਲ ਇਹ ਕਿ ਚੁਟਕਲੇਬਾਜ਼ੀ ਤੇ ਤਾਂ ਕੋਈ ਕਮੈਂਟ ਬਹੁਤਾ ਕੀਤਾ ਨਹੀਂ ਜਾ ਸਕਦਾ। ਜੇ ਗੱਲ ਸਿਰਫ ਸਿਆਸੀ ਹੋਵੇ ਨਾ, ਉਹ ਤਾਂ ਠੀਕ ਹੈ, ਉਹ ਤੇ ਤੁਸੀਂ ਕਮੈਂਟ ਕਰ ਸਕਦੇ ਆ। ਇਹ ਮਿਹਣੋ ਮਿਹਣੀ ਚੁਟਕਲੇ ਜਿਹੜਾ ਇਹ ਲੈਵਲ ਹੁੰਦਾ ਹੈ, ਇਹ ਸਾਡੇ ਬਹੁਤਾ ਕਮੈਂਟ ਕਰਦਾ ਨਹੀਂ ਹੁੰਦਾ। ਪਰ ਇੱਕ ਐਸਪੈਕਟ ਹੋਰ ਹੈ, ਉਹ ਜ਼ਿਆਦਾ ਇੰਟਰਸਟਿੰਗ ਹੈ ਇਹਦੇ 'ਚ ਜੀ। ਪਹਿਲਾਂ ਤਾਂ ਇਹ ਹੈ ਕਿ ਚਲੋ ਭਗਵੰਤ ਮਾਨ ਹੋਰਾਂ ਦਾ ਪ੍ਰੋਫੈਸ਼ਨ ਹੈ ਚੁਟਕਲੇ ਸੁਣਾਉਣ ਦਾ ਰਿਹਾ, ਤੇ ਉਹ ਮੁੱਖ ਮੰਤਰੀ ਬਣ ਗਏ। ਲੇਕਿਨ ਉਹ ਹਜੇ ਵੀ ਕਈ ਵਾਰੀ ਉਸੇ ਟੋਨ 'ਚ ਗੱਲ ਕਰ ਜਾਂਦੇ ਹੈ। ਸ਼ਾਮ ਦੀ ਗੱਲ ਤਾਂ ਚਲੋ ਵੱਖਰੀ ਹੈ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵੀ ਕਿਸੇ ਵੇਲੇ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਕਮੈਂਟ ਕਰਿਆ ਕਰਦੇ ਸੀਗੇ ਵੀ ਪਾਣੀ ਵੀ ਨਹੀਂ ਪਾਉਂਦੇ ਦਾਰੂ ਦੇ ਵਿੱਚ। ਜੀ ਹਾਂ, ਉਹ ਅਕਸਰ ਕਿਹਾ ਕਰਦੇ ਸੀ ਵੀ ਉਹ ਤਾਂ ਨੀਟ ਪੀਂਦੇ ਆ। ਉਹ ਜਿਹੜੀ ਦਾਰੂ ਜਿਸ ਟਾਈਪ ਦੀ ਕੁਆਲਿਟੀ ਦੀ ਪੀਂਦੇ ਸੀ ਅਮਰਿੰਦਰ ਸਿੰਘ ਜੀ, ਜਾਂ ਪੀਂਦੇ ਹੈ, ਉਹ ਤਾਂ ਪੀਤੀ ਵੀ ਨੀਟ ਹੀ ਜਾਂਦੀ ਹੈ। ਉਨੀ ਵਾਰੀ ਦਾਰੂ ਤਾਂ ਉਹ ਤਾਂ ਪਾਣੀ ਪੈਂਦਾ ਹੀ ਨਹੀਂ ਹੁੰਦਾ। ਹਾਂਜੀ, ਬਿਲਕੁਲ। ਵੈਸੇ ਤਾਂ ਸੁਖਬੀਰ ਸਿੰਘ ਹੋਰਾਂ ਨੂੰ ਵੀ ਪਤਾ ਵੀ ਦਾਰੂ ਦੀ ਕੁਆਲਿਟੀ ਕੀ ਹੁੰਦੀ ਹੈ, ਕਿਉਂਕਿ ਉਹ ਹਸਪੀਟੈਲਿਟੀ 'ਚ ਹੈਗੇ ਨਾ, ਪਤਾ ਕਹਿ ਸਕਦੇ ਆ ਨਾ, ਉਹਨਾਂ ਦੇ ਐਡੇ ਵੱਡੇ ਰਿਜ਼ੋਰਟ ਹੈਗੇ ਆ, ਉੱਥੇ ਦਾਰੂ ਤਾਂ ਸਰਵ ਹੁੰਦੀ ਹੈ ਨਾ। ਬੜੀ ਸੰਕੇਤਕ ਗੱਲ। ਬਾਕੀ ਨਹੀਂ, ਤੁਹਾਡੀ ਗੱਲ ਦਾ ਜਵਾਬ ਮੈਂ ਨਹੀਂ ਦਿੰਦਾ, ਮੈਂ ਸਪੈਸਿਫਿਕ ਨਹੀਂ ਹੈ, ਕਿਉਂਕਿ ਮੈਂ ਨਾਲ ਪੀਤੀ ਰਹੀ, ਜੇ ਨਾਲ ਪੀਤੀ ਹੁੰਦੀ ਮੈਂ ਜ਼ਰੂਰ ਜਵਾਬ ਦੇ ਦਿੰਦਾ। ਠੀਕ ਹੈ। ਹਾਂਜੀ, ਸੋ ਇਸ ਕਰਕੇ ਮੈਂ ਉਸ ਗੱਲ ਨੂੰ ਉਹਦੇ ਵਿੱਚ ਨਹੀਂ ਪੈਂਦਾ। ਲੇਕਿਨ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਬਾਕੀ ਜਿਹੜੇ ਕਾਂਗਰਸ ਲੀਡਰ ਹੈਗੇ ਆ, ਉਹਨਾਂ ਨੇ ਆਪਣਾ ਟੋਨ ਹੈ ਨਾ ਜਿਹੜੀ, ਉਹ ਥੋੜੀ ਜਿਹੀ ਨਰਮ ਕਰ ਲਈ, ਸੁਰ ਨੀਵੀਂ ਕਰ ਲਈ ਜੀ। ਬਾਜਵਾ ਸਾਹਿਬ ਨੂੰ ਹਜੇ ਵੀ ਗੁੱਸਾ ਕਿਉਂ ਆਈ ਜਾ ਰਿਹਾ ਹੈ? ਗੱਲ ਤਾਂ ਇਹ ਹੈ, ਇਹ ਕੁਐਸਚਨ ਮਾਰਕ ਜਿਹੜਾ ਇਹਨਾਂ ਦਾ ਗੁੱਸਾ ਲਗਾਤਾਰ ਆ ਰਿਹਾ ਹੈ, ਉਹਦੇ ਬਾਰੇ ਹੈ। ਵੈਸੇ ਤਾਂ ਭਗਵੰਤ ਮਾਨ ਹੋਰਾਂ ਨੇ ਬ੍ਰੈਕਟ 'ਚ ਭਾਜਪਾ ਲਿਖਤਾ, ਚਲੋ ਉਹ ਤਾਂ ਉਹਨਾਂ ਦਾ ਆਪਣਾ ਸਟਾਈਲ ਹੈ ਕਹਿਣ ਦਾ। ਲੇਕਿਨ ਜਦੋਂ
ਨੈਸ਼ਨਲ ਲੈਵਲ ਤੇ ਇੰਡੀਆ ਗਰੁੱਪ ਦੇ ਵਿੱਚ ਦੋਵੇਂ ਪਾਰਟੀਆਂ ਹੈਗੀਆਂ ਤੇ ਇਹ ਆਲਮੋਸਟ ਪਰਸੈਪਸ਼ਨ ਬਿਲਡ ਹੋ ਗਈ ਹੈ ਕਿ ਜੀ। ਪੰਜਾਬ ਵਿੱਚ ਵੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਰੋਲ ਆਊਟ ਨਹੀਂ ਕੀਤੀ ਜਾ ਸਕਦੀ। ਫਿਰ ਜੀ। ਇੰਨਾ ਗੁੱਸਾ ਬਾਜਵਾ ਸਾਹਿਬ ਕਿਉਂ ਦਿਖਾ ਰਹੇ ਹੈ? ਗੱਲ ਇਹ ਹੈ, ਇਹਦੇ ਪਿੱਛੇ ਕੀ ਹੈ? ਇਹਦੇ ਪਿੱਛੇ ਇਹ ਸਿੰਪਲ ਇੰਨੀ ਗੱਲ ਨਹੀਂ ਹੈ ਕਿ ਚੁਟਕਲੇਬਾਜ਼ੀ ਹੋ ਰਹੀ ਹੈ। ਫਿਰ ਇੰਟੈਂਸ਼ਨ, ਜਿਵੇਂ ਕਹਿੰਦੇ ਕਿ ਮੈਂ 32 MLA ਮੇਰੇ ਵਰਕ ਦੇ ਵਿੱਚ ਹੈਗੇ ਆ, ਜੇ 42 ਵੀ ਕਹਿ ਰਹੇ ਤਾਂ ਕੀ ਫਰਕ ਪੈਂਦਾ ਸੀਗਾ? ਕਹਿਣ ਨੂੰ ਤਾਂ ਜਿੰਨਾ ਮਰਜ਼ੀ ਕਹਿ ਲਓ, ਤੇ ਉਹ ਗੱਲ ਵੱਖਰੀ ਹੁੰਦੀ ਹੈ। ਇਹ ਇਹੋ ਜਿਹੇ ਕਲੇਮ ਲਗਾਤਾਰ ਹੁੰਦੇ ਰਹਿੰਦੇ ਆ, ਸਿਆਸੀ ਪਾਰਟੀਆਂ ਦੇ ਲੀਡਰ ਕਰਦੇ ਰਹਿੰਦੇ ਆ, ਲੇਕਿਨ ਜਿਹੜੀ ਸਿਚੁਏਸ਼ਨ ਨਵੀਂ ਇੰਡੀਆ ਅਲਾਇੰਸ ਦੀ ਡਿਵੈਲਪ ਹੋ ਰਹੀ ਹੈ ਉਹਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਕਰਨੀਆਂ ਮੇਰੇ ਹਜੇ ਸਮਝ ਤੋਂ ਬਾਹਰ ਹੈ ਕਿ ਇਹਦੇ ਪਿੱਛੇ ਕੀ ਹੈ। ਜੀ ਸਰਦਾਰ ਹਰਮੀਤ ਸਿੰਘ ਜੀ, ਵੈਸੇ ਇਨ ਟੋਟੈਲਿਟੀ ਜੇਕਰ ਅਸੀਂ ਜਿਹੜਾ ਨੈਰੇਟਿਵ ਬੁਣਿਆ ਜਾ ਰਿਹਾ ਉਹਨੂੰ ਦੇਖੀਏ, ਕੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਉੱਥੇ ਹੀ ਉਸੇ ਧਰਨੇ ਦੇ ਵਿੱਚ ਮੁਕਤਸਰ ਸਾਹਿਬ ਦੇ ਵਿੱਚ ਜਦੋਂ ਆਪਣੀ ਭਾਸ਼ਣ ਦੀ ਕਲਾ ਦਿਖਾਈ ਨਾ, ਵੈਸੇ ਆਮ ਤੌਰ ਤੇ ਉਹੋ ਜਿਹਾ ਭਾਸ਼ਣ ਦਿੰਦੇ ਘੱਟ ਹੈ, ਉਹਨਾਂ ਨੇ ਕਿਹਾ ਵੀ ਮਾਲਸ਼ਾਂ ਮੋਲਸ਼ਾਂ ਕਰਾ ਲਓ ਭਗਵੰਤ ਮਾਨ ਜੀ, ਅਸੀਂ ਜਿਹੜੀਆਂ ਇਹ ਖੱਲੀਆਂ ਜਿੰਨੀਆਂ ਪਾਉਣੀਆਂ ਨੇ ਨਾ, ਸਾਡੇ ਤਾਂ ਬੰਦੇ ਤੁਸੀਂ ਅੰਦਰ ਦੇ ਦਿੱਤੇ ਝੱਲੇ। ਅਸੀਂ ਉਹਨਾਂ ਭਾਰਤ ਭੂਸ਼ਣ ਆਸ਼ੂ ਦਾ ਜ਼ਿਕਰ ਕਰਕੇ ਵੀ ਉਹ ਬੈਠੇ ਆਸ਼ੂ ਜਿਹਦਾ ਕਹਿੰਦੇ ਅਸੀਂ ਦੇਖਾਂਗੇ ਇਹਦੀ ਮੁਲਾਕਾਤ ਲਈ ਕੌਣ ਜਾਂਦਾ, ਆਖੇ ਅਸੀਂ ਭਗਵੰਤ ਮਾਨ ਜੀ ਤੁਹਾਡੀ ਮੁਲਾਕਾਤ ਲਈ ਆਸ਼ੂ ਨੂੰ ਭੇਜਾਂਗੇ। ਮਤਲਬ ਥੱਲੇ ਦੇ ਪੱਧਰ ਤੇ ਆ ਕੇ ਉਹ ਲੜਾਈ ਲੜਨ ਲਈ ਕਿੱਕੀ ਢਿੱਲੋਂ ਨੂੰ ਕਿਹਾ ਜੀ, ਕਿੱਕੀ ਨੂੰ ਅਪਰੋਚ ਕੀਤਾ ਗਿਆ ਸਰਕਾਰ ਵੱਲੋਂ, ਤੇ ਇਹਨਾਂ ਨੇ ਕਿਹਾ ਵੀ ਮੈਨੂੰ ਦੇਣਾ ਅੰਦਰ ਤੇ ਦੇ ਦਿਓ, ਜਾਓ, ਮੈਂ ਨਹੀਂ ਤੁਹਾਡੇ ਸੰਪਰਕ ਚ ਆਉਂਦਾ। ਮਤਲਬ ਕਾਫੀ ਚੀਜ਼ਾਂ ਇੰਜ ਦੀਆਂ ਹੋ ਰਹੀਆਂ ਨੇ। ਮੈਂ ਆ ਜਿਹੜੀ ਪ੍ਰਤਾਪ ਬਾਜਵਾ ਤੇ ਭਗਵੰਤ ਮਾਨ ਦੀ ਸਿੱਧਿਓ ਸਿੱਧੀ, ਆਮ ਤੌਰ ਤੇ ਇਹੋ ਜਿਹੇ ਜਿਹੜੇ ਰੈਲੀਆਂ 'ਚ ਭਾਸ਼ਣ ਹੁੰਦੇ ਇਹਨਾਂ ਤੇ ਮੁੱਖ ਮੰਤਰੀ ਰਿਐਕਟ ਨਹੀਂ ਕਰਦੇ ਹੁੰਦੇ, ਲੇਕਿਨ ਭਗਵੰਤ ਮਾਨ ਉਸ ਤਰ੍ਹਾਂ ਦੀ ਰਾਜਨੀਤੀ ਚੋਂ ਨਹੀਂ ਆਉਂਦੇ। ਉਹ ਕਹਿੰਦੇ ਮੈਂ ਵੱਖਰਾ ਹਾਂ ਤੇ ਮੈਂ ਵੱਖਰੀ ਤਰ੍ਹਾਂ ਦੀ ਗੱਲ ਕਰੂੰਗਾ। ਪਰ ਇਹਦੇ ਕੀ ਅਰਥ ਹੈ ਕਿ ਆਪਣੀ ਹਾਈ ਕਮਾਂਡ ਨਾਲ ਗੱਲ ਕਰ ਲਓ। ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਗੱਠਜੋੜ ਦੇ ਵਿੱਚ ਕਾਂਗਰਸ ਹਾਈ ਕਮਾਂਡ ਨਾਲ ਬਾਜਵਾ ਨਾਲੋਂ ਜ਼ਿਆਦਾ ਨੇੜੇ ਨੇ ਕਿ ਕਾਂਗਰਸ ਦੀ ਨਾਲ? ਇਹ ਸਵਾਲ ਤਾਂ ਹੈ ਹੀ ਹੈ ਜੀ। ਮੈਨੂੰ ਲੱਗਦਾ ਕਿ ਰਿਐਕਟ ਤਾਂ ਚੀਫ ਮਿਨਿਸਟਰ ਨੂੰ ਘੱਟੋ ਘੱਟ ਲੀਡਰ ਆਫ ਆਪੋਜੀਸ਼ਨ ਕੁਝ ਕਹਿ ਰਿਹਾ ਹੈ, ਉਹਦੇ ਤੇ ਤਾਂ ਕਰਨਾ ਹੀ ਚਾਹੀਦਾ। ਬਾਕੀ ਸਭ ਤੇ ਨਹੀਂ ਕਰਨਾ ਚਾਹੀਦਾ, ਉਹ ਇੱਕ ਅਲੱਗ ਗੱਲ ਹੈ। ਜੇ ਦੋ ਬੰਦੇ ਨੇ, ਇੱਕ ਵਿਧਾਨ ਸਭਾ ਚ ਲੀਡਰ ਹੈ ਤੇ ਇੱਕ ਲੀਡਰ ਆਫ ਆਪੋਜੀਸ਼ਨ ਹੈ, ਦੋਨਾਂ ਦਾ ਤਾਂ ਆਦਾਨ ਪ੍ਰਦਾਨ ਹੋਣਾ ਚਾਹੀਦਾ। ਹਾਂ, ਮਿਆਰ ਕਿਹੋ ਜਿਹਾ ਦੋਨਾਂ ਦਾ ਉਹ ਅਲੱਗ ਕੁਐਸਚਨ ਹੈ ਕਿ ਤੁਸੀਂ ਕਿਸ ਮਿਆਰ ਨਾਲ ਰਿਐਕਟ ਕਰਨਾ ਹੈ, ਉਸ ਕਿਸ ਸ਼ਬਦਾਵਲੀ ਚ ਰਿਐਕਟ ਕਰਨਾ ਹੈ, ਕੀ ਗੱਲ ਕਰਨੀ ਹੈ, ਉਹ ਸਾਰੇ ਮਾਮਲੇ ਚ ਇਹ ਗੱਲਾਂ ਵੱਖ ਵੱਖ ਹੋ ਸਕਦੀਆਂ ਨੇ। ਬਾਜਵਾ ਨੇ ਕਿਉਂਕਿ ਇਹ ਕਿਹਾ ਸੀ ਨਾਲ ਸ੍ਰੀ ਮੁਕਤਸਰ ਸਾਹਿਬ ਚ ਵੀ ਅਸੀਂ ਤੁਹਾਨੂੰ ਹੁਣ ਏਦੂ ਸਿੱਧੇ ਢੰਗ ਨਾਲ ਕੀ ਦੱਸੀਏ ਵੀ ਆਪਾਂ 13 ਦੀਆਂ 13 ਲੜਨੀਆਂ ਨੇ ਨਾ ਇਸ ਸਾਰੇ ਮਾਮਲੇ ਦੇ ਵਿੱਚ, ਕਿ 13 ਦੀਆਂ 13 ਲਈ ਤਿਆਰ ਹੋ ਜਾਓ, 13 ਲੜਨੀਆਂ ਨੇ ਆਪਾਂ। ਇਹਦੇ ਚੋਂ ਭਗਵੰਤ ਮਾਨ ਉਹਨਾਂ ਨੇ ਕਿਹਾ ਇਹ ਕਿ ਹਾਈ ਕਮਾਂਡ ਨਾਲ ਗੱਲ ਕਰੋ, ਮਤਲਬ ਵੀ ਤੁਸੀਂ ਕੁਝ ਹੋਰ ਕਹਿ ਰਹੇ ਹੋ ਤੇ ਹਾਈ ਕਮਾਂਡ ਕਿਧਰੇ ਹੋਰ ਕਹਿ ਰਹੀ ਹੈ। ਔਰ ਕਾਂਗਰਸ ਦਾ ਵੀ ਪਤਾ ਨਹੀਂ ਲੱਗਦਾ ਕਿੱਥੇ ਤੁਰੇ ਫਿਰਦੇ। ਰਵਨੀਤ ਬਿੱਟੂ ਆਪਣੇ ਢੰਗ ਨਾਲ ਅੱਜ ਮਨਪ੍ਰੀਤ ਤੇ ਲੱਗੇ ਪਏ ਸੀ, ਕੋਈ ਦੂਜੇ ਤੇ ਲੱਗ ਜਾਂਦਾ, ਤੀਜੇ ਤੇ। ਉਹ ਕਹਿੰਦੇ ਵੀ ਕਿਤੇ ਇੰਗਲੈਂਡ ਦੇ ਕਿਸੇ ਟਾਪੂ ਚ, ਮੈਨੂੰ ਤਾਂ ਦਿਖਿਆ ਨਹੀਂ ਇੰਗਲੈਂਡ ਚ ਟਾਪੂ ਕਿੱਥੇ ਹੈ, ਵੀ ਮੈਨੂੰ ਕਿਸੇ ਬਿਜਨਸ ਅਧਿਕਾਰੀ ਨੇ ਦੱਸਿਆ ਵੀ ਉਹ ਕਿਸੇ ਟਾਪੂ ਤੇ ਬੈਠਾ ਹੈ। ਉਹ ਕਹਿੰਦਾ ਭਾਰਤ ਭੂਸ਼ਣ ਸਾਡਾ ਆਇਆ ਸੀ, ਦੇਖੋ ਸਿੱਧਾ ਹੋਇਆ ਨਾ, ਉਹਨੂੰ ਕੋਈ ਡਰ ਨਹੀਂ ਸੀ, ਦਲੇਰ ਆਦਮੀ ਹੈ, ਤੂੰ ਕਿਉਂ ਡਰ ਰਿਹਾ, ਤੂੰ ਆ। ਹਾਲਾਂਕਿ ਭਾਰਤ ਭੂਸ਼ਣ ਦਲੇਰ ਆਦਮੀ ਨਹੀਂ ਸੀ, ਉਹ ਫੜਿਆ ਸੀ ਇੱਕ ਦੁਕਾਨ ਚੋਂ, ਕੋਈ ਐਂ ਜਾ ਕੇ ਪੇਸ਼ ਨਹੀਂ ਸੀ ਹੋਇਆ। ਉਹ ਵੀ ਇੱਕ ਅਲੱਗ ਗੱਲ ਹੈ। ਮਤਲਬ ਆਪੋ ਆਪਣਾ ਹੀ ਤੁਸੀਂ ਬਹਾਦਰੀਆਂ ਵੰਡ ਰਹੇ ਹੋ, ਸਰਟੀਫਿਕੇਟ ਅੰਦਰਲੇ ਨੂੰ ਤੇ ਬਾਹਰਲੇ ਨੂੰ, ਜਿਹਦੇ ਨਾਲ ਨਹੀਂ ਆ ਉਹਨੂੰ ਨਹੀਂ। ਇਹ ਮਤਲਬ ਧੜੇਬਾਜ਼ੀ ਜਾਂ ਕਿਸ ਲੈਵਲ ਦਾ ਕੀ ਹੋ ਰਿਹਾ ਪਾਰਟੀਆਂ ਦੇ ਵਿੱਚ। ਔਰ ਚੀਫ ਮਿਨਿਸਟਰ ਦਾ ਵੀ ਸਵਾਲ ਇਹ ਹੈ ਕਿ ਉਹਦਾ ਜੋ ਮਰਜ਼ੀ ਪਿਛੋਕੜ ਰਿਹਾ ਹੋਵੇ, ਕੋਈ ਕਿਤੋਂ ਆਉਂਦਾ, ਕੋਈ ਕਿਤੋਂ ਆਉਂਦਾ, ਕੋਈ ਕਿਤੋਂ ਆਉਂਦਾ, ਇੱਕ ਸਟੇਟਸਮੈਨਸ਼ਿਪ ਹੁੰਦੀ ਹੈ। ਦੋਨੋਂ ਧਿਰਾਂ ਨੇ, ਦੋਨੋਂ ਹੀ ਮੇਜਰ ਧਿਰਾਂ ਨੇ। ਪੰਜਾਬ ਦੇ ਲਈ ਬਹੁਤ ਸੰਕਟਮਈ ਸਥਿਤੀ ਹੈ, ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅੱਧਿਆਂ ਨੂੰ। ਔਰ ਚਾਹੇ ਉਹ ਅਮਰੀਕਾ, ਕੈਨੇਡਾ ਤੇ ਭਾਰਤ ਦਾ ਆਪਸ ਚ ਕਲੈਸ਼ ਵੱਧ ਰਿਹਾ ਜਿਹੜਾ, ਉਹਦੇ ਮਾਮਲੇ ਚ ਹੋਵੇ, ਨੀਂਦ ਨਹੀਂ ਆਉਂਦੀ। ਚਾਹੇ ਉਹ ਪਾਣੀਆਂ ਦਾ ਕੁਐਸਚਨ ਹੋਵੇ, ਲੋਕਾਂ ਦੀ ਬਹੁਤ ਸੀਰੀਅਸ ਸਿਚੁਏਸ਼ਨ ਹੈ। ਫਲੱਡ ਤੇ ਕਿੰਨੇ ਪੈਸੇ ਦਿੱਤੇ ਨੇ, ਹਜੇ ਤੱਕ ਕਿਹੜਾ ਪੈਸਾ ਦਿੱਤਾ, ਤੇ ਲੋਕਾਂ ਦਾ ਕਰਜ਼ਾ ਲੱਕ ਤੋੜ ਰਿਹਾ ਹੈ, ਪੰਜਾਬ ਦੇ ਲੋਕਾਂ ਦਾ ਵੀ, ਇਕੱਲਾ ਪੰਜਾਬ ਦਾ, ਪੰਜਾਬ ਸਰਕਾਰ ਦਾ ਤਾਂ ਛੱਡੋ, ਪੰਜਾਬ ਦੇ ਬਾਕੀ ਲੋਕਾਂ ਦਾ ਵੀ। ਔਰ ਬੱਚਿਆਂ ਦਾ ਹਾਲ ਡਿਫਰੈਂਟ ਟਾਈਪ ਤੇ ਕੀ ਬਣ ਰਿਹਾ ਸਕੂਲਾਂ ਬਾਕੀ ਕਿਤੇ, ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨਹੀਂ ਹੈ, ਬਾਕੀ ਚੀਜ਼ਾਂ ਨਹੀਂ ਹੈ, ਹੈਲਥ ਲਈ ਦਵਾਈ ਨਹੀਂ ਹੈ ਦਿਖਾਈ ਦੇ ਰਹੀ, ਉਹ ਸਾਰੇ ਮਾਮਲੇ 'ਚ ਪੈਸਾ ਤੁਹਾਡਾ ਰੁਕਿਆ ਪਿਆ। ਇਹਦੇ ਤੇ ਨਾ ਆਪੋਜੀਸ਼ਨ ਸਵਾਲ ਉਠਾ ਰਹੀ ਹੈ ਜਿਹੜੇ ਮੇਜਰ ਕੁਐਸਚਨ ਨੇ ਲੋਕਾਂ ਦੀ ਜ਼ਿੰਦਗੀ ਨਾਲ ਰਿਲੇਟਡ, ਤੇ ਨਾ ਚੀਫ ਮਿਨਿਸਟਰ ਨੂੰ ਤਾਂ ਠੀਕ ਹੈ ਇਹ, ਮੇਰਾ ਖਿਆਲ ਹੈ ਉਹਨੂੰ ਸੂਟ ਬੈਠਦਾ। ਇਹ ਵੀ ਇਹੋ ਜਿਹੀਆਂ ਗੱਲਾਂ ਕਰਨਗੇ ਜਦ ਉਹਨੂੰ ਕਟਹਿਰੇ 'ਚ ਖੜਾ ਹੀ ਨਹੀਂ ਕਰਦੇ, ਤੇ ਉਹ ਵੀ ਉਹਨੂੰ ਤਾਂ ਚੌਕਾ ਚੁਟਕੀ ਮਾਰੋ, ਆਪਣੀ ਗੱਲ ਕਹੋ। ਇੱਕ ਦਿਨ ਲੰਘ ਗਿਆ, ਕੱਲ ਨੂੰ ਫੇਰ ਇੱਕ ਟਵੀਟ ਕਰਾਂਗੇ, ਅਗਲਾ ਦਿਨ ਲੰਘ ਜਾਊਗਾ, 1.5 ਸਾਲ ਲੰਘ ਗਿਆ, ਦਿਨ ਲੰਘਦੇ ਜਾਣਗੇ ਉਸ ਪੱਧਰ ਦੇ ਉੱਤੇ।
ਕੀ ਰਿਸਪੌਂਸਿਬਲ ਜਿਹੜੀ ਆਪੋਜੀਸ਼ਨ ਹੈ, ਜ਼ਿੰਮੇਵਾਰ ਵਿਰੋਧੀ ਤੇ ਐਵੇਂ ਟ੍ਰੀਟ ਕਰਦੀ ਹੁੰਦੀ ਹੈ ਕਿ ਉਸ ਤਰੀਕੇ ਨਾਲ, ਬਲਕਿ ਇਹੋ ਜਿਹੇ ਮਾਹੌਲ ਦੇ ਵਿੱਚ ਇਹ ਤੇ ਧਰਨਾ ਕਿਉਂ ਨਹੀਂ ਦਿੰਦੇ ਮਤਲਬ ਕਾਂਗਰਸੀ ਆ ਕੇ ਕਿ ਚੀਫ ਮਿਨਿਸਟਰ ਬੋਲਦਾ ਕਿਉਂ ਨਹੀਂ ਹੈ, ਚੀਫ ਮਿਨਿਸਟਰ ਦਾ ਘਰ ਕਿਉਂ ਨਹੀਂ ਘੇਰਦੇ ਕਿ ਐਡਾ ਵੱਡਾ ਪੋਲੀਟੀਕਲ ਇਸ਼ੂ ਹੋ ਗਿਆ ਹੈ, ਕੰਟਰੀ ਤੇ ਬਾਕੀ ਦੇ ਲੋਕ ਬੋਲ ਰਹੇ ਨੇ, ਬਾਹਰ ਦੇ ਸਾਰੀ ਦੁਨੀਆ ਬੋਲ ਰਹੀ ਹੈ ਕੁਛ ਨਾ ਕੁਛ, ਤੁਸੀਂ ਕਿਉਂ ਨਹੀਂ ਬੋਲਦੇ ਜੀ? ਇੱਕ ਮੁੱਦੇ ਨੂੰ ਘੱਟੋ ਘੱਟ ਜਿਹੜੇ ਲੋਕ ਫੀਲ ਕਰ ਰਹੇ ਨੇ ਉਹਦੇ ਤੇ ਤਾਂ ਕੋਈ ਐਜੀਟੇਸ਼ਨ ਕਰੋ ਜੀ। ਉਸ ਮੁੱਦੇ ਤੇ ਨਾ ਅਕਾਲੀ ਦਲ, ਨਾ ਉਸ ਮੁੱਦੇ ਤੇ ਕਾਂਗਰਸ, ਨਾ ਕੋਈ ਹੋਰ ਧਿਰ ਜਿਹੜੇ ਮਜਬੂਰ ਕਰੇ ਚੀਫ ਮਿਨਿਸਟਰ ਨੂੰ ਕਿ ਤੂੰ ਕੁਝ ਤਾਂ ਕਹਿ, ਜੋ ਮਰਜ਼ੀ ਕਹਿਣਾ ਪਊਗਾ ਕਿਉਂਕਿ ਤੁਸੀਂ ਹੈਡ ਆਫ ਦੀ ਗਵਰਨਮੈਂਟ ਹੋ। ਹੁਣ ਤੇਰੇ ਇਹ ਪੇਕਾ ਘਰ ਹੈ ਉਹਨਾਂ ਪੰਜਾਬੀਆਂ ਦਾ ਜਿਹਨੂੰ ਕਿਹਾ ਜਾਂਦਾ ਕਿ ਪੰਜਾਬ ਪੇਕਾ ਘਰ ਹੁੰਦਾ ਜੀ, ਉਹਦੇ ਪ੍ਰਤੀ ਦੇਖਦੇ ਨੇ ਜਦੋਂ ਕੋਈ ਸੰਕਟ ਆਉਂਦਾ ਕਿਸੇ ਨਾ ਕਿਸੇ ਰੂਪ 'ਚ, ਤੁਸੀਂ ਖਾਮੋਸ਼ ਰਹੋਗੇ। ਨੌਨ ਇਸ਼ੂ ਤੇ ਡਿਬੇਟ ਕਰਨਾ ਮੇਰੇ ਖਿਆਲ ਸਾਡੇ ਪੋਲਿਟਿਕਸ ਦਾ ਮਿਜਾਜ ਬਣ ਗਿਆ, ਲੋਕਾਂ ਨੂੰ ਮੂਰਖ ਬਣਾਉਣਾ ਕਿਸੇ ਨਾ ਕਿਸੇ ਰੂਪ 'ਚ, ਤੁਹਾਡੇ ਮੁੱਦਿਆਂ ਦਾ ਟਾਈਮ ਖਾਣਾ, ਤੁਹਾਡੇ ਮੁੱਦਿਆਂ ਦੀ ਸਪੇਸ ਖਾਣਾ ਅਖਬਾਰਾਂ ਦੇ ਵਿੱਚ, ਇਹਨਾਂ ਦਾ ਇੱਕ ਅਨਰਿਟਨ ਸਮਝੌਤਾ ਹੋ ਗਿਆ ਸਾਰੀ ਪੋਲਿਟਿਕਸ ਦਾ ਕਿਸੇ ਨਾ ਕਿਸੇ ਰੂਪ। ਔਰ ਇਹ ਪੰਜਾਬੀਆਂ ਨੂੰ ਸੋਚਣਾ ਪਏਗਾ ਮੇਰੇ ਖਿਆਲ, ਇਸੇ ਕਰਕੇ ਪੰਜਾਬੀ ਇੱਕ ਪਾਸੇ ਖੜੇ ਨੇ ਤੇ ਪਾਰਟੀਆਂ ਦੂਜੇ ਪਾਸੇ ਖੜੀਆਂ ਨੇ। ਪੰਜਾਬ ਦਾ ਸੋਸ਼ਲ ਮੀਡੀਆ ਦੇਖ ਲਓ, ਜਿਹੜੇ ਲੋਕ ਵਰਤ ਰਹੇ ਨੇ, ਕੀ ਉਹ ਇਹਨਾਂ ਵਾਲੀਆਂ ਗੱਲਾਂ ਕਰ ਰਹੇ ਨੇ ਜਾਂ ਉਹ ਗੱਲਾਂ ਕੁਝ ਹੋਰ ਕਰ ਰਹੇ ਨੇ ਆਪਣੇ ਮੁੱਦਿਆਂ ਦੀਆਂ? ਪੰਜਾਬ ਦੀਆਂ ਸੱਥਾਂ ਜਾ ਕੇ ਗੱਲ ਕਰੋ, ਪੰਜਾਬ ਦੇ ਟੈਲੀਫੋਨ ਜਿਹੜੇ ਆ ਰਹੇ ਨੇ ਲੋਕਾਂ ਨੂੰ ਉਹਨਾਂ ਦੀ ਗੱਲ ਕਰੋ। ਇਟ ਮੀਨਸ ਕਿੰਨੀਆਂ ਕੱਟੀਆਂ ਹੋਈਆਂ ਪਾਰਟੀਆਂ ਨੇ, ਵੋਟ ਤਾਂ ਕਿਸੇ ਨੂੰ ਪਾਉਣੀ ਹੋਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪੰਜਾਬ ਦਾ ਵੱਡਾ ਦੁਖਾਂਤ ਇਹ ਹੈ ਕਿ ਲੋਕ ਤੇ ਪਾਰਟੀਆਂ ਜਿਵੇਂ ਮੈਚ ਹੁੰਦਾ ਆਪਸ ਚ, ਇੱਕ ਦੂਜੇ ਦੇ ਵਰਸਜ ਮੈਚ ਹੁੰਦਾ ਨਾ, ਤੇ ਉਵੇਂ ਖੜੀਆਂ ਆਪੋ ਆਪਸ ਗੱਲਾਂ ਕਰ ਰਹੀਆਂ ਨੇ, ਕਿਸੇ ਦਾ ਇੱਕ ਦੂਜੇ ਨਾਲ ਤਾਲਮੇਲ ਹੈ ਨਹੀਂ ਹੈ ਬਣਿਆ ਹੋਇਆ। ਇਸੇ ਲਈ ਇਹਨੂੰ ਬੌਧਿਕ ਕੰਗਾਲੀ ਕਹਿੰਦੇ ਨੇ, ਇਸੇ ਲਈ ਇਹਨੂੰ ਮਿਆਰੋਂ ਡਿੱਗੀ ਗੱਲ ਕਹਿੰਦੇ ਨੇ, ਮਿਆਰੋਂ ਡਿੱਗੀ ਪੋਲਿਟਿਕਸ, ਜਿਹੜੀ ਜਿਸ ਮਿਆਰ ਦੀ ਪੰਜਾਬ ਨੂੰ ਇਸ ਪੱਧਰ ਤੇ ਲੋੜ ਹੈ ਤੇ ਉਹ ਮਿਆਰ ਨਹੀਂ ਹੈ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ। ਸਭ ਤੋਂ ਬੜੀ ਚਿੰਤਾ ਦਾ ਕੁਐਸਚਨ ਇਹ ਹੈ। ਹਾਂ, ਜੇ ਤੁਸੀਂ ਪੋਲਿਟਿਕਸ ਦੀ ਵੀ ਗੱਲ ਕਰਨੀ ਹੈ ਉਦੋਂ ਵੱਡਾ ਸੋਚ ਲਓ। ਅੱਜ ਹੀ ਤੁਸੀਂ ਕਹਿ ਸਕਦੇ ਸੀਗੇ ਦੋਨੋਂ ਬੰਦੇ ਬੀਜੇਪੀ ਦੇ ਤਾਂ ਖਿਲਾਫ ਨੇ ਨਾ, ਇੰਡੀਆ ਅਲਾਈਅੰਸ ਦੇ ਵਿੱਚ ਜਾਓਗੇ ਤਾਂ ਵੀ ਦੋਨੋਂ ਤਾਂ ਇਕੱਠੇ ਲੜੋਗੇ। ਹੁਣ ਪੰਜਾਬ 'ਚ 13 ਲੜ ਰਹੀਆਂ ਨੇ, ਨਹੀਂ ਲੜ ਰਹੀਆਂ, ਇੱਕ ਅਲੱਗ ਗੱਲ ਹੈ। ਪਰ ਕੋਈ ਹੋਰ ਰੈਫਰੈਂਸ ਵੀ ਦਿੰਦਾ ਕਿ ਨਹੀਂ? ਕੋਈ ਰੈਫਰੈਂਸ ਨਹੀਂ ਦਿੰਦਾ। ਕੋਈ ਇਹ ਨਹੀਂ ਕਹਿੰਦਾ ਵੀ ਆਲ ਇੰਡੀਆ ਜਿਹੜੀ DMK ਹੈ ਉਹ ਮਤਲਬ ਬੀਜੇਪੀ ਤੋਂ ਆਫੀਸ਼ੀਅਲੀ ਕਿਨਾਰਾ ਕਰ ਗਈ ਹੈ, ਟੁੱਟ ਗਈ ਹੈ NDA। ਕਦੇ ਤੇ ਡਿਬੇਟ ਹੀ ਨਹੀਂ ਹੈ। NDA ਨਾਲੋਂ ਟੁੱਟ ਰਿਹਾ, ਪਹਿਲਾਂ ਸ਼ਿਵ ਸੈਨਾ ਟੁੱਟੀ, ਫਿਰ ਰਾਸ਼ਟਰੀ ਜਨਤਾ ਦਲ ਟੁੱਟਿਆ, ਫਿਰ ਅਕਾਲੀ ਦਲ ਵਾਪਸ ਆਇਆ, ਫਿਰ ਇਹ ਜਾ ਰਹੀ ਹੈ AIA DMK। ਤੁਸੀਂ ਡਿਸਕੋਰਸ ਪੰਜਾਬ ਦੇ ਵਿੱਚ ਨੈਰੇਟਿਵ ਇਹ ਖੜਾ ਕਰਨਾ ਜਿਹਦੇ ਨਾਲ ਲੜਾਈ, ਜਿਹਦੇ ਨਾਲ ਖਿਲਾਫ 24 ਲੜੋਗੇ, ਚਾਹੇ ਅੱਡ ਲੜੋਗੇ ਚਾਹੇ ਇਕੱਠੇ ਲੜੋਗੇ, ਜਾਂ ਤੁਸੀਂ ਨੈਰੇਟਿਵ ਉਹ ਖੜਾ ਕਰਨਾ ਹੈ ਜਿਹੜੇ ਚ ਕਿਸੇ ਤੀਜੇ ਨੂੰ ਫਾਇਦਾ ਹੁੰਦਾ ਜਿਹੜੀਆਂ ਗੱਲਾਂ ਦੇ ਵਿੱਚ ਮਾਰ ਕੇ। ਤਾਂ ਕਿਤੇ ਨਾ ਕਿਤੇ ਦੋ ਸੰਕੇਤ ਮਿਲਦੇ ਨੇ। ਇਹਨਾਂ ਨੇ ਬਾਜਵਾ ਨੂੰ ਕਹਿਤਾ ਭਾਜਪਾ ਬ੍ਰੈਕਟ 'ਚ ਲਿਖਤਾ, ਇਨਡਾਇਰੈਕਟਲੀ ਇਹੀ ਹੈ ਨਾ, ਭਾਜਪਾ ਨੂੰ ਫਾਇਦਾ ਦੇ ਰਹੇ ਹੋ। ਉਹਨਾਂ ਨੇ ਸ਼ਾਹ ਲਿਖਤਾ ਬ੍ਰੈਕਟ 'ਚ, ਇਹਦਾ ਮਤਲਬ ਤੁਸੀਂ ਅਮਿਤ ਸ਼ਾਹ ਦਾ ਕੋਈ ਇਸ਼ਾਰੇ ਤੇ ਚੱਲ ਰਹੇ ਹੋ। ਕਿਤੇ ਨਾ ਕਿਤੇ ਦੋਨੋਂ ਹੈ ਤਾਂ ਦੋਨੋਂ ਇਹੀ ਕਹਿ ਰਹੇ ਨੇ ਨਾ ਇੱਕ ਦੂਜੇ ਨੂੰ। ਜੇ ਦੋਨਾਂ ਦੀ ਲੜਾਈ ਇਹੀ ਹੈ ਸੰਕੇਤਾਂ ਦੇ ਵਿੱਚ ਵੀ, ਜੇ ਸੰਕੇਤਾਂ ਦੇ ਮਾਅਨੇ ਵੀ ਲੈਣੇ ਹੋਣ, ਇਹਦਾ ਮਤਲਬ ਪ੍ਰੈਕਟੀਕਲੀ ਤੁਸੀਂ ਰੀਅਲ ਸੈਂਸ 'ਚ ਉਹੀ ਕਰ ਰਹੇ ਹੋ। ਦੋਨਾਂ ਦੀ ਤਰਫਦਾਰੀ ਹੋ ਰਹੀ ਹੈ ਇਨਡਾਇਰੈਕਟਲੀ ਜਿਸ ਵੀ ਮਾਮਲੇ ਦੇ ਵਿੱਚ। 24 ਦੀਆਂ ਵੋਟਾਂ ਦੇ ਮਾਮਲੇ ਵਿੱਚ ਜਿਹੜਾ ਜ਼ੋਰ ਇੰਡੀਆ ਅਲਾਈਅੰਸ ਦਾ ਲੱਗਿਆ ਹੋਇਆ ਹੈ, ਤੁਸੀਂ ਦੋਨੋਂ ਰਲ ਕੇ, ਚਾਹੇ ਤੁਸੀਂ ਉਹਨੂੰ ਇਹ ਕਹੀ ਜਾਓ ਆਪਣੀ ਹਾਈ ਕਮਾਂਡ ਨੂੰ ਪੁੱਛ, ਚਾਹੇ ਉਹ ਕਹੀ ਜਾਵੇ ਕੇਜਰੀਵਾਲ ਦੀ ਚੱਲਦੀ ਹੈ ਜਾਂ ਉਹਦੇ ਕੋਲ ਨਹੀਂ ਰਿਹਾ ਤੂੰ ਪੁੱਛ ਲੈਣਾ ਬਾਅਦ ਦੇ ਵਿੱਚ, ਪਰ ਤੁਹਾਡੀ ਇਹ ਡਿਬੇਟ ਜਿਹੜੀ ਹੈ ਇਹ ਬਿਨਾਂ ਸ਼ੱਕ ਇੰਡੀਆ ਅਲਾਈਅੰਸ ਦੇ ਖਿਲਾਫ ਜਾ ਰਹੀ ਹੈ, ਦੋਨਾਂ ਦੀ ਉਸ ਪੱਧਰ ਦੇ ਉੱਤੇ ਬਿਨਾਂ ਸ਼ੱਕ ਸੱਤਾਧਾਰੀ ਧਿਰ ਦੇ ਫੇਵਰ 'ਚ ਜਾ ਰਹੀ ਹੈ ਓਵਰਆਲ ਕੰਟਰੀ ਦੇ ਵਿੱਚ। ਔਰ ਚਾਹੇ ਤੁਸੀਂ ਟਰੂਡੋ ਦੇ ਮਾਮਲੇ 'ਚ ਚੁੱਪ ਹੋ, ਜਿਹੜੇ ਇਹ ਸਾਰੇ ਘਟਨਾਕ੍ਰਮ ਵਾਪਰ ਰਹੀ ਹੈ, ਜਾਂ ਭਾਰਤ ਤੇ ਟਰੂਡੋ ਦਾ ਜਿਹੜਾ ਮਾਮਲਾ ਹੈ, ਚਾਹੇ ਤੁਸੀਂ ਇਸ ਪੋਲੀਟੀਕਲ ਡਿਬੇਟ 'ਚ ਚੁੱਪ ਹੋ, ਆਪਸਦਾਰੀ ਦੇ ਵਿੱਚ ਤੁਸੀਂ ਸੇਵਾ ਪੰਜਾਬ ਦੀ ਨਹੀਂ ਕਰ ਰਹੇ, ਪੰਜਾਬ ਦੇ ਲੋਕਾਂ ਦੀ ਨਹੀਂ ਕਰ ਰਹੇ, ਜਾਂ ਇਨਡਾਇਰੈਕਟਲੀ ਇਹ ਵੀ ਕਹੋ ਪੂਰੇ ਕੰਟਰੀ ਦੀ ਨਹੀਂ ਕਰ ਰਹੇ, ਆਪਣੀਆਂ ਨਿੱਜੀ ਰੋਟੀਆਂ ਸੇਕਣ ਦੇ ਵਾਸਤੇ ਮਿਆਰੋਂ ਹੇਠਲੀ ਸ਼ਬਦਾਵਲੀ ਦੇ ਵਿੱਚ ਇੱਕ ਕੋਸ਼ਿਸ਼ ਕਰ ਰਹੇ ਹੋ। ਅੱਗੋਂ ਤੁਹਾਨੂੰ ਦੇਖ ਕੇ ਦਾ ਮਤਲਬ ਪੰਜਾਬ ਦੇ ਲੋਕ ਫਿਰ ਹੋਰ ਕਾਲੀ ਗਲੋਚ ਤੇ ਉਤਰ ਆਉਣਗੇ ਹੇਠਾਂ। ਇੱਥੇ ਤੱਕ ਦਾ ਮਿਆਰ ਨਾ ਸਿਰਜੋ, ਤੁਸੀਂ ਰੋਲ ਮਾਡਲ ਹੋ, ਵੱਡੇ ਲੀਡਰ ਹੋ, ਬਾਰ-ਬਾਰ ਆਉਂਦੇ ਹੋ, ਲੋਕ ਤੁਹਾਨੂੰ ਦੇਖਦੇ ਨੇ, ਸੁਣਦੇ ਨੇ, ਤੁਹਾਡੇ ਨਾਲ ਮਤਲਬ ਕੋਸ਼ਿਸ਼ ਕਰਦੇ ਨੇ ਤੁਹਾਡੇ ਵਰਗਾ ਬਣਨ ਦੀ। ਇਹ ਤੁਸੀਂ ਤੈਅ ਕਰਨਾ ਕਿ ਤੁਸੀਂ ਰੋਲ ਮਾਡਲ ਦਾ ਰੋਲ ਪਲੇ ਕਰਨਾ, ਜਾਂ ਇੱਕ ਕੁਰਸੀ ਤੇ ਬੈਠ ਕੇ 5-5 ਸਾਲ ਬੰਦੇ ਆਏ ਸੀ ਕਿਰ ਗਏ, ਇਤਿਹਾਸ ਦੇ ਡਸਟਬਿਨ 'ਚ ਸੁੱਟ ਦਿੱਤੇ ਗਏ ਨੇ, ਉਹ ਰੋਲ ਪਲੇ ਕਰਨਾ। ਸਰਦਾਰ ਹਰਮੀਤ ਸਿੰਘ ਜੀ ਨੇ ਬਹੁਤ 3-4 ਅਹਿਮ ਨੁਕਤੇ ਉਠਾਏ ਨੇ। ਸਰਦਾਰ ਜਗਤਾਰ ਸਿੰਘ ਜੀ, ਸਭ ਤੋਂ ਵੱਡਾ ਸਵਾਲ ਜਿਹੜਾ ਉਹ ਇਹ ਹੈ ਕਿ ਦੋਨੇ ਧਿਰਾਂ ਦੇ ਉੱਤੇ ਇਹ ਇਲਜ਼ਾਮ ਆਮ ਤੌਰ ਤੇ ਸਾਡੇ ਇਸ ਖਿੱਤੇ ਜਿਹਨੂੰ ਬਾਰਡਰ ਦਾ ਏਰੀਆ ਸਾਰਾ
ਸੈਂਸਿਟਿਵ ਏਰੀਆ ਮੰਨਿਆ ਜਾਂਦਾ। ਇਹਦੇ ਮੁੱਖ ਮੰਤਰੀਆਂ ਦੀ ਕੇਂਦਰੀ ਸੱਤਾ ਨਾਲ ਸਾਂਝ ਬੜੀ ਹਮੇਸ਼ਾ ਤੋਂ ਪਪੂਲਰ ਰਹੀ ਹੈ ਕਿ ਪਾਰਟੀ ਕਿਸੇ 'ਚ ਵੀ ਹੋਣ ਕਹਿੰਦੇ ਜੀ ਇਹ ਕੇਂਦਰੀ ਸੱਤਾ ਦੇ ਬੜੇ ਨੇੜੇ ਆ ਜੀ। ਸੋ ਭਗਵੰਤ ਮਾਨ ਦੇ ਉੱਤੇ ਬਾਜਵਾ ਦਾ ਇਹ ਦੋਸ਼, ਤੇ ਬਾਜਵਾ ਉਹਨਾਂ ਦਿਨਾਂ 'ਚ ਜਦੋਂ ਕਿਸਾਨੀ ਮੂਵਮੈਂਟ ਚੱਲਦੀ ਸੀ ਉਹਨਾਂ ਦਿਨਾਂ ਦੇ ਵਿੱਚ ਅਮਰਿੰਦਰ ਸਿੰਘ ਦੀ ਰਜੀਮ ਦੇ ਵਿੱਚ ਬਾਜਵਾ ਤੇ ਦੋਸ਼ ਲੱਗਦੇ ਸੀ ਕਿ ਇਹਨਾਂ ਨੂੰ Z+ ਜਾਂ ਬਾਕੀ ਸਿਕਿਉਰਿਟੀਜ਼, ਅਮਿਤ ਸ਼ਾਹ ਦਾ ਨਾਂ ਦੋਨਾਂ ਮਾਮਲਿਆਂ 'ਚ ਹੀ ਵੱਜਦਾ ਰਿਹਾ। ਜਿਵੇਂ ਸਰਦਾਰ ਹਰਮੀਤ ਸਿੰਘ ਨੇ ਕਿਹਾ, ਅੱਜ ਜਦੋਂ ਉਹ ਇੱਥੇ ਸੀਗੇ ਤਾਂ ਜਾਖੜ ਸਾਹਿਬ ਆਪਣੀ ਟੀਮ ਨਾਲ ਉਹਨਾਂ ਦਾ ਸਵਾਗਤ ਕਰਦੇ ਨੇ ਅਮਿਤ ਸ਼ਾਹ ਜੀ ਦਾ। ਉਸ ਤੋਂ ਇਲਾਵਾ ਇੱਕ ਹੋਰ ਬੜਾ ਸੋਹਣਾ ਮੰਜ਼ਰ ਦੇਖਣ ਨੂੰ ਮਿਲਿਆ ਸੀ, ਗੈਰ ਰਸਮੀ ਗੱਲਬਾਤ ਕਰ ਰਹੇ ਸੀ ਮੈਂ ਤੇ ਸਰਦਾਰ ਹਰਮੀਤ ਸਿੰਘ ਜੀ, ਕਿ ਫੁਲਕਾਰੀ ਤਾਣ ਕੇ ਸਾਡੇ ਮੁੱਖ ਮੰਤਰੀ ਨੂੰ ਕੈਂਠਾ ਪਹਿਨਾ ਕੇ ਭੰਗੜੇ ਢੋਲ ਦੀ ਮਤਲਬ ਡਗੇ ਦੇ ਉੱਤੇ ਲਿਆਂਦਾ ਗਿਆ। ਸਾਡੇ ਚੀਫ ਸੈਕਟਰੀ ਅਨੁਰਾਗ ਵਰਮਾ ਦੇ ਗਲ 'ਚ ਵੀ ਕੈਂਠਾ ਪਾਇਆ ਗਿਆ, ਮੈਂ ਦੇਖ ਰਿਹਾ ਸੀਗਾ। ਸੋ ਇਹ ਆਪਣੇ ਆਪਣੇ ਤੌਰ ਤਰੀਕੇ ਨੇ। ਗੱਲ ਮਿਆਰਾਂ ਦੀ ਹੋ ਰਹੀ ਹੈ, ਜਦੋਂ ਸਿਆਸਤ ਦੇ ਮਿਆਰਾਂ ਦੀ ਸਰਦਾਰ ਜਗਤਾਰ ਸਿੰਘ ਜੀ, ਤਾਂ ਇੱਕ ਮਿਆਰ ਹੋਰ ਮੁੱਦਾ ਬਚਿਆ, ਇੱਕ ਹੋਰ ਡੈਂਟ ਵੱਡਾ ਪਿਆ। ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਿਹੜੀ FIR ਹੋਈ ਆ, ਉਹਦੇ ਜਿਹੜੇ ਤੱਥ ਦਿੱਤੇ ਗਏ ਨੇ, ਕੱਲ ਨੂੰ ਸਾਬਤ ਕੀ ਹੁੰਦੇ ਅਲੱਗ ਗੱਲ ਆ। ਔਰ ਮਨਪ੍ਰੀਤ ਸਿੰਘ ਬਾਦਲ ਦਾ ਫੇਸ ਕਰਨ ਦੀ ਬਜਾਏ ਜਿਸ ਤਰ੍ਹਾਂ ਦੀ ਸਿਚੁਏਸ਼ਨ ਦਿਖਾਈ ਜਾ ਰਹੀ ਆ, LOC ਜਾਰੀ ਹੋਣਾ ਭਾਵੇਂ ਠੀਕ ਹੈ, ਉਹ ਐਕਸਰਸਾਈਜ਼ ਕਰਨਗੇ ਆਪਣੇ ਕਾਨੂੰਨੀ ਪ੍ਰਾਵਧਾਨ ਸਾਰੇ, ਉਹ ਸੁਪਰੀਮ ਕੋਰਟ ਤੱਕ ਵੀ ਜ਼ਮਾਨਤ ਲਈ ਜਾਣਗੇ। ਪਰ ਜਿਹੜੇ ਇਲਜ਼ਾਮ ਲੱਗੇ ਕਿ 65 ਲੱਖ ਰੁਪਈਆ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਗਿਆ, ਕਮਰਸ਼ੀਅਲ ਪਲਾਟ ਨੂੰ ਰੈਜ਼ੀਡੈਂਸ਼ੀਅਲ ਕਰ ਲਿਆ ਗਿਆ, ਫਿਰ ਉਹਦੇ ਵਿੱਚ ਝੂਠੀਆਂ ਜੀਆਂ ਬੋਲੀਆਂ ਦਿੱਤੀਆਂ ਗਈਆਂ, ਪੈਸੇ ਜਿੱਦਾਂ ਜਮ੍ਹਾਂ ਹੋਏ, ਇੱਕ ਡਿਜੀਟਲ ਸਾਈਨਾਂ ਦਾ ਜ਼ਿਕਰ ਹੋ ਰਿਹਾ ਵੀ ਕੋਈ ਔਰਤ ਅਫਸਰ ਬਦਲ ਗਈ ਸੀ, ਉਹਦੇ ਸਾਲ ਬਾਅਦ ਉਹੀ ਵਰਤੇ ਗਏ। ਮਤਲਬ ਸਾਰੀ ਜਿਹੜੀ ਰੌਲੇ ਰੱਪੇ 'ਚ ਭਾਵੇਂ ਕਿਸੇ ਅਫਸਰ ਦਾ ਰੋਲ ਹੋਵੇ, ਫਾਇਦਾ ਅਲਟੀਮੇਟਲੀ ਜਿਹੜਾ ਵਾ ਉਹ ਮਨਪ੍ਰੀਤ ਸਿੰਘ ਬਾਦਲ ਨੂੰ, ਮਤਲਬ ਆਪਾਂ ਕਥਿਤ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ ਕਹਿ ਸਕਦੇ ਆ। ਸੋ ਮਿਆਰ ਉਹ ਜਿਹੜਾ ਬੰਦਾ ਲਗਾਤਾਰ ਦਾਅਵਾ ਕਰਦਾ ਸੀ ਕਿ ਮੇਰੇ ਤੋਂ ਵੱਧ ਓਨੈਸਟ ਕੌਣ ਹੈ ਇਸ ਖਿੱਤੇ ਦੇ ਹਿੱਤਾਂ ਲਈ, ਮੈਂ ਵਰਨ ਤੱਕ ਜਾ ਰਿਹਾ। ਪੀਪਲਸ ਪਾਰਟੀ ਆਫ ਪੰਜਾਬ ਦੇ ਵੇਲੇ ਮਨਪ੍ਰੀਤ ਸਿੰਘ ਦੇ ਦਾਅਵੇ, ਉਹਦੇ ਅੱਖਾਂ 'ਚ ਅੱਥਰੂ ਆ ਜਾਂਦੇ ਸੀ, ਗਲਾ ਭਰ ਜਾਂਦਾ ਸੀ ਇਸ ਖਿੱਤੇ ਨਾਲ ਮੁਹੱਬਤ ਨੂੰ ਲੈ ਕੇ ਔਰ ਇਮਾਨਦਾਰੀ ਨੂੰ ਲੈ ਕੇ। ਸੋ ਇਹ ਵੀ ਇੱਕ ਡੈਂਟ ਪਿਆ ਅੱਜ। ਬਈ ਮੈਂ ਪਹਿਲਾਂ ਥੋੜੀ ਜੀ ਗੱਲ ਸਰਦਾਰ ਹਰਮੀਤ ਸਿੰਘ ਹੋਰਾਂ ਵਾਲੀ, ਜਿਹੜੇ ਇਹਨਾਂ ਨੇ ਕਿਹਾ ਵੀ ਰੋਲ ਮਾਡਲ ਇਹ ਹੈਗੇ ਆ, ਉਹ ਮੈਨੂੰ ਇੰਟਰਸਟਿੰਗ ਲੱਗੀ ਹੈ। ਕਿਉਂਕਿ ਮੇਰੀ ਥੋੜੀ ਜਿਹੀ ਪਰਸੈਪਸ਼ਨ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਬੰਦੇ ਰੋਲ ਮਾਡਲ ਬਣਦੇ ਰਹੇ ਹੈ। ਮੈਂ ਪਿਛਲੇ 50 ਸਾਲ ਦੀ ਹੀ ਗੱਲ ਕਰ ਲੈ, ਜ਼ਿਆਦਾ ਨਹੀਂ ਕਰਦੇ, 40 ਸਾਲ ਦੀ ਕਰ ਲੈਨੇ ਆਪਾਂ। ਮੇਰੇ ਖਿਆਲ ਦੇ ਵਿੱਚ ਹਮੀਰ ਸਿੰਘ ਹੋਰੀ ਮੇਰੇ ਨਾਲ ਸ਼ਾਇਦ ਐਗਰੀ ਨਾ ਕਰਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਕਿਸੇ ਦੀ ਕੈਪੈਸਿਟੀ ਰਹੀ ਨਹੀਂ ਰੋਲ ਮਾਡਲ ਬਣਨ ਦੀ। ਉਹ ਚੰਗੇ ਸੀ ਮਾੜੇ ਸੀ, ਤੁਸੀਂ ਉਹਨਾਂ ਦੇ ਸਿਆਸਤ ਨਾਲ ਐਗਰੀ ਕਰੋ ਨਾ ਕਰੋ, ਉਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਜਦੋਂ ਹੁੰਦਾ ਨਾ ਰੋਲ ਮਾਡਲ ਬਣਨ ਦੀ ਗੱਲ, ਤੇ ਮੇਰਾ ਖਿਆਲ ਹੈ ਉਸ ਤੋਂ ਬਾਅਦ ਕੋਈ ਲੀਡਰ ਐਸਾ ਉੱਠਿਆ ਨਹੀਂ ਕਿ ਜਿਹੜਾ ਕਿ ਰੋਲ ਮਾਡਲ ਬਣਨ ਦੀ ਕੈਪੈਸਿਟੀ ਰੱਖਦਾ ਹੋਵੇ। ਇਹ ਸਟੇਜੀ ਕਲਾਕਾਰ ਹੈਗੇ ਸਾਰੇ, ਤੇ ਸਟੇਜੀ ਕਲਾਕਾਰ ਬਹੁਤੇ ਰੋਲ ਮਾਡਲ ਨਹੀਂ ਹੁੰਦੇ। ਹੁਣ ਆਪਾਂ ਅਗਲੀ ਗੱਲ ਕਰਦੇ ਤੇ ਹਮੀਰ ਜੀ, ਕੋਈ ਨਹੀਂ ਇਹਦੇ ਚ ਥੋੜੀ ਜਿਹੀ ਬਹਿਸ ਵਿੱਚ ਆਪਾਂ ਕਰ ਵੀ ਲਾਂਗੇ ਥੋੜੀ ਜਿਹੀ, ਤੇ ਅੱਗੇ ਤੋਰਨੀ ਹੋਈ ਤਾਂ ਗੱਲ ਤੋਰ ਲਾਂਗੇ। ਜੇ ਕਰਨੀ ਤਾਂ ਸਰਦਾਰ ਹਮੀਰ ਸਿੰਘ ਜੀ ਟਿੱਪਣੀ ਦਿਓ ਤੁਸੀਂ, ਵੈਸੇ ਇਹ ਵੀ ਬਹਿਸ ਰਾਜਕ ਹੈ। ਨਹੀਂ, ਉਹ ਮੈਨੂੰ ਚੰਗੀ ਲੱਗੀ, ਮੈਂ ਕਿਹਾ ਵੀ ਇਹ ਤੇ ਟਿੱਪਣੀ ਕੀਤੀ ਜਾ ਸਕਦੀ ਹੈ। ਬਿਲਕੁਲ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਰੋਲ ਮਾਡਲ ਵੀ ਐਬਸੋਲਿਊਟ ਟਰਮ ਚ ਕੋਈ ਇੱਕ ਨਹੀਂ ਹੁੰਦਾ। ਬਹੁਤ ਸਾਰੇ ਬੰਦੇ ਹਰ ਬੰਦਿਆਂ ਤੋਂ ਪ੍ਰਭਾਵਿਤ ਹੁੰਦੇ ਨੇ, ਕੋਈ ਕਿਸੇ ਅਕੈਡਮਿਸ਼ਨ ਤੋਂ ਪ੍ਰਭਾਵਿਤ ਹੁੰਦਾ, ਉਹ ਰੋਲ ਮਾਡਲ ਹੈ, ਕੋਈ ਕਿਸੇ ਔਰ ਆਫਟਰ ਆਲ ਇੰਨੇ ਲੋਕਾਂ ਨੂੰ ਇਹ ਪ੍ਰਭਾਵਿਤ ਕਰਦੇ ਨੇ, ਇੰਨੇ ਲੋਕ ਇਹਨਾਂ ਵਰਗੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਨੇ, ਇਹਨਾਂ ਵਾਂਗ ਜ਼ੁਬਾਨ ਬੋਲਣੀ ਸ਼ੁਰੂ ਕਰ ਦਿੰਦੇ ਨੇ, ਇਹਨਾਂ ਵਾਂਗ ਬਾਕੀ ਚੀਜ਼ਾਂ ਸ਼ੁਰੂ ਕਰ ਦਿੰਦੇ ਨੇ। ਉਹ ਵੀ ਬੰਦੇ ਦੇ ਜਿਹੜੀਆਂ ਇਹ ਚੀਜ਼ਾਂ ਨੇ, ਉਹ ਵੀ ਰੋਲ ਮਾਡਲ ਦਾ ਹੀ ਰੂਪ ਹੁੰਦਾ ਇੱਕ। ਐਂ ਨਹੀਂ ਕਿ ਹੋਲੀ ਸੋਲੀ, ਹਾਂ ਸਾਡੇ ਕੰਟਰੀ ਦੇ ਵਿੱਚ ਜਾਂ ਪੰਜਾਬੀਆਂ ਨੂੰ ਖਾਸ ਤੌਰ ਤੇ ਇੱਕ ਮਤਲਬ ਸੁਭਾਅ ਕਹੋ ਜਾਂ ਆਦਤ ਕਹੋ ਕਿ ਅਸੀਂ ਜਿਹੜਾ ਬੰਦਾ ਮਤਲਬ ਚਲਾ ਜਾਂਦਾ ਹੈ ਮੌਤ ਤੋਂ ਬਾਅਦ, ਉਹ ਬੰਦੇ ਨੂੰ ਅਸੀਂ ਸਿੰਬਲ ਗਿਣਦੇ ਹਾਂ ਉਸ ਪੱਧਰ ਦੇ ਉੱਤੇ। ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਭਿੰਡਰਾਂਵਾਲੇ ਜਿਹੜਾ ਮਰ ਗਿਆ। ਪਰ ਮੈਂ ਇਹ ਕਹਿੰਦਾ ਕਿ ਜਿਹੜਾ ਬੰਦਾ ਬਾਬਾ ਸੋਹਣ ਸਿੰਘ ਭਕਨਾ ਵਾਂਗ ਪਾਰਟੀ ਬਣਾਉਂਦਾ, ਪਹਿਲਾ ਪ੍ਰੈਜ਼ੀਡੈਂਟ ਹੁੰਦਾ, ਆਜ਼ਾਦ ਭਾਰਤ ਦੀਆਂ ਜੇਲ੍ਹਾਂ 'ਚ ਵੀ ਆ ਕੇ ਕੁੱਬ ਪੈ ਜਾਂਦਾ ਹੈ, ਤਾਂ ਉਮਰ ਹੋ ਸਕਦਾ ਨੌਜਵਾਨੀ 'ਚ ਤਾਂ ਜੇ ਹੋਰ ਮੌਕਾ ਮਿਲਦਾ 20-30 ਸਾਲ ਕਿਸੇ ਨੂੰ ਜਿਉਣ ਦਾ, ਉਹ ਰੋਲ ਮਾਡਲ ਦਾ ਉੱਥੇ ਤੱਕ ਕਿਰਦਾਰ ਰਹਿ ਸਕਦਾ ਸੀ ਜਾਂ ਨਹੀਂ, ਜਾਂ ਡੋਲ ਜਾਂਦਾ। ਤੇ ਜਿਹੜਾ ਬੰਦਾ ਤਾਂ ਉਮਰ ਨਹੀਂ ਡੋਲਦਾ, ਅਸੀਂ ਉਹਨਾਂ ਨੂੰ ਰੋਲ ਮਾਡਲ ਨਹੀਂ ਲੈ ਰਹੇ। ਇਹ ਸਾਡੀ ਕਿਤੇ ਦ੍ਰਿਸ਼ਟੀ 'ਚ ਕਿਤੇ ਨਾ ਕਿਤੇ ਪ੍ਰੋਬਲਮ ਮੈਨੂੰ ਲੱਗ ਰਹੀ ਹੈ। ਇਸੇ ਕਰਕੇ ਲੋਕ ਫਿਰ ਉਹ ਬਣਨ ਦੀ ਟਰਾਈ ਨਹੀਂ ਕਰਦੇ ਕਿ ਜਿਹੜੇ ਵੈਲਿਊ ਸਿਸਟਮ ਨਾਲ ਜੀਵਨ ਕਿਵੇਂ ਜਿਉਣਾ ਹੁੰਦਾ। ਅਸੀਂ ਤਟਫਟ ਟਰਾਈ ਕਰਦੇ ਆ, ਫਿਰ ਵੀ ਜਾਂ ਤਾਂ ਸ਼ਹੀਦੀ ਨੂੰ ਪ੍ਰਾਪਤ ਹੋਵੋ
ਨਹੀਂ ਫਿਰ ਠੀਕ ਹੈ ਜੀ, ਜ਼ਿੰਦਗੀ 'ਚ ਉਸ ਲੈਵਲ ਦਾ ਜਿਹੜਾ ਕੰਮ ਚੱਲਦਾ ਉਸ ਲਈ, ਇਸ ਲਈ ਇਹ ਵੀ ਇੱਕ ਡਿਸਕਸ਼ਨ ਦੇ ਕੁਐਸਚਨ ਨੇ ਓਵਰਆਲ ਮੇਰੇ ਖਿਆਲ ਨਾਲ ਲੰਮੇ ਸਮੇਂ 'ਚ, ਕਿ ਰੋਲ ਮਾਡਲ ਦਾ ਮਤਲਬ ਕੀ ਹੈ, ਕਿ ਜਿੰਦਾ ਲੋਕ ਉਸ ਲੈਵਲ ਤੇ ਵੀ ਬਣ ਸਕਦੇ ਨੇ, ਜਾਂ ਸ਼ਹੀਦੀ ਤੋਂ ਬਾਅਦ ਹੀ ਫਿਰ ਪਰਮਾਨੈਂਟ ਹੀ ਕਿਸੇ ਨੂੰ ਰੋਲ ਮਾਡਲ ਮੰਨ ਲਿਆ ਜਾਏ। ਇਹ ਗੱਲਾਂ ਮੇਰੇ ਖਿਆਲ ਹੈ ਪੰਜਾਬੀ ਮਿਜਾਜ 'ਚ ਮਰਨ ਤੋਂ ਬਾਅਦ ਰੋਲ ਮਾਡਲ ਮੰਨਣ ਨੂੰ ਬਹੁਤ ਬੜਾ ਇੱਕ ਮੰਨਿਆ ਜਾਂਦੀ ਚੀਜ਼ ਹੈ। ਮੈਨੂੰ ਲੱਗਦਾ ਮੇਰੀ ਉਹਦੇ ਨਾਲ ਸਹਿਮਤੀ ਉਸ ਤਰ੍ਹਾਂ ਨਹੀਂ ਹੈ। ਮੈਂ ਕਹਿੰਦਾ ਲੋਕ ਉਹ ਜ਼ਿਆਦਾ ਔਖੇ ਹੁੰਦੇ ਨੇ, ਉਹ ਜ਼ਿਆਦਾ ਸਕਸੈਸਫੁਲ, ਜ਼ਿਆਦਾ ਕਾਰਗਰ ਬੰਦੇ ਸੋਸਾਇਟੀ ਲਈ, ਜਿਹੜੇ ਬੰਦੇ ਲਗਾਤਾਰ ਤਾਉਮਰ ਵੈਲਿਊ ਸਿਸਟਮ ਕ੍ਰੀਏਟ ਕਰਕੇ ਲਾਈਫ ਜਿਉ ਕੇ ਦਿਖਾਉਂਦੇ ਨੇ तमाम ਹਾਰਡਸ਼ਿਪਸ ਦੇ ਬਾਵਜੂਦ। ਜੀ ਜੀ ਬਿਲਕੁਲ ਬਿਲकुल ਠੀਕ ਹੈ, ਬਿਲकुल ਆਪਣੇ ਆਪਣੇ ਵਿਊਜ਼ ਹੈਗੇ, ਚੰਗੀ ਗੱਲ ਹੈ, ਤੇ ਆਪਾਂ ਗੱਲ ਕਰ ਰਹੇ ਹਾਂ ਬੈਠੇ। ਵੈਸੇ ਸਰ ਸੁਖਬੀਰ ਸਿੰਘ ਬਾਦਲ ਵੀ ਰੋਲ ਮਾਡਲ ਰਹੇ ਹੈ। ਦੇਖੋ ਜੋ ਕੋਈ ਗੱਡੀ ਨਵੀਂ ਲੈਂਦੇ ਸੀ ਨਾ, ਤੇ ਉਹਨਾਂ ਦੇ 4-5 ਸਾਥੀ ਇਹੋ ਜਿਹੀ ਗੱਡੀ ਲੈ ਲੈਂਦੇ ਸੀਗੇ, ਕਿਉਂਕਿ ਉਹ ਆਪਣੀ ਗੱਡੀ 'ਚ ਬਹਾ ਕੇ ਉਹਨਾਂ ਨੂੰ ਤੋਰੇ ਫਿਰਨਾ। ਉਹ ਜੇ ਇਹਨਾਂ ਨੇ ਆਪਣੇ ਇਹ ਜੈਕਟ ਪਾਉਣੀ ਸ਼ੁਰੂ ਕੀਤੀ ਸੀ ਇਹਨਾਂ ਨੇ, ਤੇ ਬਾਕੀ ਸਾਥੀਆਂ ਨੇ ਵੀ ਫਿਰ ਉਹ ਕਹਿੰਦੇ ਵੀ ਮੈਂ ਲੁਧਿਆਣੇ ਬਣਵਾਉਣਾ ਸਪੈਸ਼ਲ, ਤੇ ਉਹਨਾਂ ਨੇ ਉੱਥੋਂ ਬਣਵਾਉਣੀ ਸ਼ੁਰੂ ਕਰਤੀ। ਰੋਲ ਮਾਡਲ ਰਹੇ ਇਸ ਤੱਕ ਦੇ ਵਿੱਚ। ਚਲੋ ਆਪਾਂ ਗੱਲ ਅੱਗੇ ਤੋਰਦੇ ਐਡ ਕਰ ਲਈਏ, ਮੁਕਤਸਰੀ ਕੁੜਤੇ ਪਜਾਮੇ ਸਾਰਾ ਕੁਝ ਹੀ ਹੁੰਦਾ। ਤੇ ਜੇ ਪੰਜਾਬ ਵਿਧਾਨ ਸਭਾ ਦੇ ਬਾਹਰ ਦੇਖ ਲਓ ਜਿਸ ਲੈਵਲ ਦੀਆਂ ਗੱਡੀਆਂ ਖੜੀਆਂ ਨੇ, ਉਹ ਕਹਿੰਦੇ ਪੰਜਾਬ ਨੂੰ ਕੀ ਹੋਇਆ, ਐਵੇਂ ਕਹੀ ਜਾਂਦੇ ਉਹ ਕਰਜ਼ਾਈ ਹੈ, ਐਵੇਂ ਕਹੀ ਜਾਂਦੇ ਕਿਸਾਨ ਫਲਾਨਾ ਕਰਦਾ। ਤੇ ਦੇਖਦੇ ਸਰ ਤੁਸੀਂ ਇਸ ਗੱਲ ਤੇ ਜਾਓ, ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ, ਉਹਦੇ ਵਿੱਚ ਜਦੋਂ ਅਮਰਿੰਦਰ ਸਿੰਘ ਜਿਹੜੇ ਰੰਗ ਦੀ ਪੱਗ ਬੰਨ੍ਹਦੇ ਸੀ, ਸਾਰੇ ਕਾਂਗਰਸੀ ਉਸ ਦਿਨ ਉਸੇ ਰੰਗ ਦੀ ਪੱਗ 'ਚ ਸੱਜੇ ਹੁੰਦੇ ਸੀ। ਮੈਂ ਪੰਜਾਬ ਦੇ ਵਿੱਚ ਜਿਹੜੇ ਇਹ ਜਿੰਨੇ ਰੰਗਾਂ ਦੀ ਪੱਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੰਟਰੋਡਿਊਸ ਕੀਤੀ ਹੈ, ਕਿਸੇ ਨੇ ਨਹੀਂ ਕੀਤੀ। ਉਹ ਇਸ ਕੰਮ ਵਾਸਤੇ ਨੋਨ ਹੈ, ਉਹ ਪੱਗਾਂ ਦੇ ਰੋਲ ਮਾਡਲ ਹੈਗੇ ਆ। ਠੀਕ ਹੈ ਜੀ, ਚਲੋ ਆਪਾਂ ਗੱਲ ਅੱਗੇ ਤੋਰਦੇ ਆਪਾਂ ਹੁਣ ਇਹ ਤੇ ਵਿਰਾਮ ਲਾਈਏ ਜੀ। ਤੇ ਗੱਲ ਆਪਾਂ ਮਨਪ੍ਰੀਤ ਬਾਦਲ ਹੋਰਾਂ ਦੀ ਕਰ ਰਹੇ ਸੀ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਇੱਕ ਛੋਟੀ ਜਿਹੀ ਗੱਲ ਦੇ ਵਿੱਚ ਜਿਹੜਾ ਇਨਸਾਨ ਇੱਕ ਕੱਟੜ ਇਮਾਨਦਾਰੀ ਦੀ ਗੱਲ ਕਰ ਰਿਹਾ ਹੋਵੇ। ਮੇਰੇ ਖਿਆਲ ਤੁਹਾਡੀ ਦਿੱਕਤ ਆ ਗਈ ਰੰਧਾਵਾ ਜੀ, ਚਲੋ ਠੀਕ ਹੈ। ਮੈਨੂੰ ਯਾਦ ਹੈ ਜਿਸ ਦਿਨ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਖਟਕੜ ਕਲਾਂ ਆਪਣੀ ਪੀਪਲ ਪਾਰਟੀ ਆਫ ਪੰਜਾਬ ਬਣਾਈ ਸੀਗੀ, ਤੇ ਕੋਈ ਲੱਖ ਦੇ ਕਰੀਬ ਉੱਥੇ ਬੰਦਾ ਸੀਗਾ, ਤੇ ਉਹ ਆਪਣੇ ਆਪ ਆਏ ਸੀ, ਤੇ ਉਹਨਾਂ ਦੇ ਵਿੱਚ ਬਹੁਤ ਇੱਕ ਜਜ਼ਬਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਨੂੰ ਇੱਕ ਨਵਾਂ ਲੀਡਰ ਮਿਲ ਗਿਆ। ਉਹਨਾਂ ਨੂੰ ਪੂਰੀ ਆਸਥਾ ਸੀ ਉਸ ਦਿਨ ਕਿ ਇਹ ਪੰਜਾਬ ਨੂੰ ਮਨਪ੍ਰੀਤ ਜੀ ਅੱਗੇ ਤੋਰਨਗੇ। ਤੇ ਜਿਸ ਢੰਗ ਨਾਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਖਟਕੜ ਕਲਾਂ ਦੀ ਮਿੱਟੀ ਚੱਕ ਕੇ ਸਹੁੰ ਖਾਧੀ ਸੀਗੀ, ਉਹ ਮੈਂ ਕਦੇ ਅੱਜ ਤੱਕ ਨਹੀਂ ਭੁੱਲਿਆ। ਲੇਕਿਨ ਹੋਇਆ ਕੀ ਅਲਟੀਮੇਟਲੀ, ਮੈਂ ਉਸ ਮਨਪ੍ਰੀਤ ਦੀ ਗੱਲ ਕਰ ਰਿਹਾ ਜਿਹਨੇ ਖਟਕੜ ਕਲਾਂ ਦੀ ਮਿੱਟੀ ਚੱਕ ਕੇ ਸਹੁੰ ਖਾਧੀ ਸੀਗੀ। ਉਹਦੇ ਤੇ ਕੇਸ ਬਣ ਜਾਏ ਵਿਜੀਲੈਂਸ ਦਾ, ਜੀ ਗੱਲ ਤਾਂ ਠੀਕ ਹੈ, ਮੈਂ ਇਹਦੇ ਵਿੱਚ ਬਿਲਕੁਲ ਨਹੀਂ ਪੈਂਦਾ, ਇਹ ਵੱਖਰਾ ਇਸ਼ੂ ਹੈ। ਲੇਕਿਨ ਮੈਨੂੰ ਇਹ ਗੱਲ ਬੜੀ ਕੰਟਰਾਡਿਕਟਰੀ ਲੱਗਦੀ ਹੈ। ਜਿਸ ਬੰਦੇ ਨੇ ਉਸ ਲੈਵਲ ਤੇ ਆ ਕੇ ਇਮਾਨਦਾਰੀ ਦੀ ਸਹੁੰ ਚੱਕੀ ਹੋਵੇ, ਇਨਕਲਾਬੀ ਸਿਆਸਤ ਲਿਆਉਣ ਦੀ ਗੱਲ ਕੀਤੀ ਹੋਵੇ। ਭਗਤ ਸਿੰਘ ਕਿਸੇ ਪਿਸਤੌਲ ਦਾ ਨਾਂ ਨਹੀਂ ਹੈ, ਇਨਕਲਾਬੀ ਸਿਆਸਤ ਦਾ ਨਾਂ ਹੈ। ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਤੇ ਸਾਨੂੰ ਗੱਲ ਉਹਦੇ ਸਿਆਸਤ ਦੀ ਕਰਨੀ ਚਾਹੀਦੀ ਹੈ, ਉਹਦੇ ਹਥਿਆਰਬੰਦ ਸੰਘਰਸ਼ ਦੀ ਨਹੀਂ। ਤੇ ਜਿਹਨੇ ਉਸ ਇਨਕਲਾਬੀ ਸੋਚ ਤੇ ਪਹਿਰਾ ਦੇਣ ਦੀ ਗੱਲ ਕੀਤੀ ਹੋਵੇ, ਜਦੋਂ ਉਹਦੇ ਤੇ ਵਿਜੀਲੈਂਸ ਦਾ ਕੇਸ ਭਾਵੇਂ ਝੂਠਾ ਹੀ ਹੋਵੇ ਜੋ ਬਣ ਜਾਏ, ਤੇ ਮੇਰੇ ਖਿਆਲ 'ਚ ਬੜੀ ਅਜੀਬ ਗੱਲ ਹੈ। ਔਰ ਜੇ ਝੂਠਾ ਹੈ ਤੇ ਮੇਰੇ ਖਿਆਲ 'ਚ ਲੋਕਾਂ ਦੀ ਕਚਹਿਰੀ 'ਚ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਸੀਗਾ, ਫਿਰ ਐਸਕੇਪ ਨਹੀਂ ਸੀ ਕਰਨਾ ਚਾਹੀਦਾ। ਫਿਰ ਪੇਸ਼ ਹੋ ਜਾਓ ਜੇ ਝੂਠਾ ਹੈ ਤਾਂ, ਤੇ ਸੱਚ ਦੇ ਸੱਚ ਸਾਹਮਣੇ ਆ ਜਾਏਗਾ ਲੋਕਾਂ ਦੇ, ਫਿਰ ਐਸਕੇਪ ਕਰਨ ਦੀ ਲੋੜ ਨਹੀਂ ਗੀ। ਮੈਂ ਸਿਰਫ ਇਸ ਤੋਂ ਵੱਧ ਮਨਪ੍ਰੀਤ ਹੋਰਾਂ ਦੇ ਇਸ ਮਾਮਲੇ ਬਾਰੇ ਕੁਝ ਨਹੀਂ ਕਹਿਣਾ ਚਾਹੂੰਗਾ ਜੀ। ਸਰਦਾਰ ਹਮੀਰ ਸਿੰਘ ਜੀ, ਵੈਸੇ ਜਦੋਂ FIR ਸਾਹਮਣੇ ਆ ਗਈ, ਚਲੋ ਪਹਿਲਾਂ ਤੱਕ ਤਾਂ ਰਿਊਮਰ ਸੀਗੀਆਂ ਜਾਂ ਅਖਬਾਰੀ ਕਨਸੋਆਂ ਸੀਗੀਆਂ, ਮੁੱਖ ਮੰਤਰੀ ਨੇ ਵੀ ਬਿਆਨ ਕਰਤਾ ਸੀ, ਤੁਹਾਨੂੰ ਯਾਦ ਹੋਣਾ ਧੂਰੀ ਦੇ ਵਿੱਚ ਉਹਨਾਂ ਕਿਹਾ ਸੀ ਵੇਖਿਆ ਕੀਤੀ ਨਾ FIR। ਸੋ ਆਪਾਂ ਉਸ ਚੀਜ਼ ਨੂੰ ਜੇ ਪਲ ਦੀ ਪਲ ਪਾਸੇ ਰੱਖੀਏ, ਲੇਕਿਨ ਜਦੋਂ FIR ਸਾਹਮਣੇ ਆ ਗਈ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਇਹਦੇ ਉੱਤੇ ਨਿੱਠ ਕੇ ਇੱਕ ਪ੍ਰੈਸ ਕਾਨਫਰੰਸ ਨਹੀਂ ਸੀ ਕਰਨੀ ਚਾਹੀਦੀ। ਉਹਨਾਂ ਨੂੰ ਇੱਕ ਇੱਕ ਤੱਥ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਇਹ ਸਿਆਸੀ ਬਦਲਾਖੋਰੀ ਹੈ। ਜੇ ਸਿਆਸੀ ਬਦਲਾਖੋਰੀ ਹੈ ਤਾਂ ਜਿੱਦਾਂ ਉਹਨਾਂ ਨੇ ਪਹਿਲੀਆਂ 2 ਵੀਡੀਓਜ਼ ਦੇ ਵਿੱਚ ਕਿਹਾ ਸੀਗਾ ਕਿ ਮੈਂ ਡਰਦਾ ਨਹੀਂ ਹੈ, ਤੇ ਤੁਸੀਂ ਜੋ ਮੇਰੇ ਨਾਲ ਕਰ ਰਹੇ ਹੋ ਇਹ ਕਿੱਥੋਂ ਆ ਰਿਹਾ ਮੈਨੂੰ ਪਤਾ ਹੈ। ਪਰ ਹੁਣ ਜਦੋਂ ਸਾਰਾ ਸਭ ਕੁਝ ਵਿਜੀਲੈਂਸ ਨੇ ਇੱਕ ਤਰ੍ਹਾਂ ਨਾਲ ਕਥਿਤ ਰੂਪ ਦੇ ਵਿੱਚ ਮੁੱਢਲੀ ਇਨਫੋਰਮੇਸ਼ਨ ਦੇ ਰੂਪ 'ਚ ਜਮ੍ਹਾਂ ਕਰਾਤੀ ਹੈ ਗੱਲ ਕਿ ਆਹ 65 ਲੱਖ ਦਾ ਚੂਨਾ ਲੱਗਿਆ, ਇੱਥੇ ਫੋਰਜਰੀ ਹੋਈ ਹੈ, ਇੱਥੇ ਆਹ ਗੱਲਾਂ ਹੋਈਆਂ। ਮਨਪ੍ਰੀਤ ਬਾਦਲ ਨੂੰ ਸਾਰੇ ਤੱਥ ਕਲੀਅਰ ਕਰਨ 'ਚ ਮੁਸ਼ਕਲ ਕੀ ਹੈ? ਉਹਨਾਂ ਨੂੰ ਆਪਣੀ ਤਸਵੀਰ ਸਾਫ਼ ਕਰਨੀ ਚਾਹੀਦੀ ਹੈ ਜੇ ਉਹ ਬਿਲਕੁਲ ਸੱਚੇ ਆ। ਵੱਖਰੀ ਗੱਲ ਬਾਅਦ 'ਚ ਉਹ ਕਾਨੂੰਨੀ ਜੋ ਰਾਹ ਅਖਤਿਆਰ ਕਰਨਾ ਉਹ ਕਰਨ,
ਸਰਕਾਰ ਕਰਨਾ ਸਰਕਾਰ ਕਰੇ। ਇਹਦੇ ਚ ਇਹ ਹੈ ਕਿ ਜਿਹੜੇ ਵੀ ਬੰਦੇ, ਵੈਸੇ ਤਾਂ ਕੋਈ ਵੀ ਕਹਿੰਦਾ ਜਦੋਂ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦਾ ਮੈਂ ਡਰਦਾ ਨਹੀਂ ਆ, ਅਸਲ ਚ ਅੰਦਰੋਂ ਡਰ ਹੀ ਬੋਲਦਾ ਹੁੰਦਾ ਮੇਰੇ ਖਿਆਲ, ਨਹੀਂ ਤਾਂ ਕਹਿਣ ਦੀ ਲੋੜ ਨਹੀਂ ਮੈਂ ਡਰਦਾ ਨਹੀਂ ਆ ਜਾਂ ਡਰਦਾ, ਇਹ ਸ਼ਬਦਾਵਲੀ ਵਰਤਣ ਦੀ ਲੋੜ ਹੀ ਨਹੀਂ ਹੁੰਦੀ, ਤੁਸੀਂ ਆਪਣੇ ਤੱਥ ਸਾਹਮਣੇ ਰੱਖ ਦਿਓ। ਦੂਸਰੀ ਗੱਲ ਇਹ ਹੈ ਕਿ ਸਾਡੇ ਇਹ ਵੀ ਇੱਕ ਸਿਸਟਮ ਹੈ, ਕੋਈ ਮੇਰਾ ਨਹੀਂ ਖਿਆਲ ਕਿ ਆ ਕੇ ਗ੍ਰਿਫਤਾਰੀ ਦਿਓ ਫਲਾਨਾ ਕਰੋ ਜ਼ਰੂਰੀ ਹੈ, ਕਿਉਂਕਿ ਸਾਡੀ ਪੁਲਿਸ ਦਾ ਮਿਜਾਜ ਵੀ ਸਾਡਾ ਉਹ ਬੰਦੇ ਦਾ ਲੀਗਲ ਇੱਕ ਪਹਿਲੂ ਹੈ। ਉਹ ਜੇ ਮਤਲਬ ਜ਼ਮਾਨਤ ਲੈਣਾ ਚਾਹੁੰਦਾ ਔਰ ਪ੍ਰੀ ਅਰੈਸਟ ਜ਼ਮਾਨਤ ਜਿਹੜੀ ਹੁੰਦੀ ਹੈ ਤਾਂ ਇੱਕ ਲਾ ਦਾ ਅਧਿਕਾਰ ਹੈ ਹਰ ਇੱਕ ਨੂੰ, ਜੇ ਲੈਣਾ ਚਾਹੇ ਲਏ। ਪਰ ਸਭ ਤੋਂ ਬੜਾ ਕੁਐਸਚਨ ਜਿਹੜਾ ਹੁੰਦਾ ਨਾ ਇਖਲਾਕੀ ਹੁੰਦਾ ਹੈ ਉਸ ਪੱਧਰ ਦੇ ਉੱਤੇ ਆ ਕੇ। ਇਖਲਾਕੀ ਇਹ ਹੁੰਦਾ ਕਿ ਜਦੋਂ ਤੁਸੀਂ, ਮੈਂ ਵਿਧਾਨ ਸਭਾ ਦੇ ਵਿੱਚ ਬੜੀ ਵਾਰ ਸੁਣਿਆ ਕਿ ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣਾ ਮੈਂ ਐ ਕੀਤਾ ਤਾਂ ਮੈਂ ਇਹ ਕਰ ਦੂੰਗਾ, ਔਰ ਜਦੋਂ ਐਡੀਆਂ ਸੌਹਾਂ ਖਾ ਕੇ ਤੁਸੀਂ ਬਹੁਤ ਜ਼ਿਆਦਾ ਉਹ ਚੀਜ਼ਾਂ ਕਰਦੇ ਹੋ। ਇਹ ਬਲੇਮ ਤਾਂ ਚਲੋ ਇੱਕ ਤਾਂ ਪਰਚਾ ਦਰਜ ਹੋ ਗਿਆ, ਇਕੱਲੇ ਇੱਕ ਦੇ ਨਾਲ ਨਹੀਂ, ਹੋਰ ਪ੍ਰਾਪਰਟੀ ਤੇ ਵੀ ਬਹੁਤ ਸਵਾਲ ਉੱਠਦੇ ਨੇ, ਵੱਖ-ਵੱਖ ਮਾਮਲਿਆਂ ਤੇ ਉੱਠਦੇ ਨੇ। ਚੰਡੀਗੜ੍ਹ ਦੇ ਵਿੱਚ ਆਲੇ ਦੁਆਲੇ ਸ਼ੋਰੂਮ ਕਿਵੇਂ ਖਾਲੀ ਹੋਏ ਤੇ ਕਿਸ ਢੰਗ ਨਾਲ ਵਿਕਾ ਦਿੱਤੇ ਗਏ ਤੇ ਕਿਸ ਢੰਗ ਨਾਲ ਸਰਕਾਰ ਤੋਂ ਛੁਡਾਏ ਦਫ਼ਤਰ, ਇਹ ਸਾਰੀਆਂ ਚੀਜ਼ਾਂ ਵੀ ਅਜੇ ਬਹੁਤ ਚੀਜ਼ਾਂ ਹੁੰਦੀਆਂ ਨੇ ਜੇਕਰ ਉਸ ਲੈਵਲ ਤੇ ਚੱਲਦਾ ਹੋਵੇ ਕੰਮ। ਔਰ ਉਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਜੀ ਮੈਂ ਤਾਂ ਸਬਸਿਡੀ ਨਹੀਂ ਲੈਂਦਾ, ਉਸ ਤੋਂ ਬਾਅਦ ਤੱਥ ਸਾਹਮਣੇ ਆ ਗਏ ਕਿ ਬਾਗ ਤੇ ਕਿੰਨੀ ਸਬਸਿਡੀ ਲਈ ਹੈ। ਉਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਸਾਡੇ ਤਾਂ ਘਰ ਮੋਟਰ ਹੀ ਨਹੀਂ, ਜਦੋਂ ਇਹ ਹੋਇਆ ਨਾ ਕਿ ਬਿਜਲੀ ਤੁਸੀਂ ਫ੍ਰੀ ਤੇ ਵਕਾਲਤ ਹੋ, ਤੇ ਉਸ ਤੋਂ ਬਾਅਦ ਮੋਟਰਾਂ ਦੇ ਨੰਬਰ ਸਮੇਤ ਤੇ ਨਾਮ ਦੇ ਦਿੱਤੇ ਗਏ ਤੇ ਫਿਰ ਵੀ ਕੋਈ ਗੱਲ ਨਹੀਂ ਹੋਈ। ਇਹ ਗੱਲਾਂ ਮਤਲਬ ਤੈਅ ਕਰਦੀਆਂ ਹੁੰਦੀਆਂ ਨੇ ਕਿਸੇ ਬੰਦੇ ਦਾ ਜਿਹੜਾ ਤੁਹਾਡਾ ਰੈਪੂਟੇਸ਼ਨ ਕੀ ਹੈ, ਕਿ ਤੁਸੀਂ ਇੰਨੀਆਂ ਗੱਲਾਂ ਪਿੱਛੇ ਇਹ ਬੋਲ ਦਿੰਦੇ ਹੋ ਤੇ ਕੱਲ ਨੂੰ ਸਾਹਮਣੇ ਆ ਜਾਂਦੀਆਂ ਨੇ, ਤੁਸੀਂ ਉਹਦੇ ਤੇ ਮਾਫੀ ਤੱਕ ਵੀ ਨਹੀਂ ਕਦੇ ਮੰਗੀ ਜ਼ਿੰਦਗੀ ਦੇ ਵਿੱਚ। ਇਹਦਾ ਮਤਲਬ ਕਹਿਣੀ ਤੇ ਕਰਨੀ ਦਾ ਜਿਹੜਾ ਜਿੱਡਾ ਵੱਡਾ ਗੈਪ ਹੈ ਨਾ, ਜਿੱਡਾ ਵੱਡਾ ਅੰਤਰ ਹੈ, ਇਹ ਸ਼ਾਇਦ ਜਿਹੜੇ ਜ਼ਿਆਦਾ ਪੋਜ ਕਰਦੇ ਨੇ ਆਪਦੇ ਆਪ ਨੂੰ ਮੈਂ ਬਹੁਤ ਵੱਡਾ ਇਮਾਨਦਾਰ, ਉਹਦੇ ਦੂਜੇ ਨਾਲੋਂ ਜ਼ਿਆਦਾ ਹੁੰਦਾ। ਜਿਹੜਾ ਬੰਦਾ ਨਹੀਂ ਕਰਦਾ ਨਾ, ਮੈਂ ਤਾਂ ਅਗਲਾ ਕਹਿੰਦਾ ਜਾਂ ਠੱਗ ਹੈ, ਕਹਿਤਾ ਰਿਹਾ ਮੈਂ ਠੱਗ ਹਾਂ, ਕੋਈ ਗੱਲ ਨਹੀਂ, ਉਹਨੂੰ ਲੋਕ ਮਾਫ ਕਰ ਦਿੰਦੇ ਨੇ ਵੀ ਐਂ ਤਾਂ ਨਹੀਂ ਦਾਅਵੇਦਾਰੀ ਕਰਦਾ ਕਿ ਮੈਂ ਜੀ ਪਾਕ ਪਵਿੱਤਰ ਹਾਂ, ਮੇਰੇ ਤੇ ਕੋਈ ਇਸ਼ਾਰਾ ਨਹੀਂ, ਉਂਗਲ ਨਹੀਂ ਉੱਠ ਸਕਦੀ। ਤੇ ਜਿਹੜਾ ਬਦਮਾਸ਼ੀ ਕਰਦਾ ਮਾੜੀ ਮੋਟੀ ਸਾਹਮਣੇ ਆ ਕੇ ਕਰਦਾ, ਉਹਨੂੰ ਵੀ ਲੋਕ ਕਹਿੰਦੇ ਨੇ ਬਦਮਾਸ਼ ਹੈ, ਕੋਈ ਗੱਲ ਨਹੀਂ। ਜਿਹੜਾ ਡਿਊਲ ਪੋਜੀਸ਼ਨ ਦੇ ਵਿੱਚ ਕਰਦਾ ਨਾ, ਦੋਗਲੀ ਪੋਜੀਸ਼ਨ ਦੇ ਵਿੱਚ ਪੋਜ ਹੋਰ ਕਰੇ ਤੇ ਪ੍ਰੈਕਟਿਸ ਹੋਰ ਹੋ ਜੇ, ਨਿਕਲ ਆਵੇ, ਇਹ ਗੱਲਾਂ ਮੇਰੇ ਖਿਆਲ ਹੈ ਸਮਾਜ ਦੇ ਵਿੱਚ ਜ਼ਿਆਦਾ ਘਾਤਕ ਵੀ ਹੁੰਦੀਆਂ ਨੇ ਤੇ ਜ਼ਿਆਦਾ ਇਹਦੇ ਤੋਂ ਬਚਣ ਦੀ ਵੀ ਲੋੜ ਹੁੰਦੀ ਹੈ ਕਿਸੇ ਵੀ ਲੀਡਰਸ਼ਿਪ ਨੂੰ। ਹਾਂ, ਤੁਹਾਨੂੰ ਆ ਕੇ ਆਪਣੀ ਗੱਲ ਕਲੀਅਰ ਕਰਨੀ ਚਾਹੀਦੀ ਹੈ, ਕਿਉਂਕਿ ਤੁਸੀਂ ਜਨਤਕ ਫੀਲਡ ਚੋਂ, ਜਿਹੜਾ ਬੰਦਾ ਜਨਤਕ ਫੀਲਡ 'ਚ ਹੈ ਉਹ ਤੋਂ ਜਨਤਾ ਨੂੰ ਹਰ ਗੱਲ ਟਰਾਂਸਪੇਰੈਂਟ ਤਰੀਕੇ ਦੇ ਨਾਲ, ਜਵਾਬਦੇਹੀ ਦੇ ਤਰੀਕੇ ਦੇ ਨਾਲ ਇਹ ਤਵੱਕੋ ਰੱਖਦੀ ਹੈ ਜਨਤਾ ਕਿ ਉਹ ਤਾਂ ਸਾਡਾ ਲੀਡਰ ਹੈ ਨਾ, ਉਹਨੂੰ ਤਾਂ ਕਹਿਣਾ ਪਊਗਾ ਕਿ ਹਾਂ ਭਾਈ ਆਹ ਪੋਜੀਸ਼ਨ ਹੈ ਮੇਰੀ, ਇਹਦੇ ਤੇ ਕੀ ਕਰਨਾ ਕੀ ਨਹੀਂ। ਔਰ ਇਹ ਜੇ ਨਹੀਂ ਆਉਂਦੇ ਸਾਡੇ ਕਿਸੇ ਵੀ ਲੀਡਰਾਂ 'ਚ, ਮੇਰਾ ਖਿਆਲ ਹੈ ਨਹੀਂ, ਆਦਤ ਹੀ ਨਹੀਂ ਹੈ ਇਹੋ ਜਿਹੀ ਤਾਂ ਗੱਲ ਕਰਨ ਦੀ। ਅਸੀਂ ਦੂਸਰੇ ਤਰ੍ਹਾਂ ਹੀ ਕੰਮ ਕਰਦੇ ਹਾਂ ਜਿਵੇਂ ਵੀ ਜਾ ਕੇ ਬਾਕੀ ਲੋਕ ਕਰਦੇ ਨੇ। ਉਹ ਮਨਪ੍ਰੀਤ ਹੋਏ ਜਾਂ ਜਿਹੜੇ ਬਾਕੀ ਵੀ ਗਏ ਨੇ ਕਿਤੇ ਨਾ ਕਿਤੇ, ਉਹ ਸਾਰੇ ਉਵੇਂ ਹੀ ਕਰਦੇ ਨੇ। ਮੇਰੇ ਖਿਆਲ ਫਰਕ ਤਾਂ ਕਿਸੇ 'ਚ ਨਹੀਂ ਦਿਖਿਆ। ਮਨਪ੍ਰੀਤ ਦੀ ਇੱਕ ਐਕਸੈਪਸ਼ਨ ਇਹ ਸੀਗੇ, ਉਹਨੇ ਬਾਕੀਆਂ ਨੇ ਉਹਦੇ ਵਾਂਗ ਕਦੇ ਇਸ ਤਰ੍ਹਾਂ ਦਾਅਵਾ ਨਹੀਂ ਸੀ ਕੀਤਾ ਕਿ ਮੈਂ ਬਹੁਤ ਇਮਾਨਦਾਰ ਹਾਂ। ਸੋ ਮਨਪ੍ਰੀਤ ਬਾਦਲ ਨੂੰ ਅਸੀਂ ਨਹੀਂ ਕਹਿ ਰਹੇ ਕਿ ਉਹ ਸਾਹਮਣੇ ਆ ਕੇ ਪੇਸ਼ ਹੋ ਕੇ ਤੇ ਜੇਲ੍ਹ ਚਲੇ ਜਾਣ। ਅਸੀਂ ਤਾਂ ਇਹ ਕਹਿ ਰਹੇ ਸੀਗੇ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਦੋਂ ਸਰਕਾਰ ਦੇ ਨਜ਼ਰੀਏ ਤੋਂ ਪੰਜਾਬ ਵਿਜੀਲੈਂਸ ਨੇ ਆਪਣੀ FIR ਦਰਜ ਕਰਾਉਣ ਦੌਰਾਨ ਜਿਹੜੀ ਇਨਫੋਰਮੇਸ਼ਨ ਦਿੱਤੀ ਆ, ਉਹਦੇ ਉੱਤੇ ਜਿੰਨੇ ਵੀ ਤੱਥ ਉਹਨਾਂ ਨੇ ਦਿੱਤੇ ਆ, ਉਹਦੇ ਸਮਾਨਾਂਤਰ ਜੇ ਮਨਪ੍ਰੀਤ ਸਥਿਤੀ ਕਲੀਅਰ ਕਰਦੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਕੁਝ ਵੀ ਗਲਤ ਨਹੀਂ ਹੈਗਾ, ਤੇ ਉਹ ਬਾਕੀ ਕੋਰਟਾਂ ਕਚਹਿਰੀਆਂ ਦੇ ਵਿੱਚ ਆਪਣੀ ਐਕਸਰਸਾਈਜ਼ ਕਰ ਲੈਣ ਜੋ ਉਹਨਾਂ ਦੇ ਹੱਕ ਹਕੂਕ ਹੈ, ਪਰ ਉਹਨਾਂ ਨੂੰ ਇੱਥੇ ਲੋਕਾਂ ਦੇ ਸਾਹਮਣੇ ਤੱਥ ਤਾਂ ਰੱਖ ਦੇਣੇ ਚਾਹੀਦੇ। ਨੰਬਰ 1, ਮੈਂ ਹੁਣ ਇਸ ਤੋਂ ਥੋੜੇ ਜਿਹਾ ਅੱਗੇ ਜਾਊਂਗਾ, ਅਸੀਂ ਲਾਸਟ ਰਾਊਂਡ ਦੇ ਵਿੱਚ ਬੜੀ ਕਾਹਲੀ ਚਾਹਾਂਗੇ। ਸਰਦਾਰ ਜਗਤਾਰ ਸਿੰਘ ਜੀ, ਇੱਕ ਸਵਾਲ ਕੱਲ ਸੁਖਬੀਰ ਸਿੰਘ ਬਾਦਲ ਕੈਥਲ 'ਚ ਖੜਾ ਕਰ ਗਏ ਸੀਗੇ ਕਿ ਹੁਣ ਖੇਤਰੀ ਪਾਰਟੀਆਂ ਦੀ ਬੜੀ ਅਨੁਸਾਰ ਦੀ ਲੋੜ ਆ, ਤੁਸੀਂ ਦਿੱਲੀ ਦੁੱਲੀ ਵਾਲੀਆਂ ਪਾਰਟੀਆਂ ਵੱਲ ਨਾ ਲੋਕੋ ਜਾਇਆ ਕਰੋ, ਅੱਗੇ ਤੁਸੀਂ ਆ ਝਾੜੂ ਵਾਲੇ ਲੈਣ ਦੇ, ਤੇ ਤੁਸੀਂ ਜਿਹੜੇ ਕਿ ਦਿੱਲੀ ਵੱਲ ਚੱਲਦੀਆਂ ਪਾਰਟੀਆਂ ਫੈਸਲੇ ਦਿੱਲੀ 'ਚੋਂ ਹੁੰਦੇ, ਫਿਰ ਤੁਹਾਡੇ ਫੈਸਲੇ ਨਹੀਂ ਹੁੰਦੇ, ਉਹ ਤਾਂ ਹੋਰਾਂ ਦੇ ਹੁੰਦੇ ਆ। ਸੋ ਇੱਕ ਤਾਂ ਸੰਕੇਤ ਕਾਫੀ ਹੈ ਕਿ ਪੰਜਾਬ ਦੀ ਰਾਜਨੀਤੀ 24 ਦੇ ਨਜ਼ਰੀਏ ਤੋਂ ਘੱਟੋ ਘੱਟ ਅਕਾਲੀ ਦਲ ਸ਼ਾਇਦ ਕੱਲਿਆਂ ਲੜੇ। ਦੂਜੇ ਬੰਨੇ ਜਿਹੜਾ ਹੁਣ ਕਾਂਗਰਸ ਦੀ ਵੀ ਰਾਜਨੀਤੀ ਹੈਗੀ ਹੈ, ਇਹਦੇ ਵਿੱਚ ਵੀ ਰੌਲੇ ਰੱਪੇ ਇਸ ਤਰ੍ਹਾਂ ਦੇ ਹੀ ਨੇ। ਸੋ ਮੈਂ ਇੱਕ ਲਾਸਟ ਰਾਊਂਡ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ, ਇੱਕ ਛੋਟੀ ਜਿਹੀ ਤੁਹਾਡੇ ਤੋਂ ਔਰ ਫਿਰ ਸਰਦਾਰ ਹਰਮੀਤ ਸਿੰਘ ਜੀ ਤੋਂ, ਕਿ ਪੰਜਾਬ ਦੀ ਰਾਜਨੀਤੀ ਪਾਰਲੀਮਾਨੀ ਚੋਣ ਦੇ ਨਜ਼ਰੀਏ ਤੋਂ ਕੀ ਇਸ ਕੈਨੇਡਾ ਇੰਡੀਆ ਦੇ ਰਿਸ਼ਤਿਆਂ ਤੋਂ ਬਾਅਦ ਬਦਲ ਗਈ ਹੈ, ਯਕਦਮ ਬਦਲ ਗਈ, ਕਿਉਂਕਿ ਭਾਜਪਾ ਨਾਲ ਜਾਣਾ ਹੁਣ ਸੌਖਾ ਨਹੀਂ ਰਿਹਾ ਅਕਾਲੀ ਦਲ ਲਈ ਵੀ, ਔਰ ਕਾਂਗਰਸ ਇਹ ਫੀਲ ਕਰਨ ਲੱਗ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਚੁੱਪ, 50,000 ਕਰੋੜ ਦੇ ਕਰਜ਼ੇ ਦੇ ਮਾਮਲੇ, ਲੋਕਾਂ ਦਾ ਮੋਹ ਭੰਗ ਹੋਣਾ, ਸਾਨੂੰ ਕਿਤੇ ਫਾਇਦੇ ਦੀ ਬਜਾਏ ਨੁਕਸਾਨ ਹੀ ਨਾ ਹੋ ਜਾਏ, ਸਾਨੂੰ ਇਕੱਲਾ ਲੜਨਾ ਚਾਹੀਦਾ। ਇਹ ਸਾਰੇ ਮੁੱਦੇ ਦੇ ਉੱਤੇ ਇੱਕ ਆਖਰੀ ਟਿੱਪਣੀ। ਮੈਂ ਪਹਿਲਾਂ ਤਾਂ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹੈ ਨਾ ਵੀ ਖੇਤਰੀ ਪਾਰਟੀਆਂ ਦੀ ਆਈਡੀਆ ਬਹੁਤ ਵਧੀਆ ਹੈ, ਕੋਈ ਮਾੜੀ ਗੱਲ ਨਹੀਂ ਗੀ, ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਲੇਕਿਨ ਜਿਹੜਾ ਇਹ ਕਲੇਮ ਕਰਦੇ ਆ ਕਿ ਅਸੀਂ ਹੀ ਆਪਣੇ
ਇਲਾਕਿਆਂ ਦੇ ਰਾਖੇ ਹੈ ਨਾ, ਉਹ ਗਲਤ ਹੈ। ਜਦੋਂ ਇਹ ਪਾਵਰ ਚਾਹੁੰਦੇ ਆ, ਇਹ ਸਾਰੀ ਪਾਰਟੀਆਂ ਦੀ ਅੱਜ ਕੱਲ੍ਹ ਬਿਮਾਰੀ ਕੋਈ ਹੈ। ਉਹਦੇ 'ਚ ਭਾਵੇਂ ਅਕਾਲੀ ਦਲ ਵੀ ਹੈ, ਜਿਹੜੀ ਇਤਿਹਾਸਕ ਪਾਰਟੀ ਹੈ ਤੇ ਸੰਘਰਸ਼ਮਈ ਇਤਿਹਾਸ ਹੈ ਜਿਹਦਾ, ਇਹ ਪਰਿਵਾਰਕ ਪਾਰਟੀਆਂ ਬਣ ਕੇ ਰਹਿ ਗਈਆਂ। ਤੇ ਜਦੋਂ ਇਹ ਸੱਤਾ ਚਾਹੁੰਦੇ ਆ, ਪਾਵਰ ਚਾਹੁੰਦੇ ਆ, ਤੇ ਇਹਨਾਂ ਦਾ ਫੋਕਸ ਤੁਸੀਂ ਸਾਰੇ ਸਟੱਡੀ ਕਰ ਲਓ, ਇਹਨਾਂ ਦਾ ਪਰਿਵਾਰ ਤੇ ਫੋਕਸ ਜ਼ਿਆਦਾ ਹੁੰਦਾ ਹਰ ਗੱਲ ਤੇ ਆ ਕੇ। ਭਾਵੇਂ ਸਾਊਥ ਦੀਆਂ ਪਾਰਟੀਆਂ ਤੇ ਭਾਵੇਂ ਸਾਡੀਆਂ ਇਸ ਖਿੱਤੇ ਦੀਆਂ ਪਾਰਟੀਆਂ, ਉਹ ਸਾਰੇ ਪਰਿਵਾਰਕ ਮੈਂਬਰ ਤੁਸੀਂ ਦੇਖ ਲਓ ਕਿ ਜਿਵੇਂ ਬਿਜ਼ਨਸ ਹੁੰਦਾ, ਇਸ ਤਰ੍ਹਾਂ ਇਹ ਫਿਰ ਪਾਰਟੀਆਂ ਚਲਾਉਂਦੇ ਆ। ਹਾਂ, ਜੇ ਪਾਰਟੀਆਂ ਸਿਰਫ ਖੇਤਰੀ ਪਾਰਟੀਆਂ ਹੋਣ ਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਰਿਵਾਰਕ ਨਾ ਹੋਵੇ, ਫਿਰ ਮੈਂ ਬਿਲਕੁਲ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ। ਜਿਹੜੀ ਗੱਲ ਤੁਸੀਂ ਪੰਜਾਬ ਦੀ ਕੀਤੀ ਹੈ ਕਿ ਜਿਹੜੀ ਇਸ ਵੇਲੇ ਹਾਲਤ ਤੇਜ਼ੀ ਨਾਲ ਬਦਲ ਰਹੇ ਹੈ, ਤੇ ਉਹਦਾ ਪੰਜਾਬ ਦੇ ਸਿਆਸਤ ਦਾ ਭਵਿੱਖ ਕੀ ਹੈ। ਬ੍ਰੌਡਲੀ ਫੈਸਲਾ ਇੰਡੀਆ ਅਲਾਇੰਸ ਦਾ ਹੋਇਆ ਗਿਆ। ਇਹ ਹੁਣ ਡਿਪੈਂਡ ਕਰਦਾ ਕਿ ਜਦੋਂ ਇਹ ਗ੍ਰਾਸ ਰੂਟ ਤੇ ਐਡਜਸਟਮੈਂਟ ਹੋਏਗੀ ਤੇ ਉੱਥੇ ਇਹ ਸਿਚੁਏਸ਼ਨ ਕਿਸ ਢੰਗ ਦੇ ਨਾਲ ਸਾਡੇ ਇੱਥੋਂ ਦੇ ਲੀਡਰ ਪੇਸ਼ ਕਰਦੇ ਆ। ਹਾਂ, ਐਕਸੈਪਸ਼ਨ ਹੋ ਸਕਦੀ ਹੈ, ਮੈਂ ਰੂਲ ਆਊਟ ਨਹੀਂ ਕਰਦਾ, ਕਿਉਂਕਿ ਸ਼ੁਰੂ ਦੇ ਵਿੱਚ ਵੀ ਜਦੋਂ ਇਹ ਅਲਾਇੰਸ ਸ਼ੁਰੂ ਦੀ ਗੱਲ ਚੱਲੀ ਸੀ ਤੇ ਅੰਡਰਸਟੈਂਡਿੰਗ ਹੋਈ ਸੀ, ਉਦੋਂ ਵੀ ਫੇਲ ਕੀਤਾ ਜਾ ਰਿਹਾ ਸੀਗਾ। ਜੇ 2-3 ਸਟੇਟਸ ਦੇ ਵਿੱਚ ਇਹ ਬਾਹਰ ਰੱਖਿਆ, 2-3 ਸਟੇਟਸ ਨੂੰ ਬਾਹਰ ਰੱਖਿਆ ਜਾਵੇ ਤੇ ਉਹ ਰੱਖਿਆ ਜਾ ਸਕਦਾ, ਕੋਈ ਐਸੀ ਗੱਲ ਨਹੀਂ ਗੀ। ਜੇ ਪੰਜਾਬ ਤੇ ਬੰਗਾਲ ਬਾਹਰ ਰੱਖੇ ਜਾਣ, ਜਾਂ ਕੇਰਲ, 3 ਸਟੇਟ ਦੀ ਗੱਲ ਬੇਸਿਕਲੀ ਹੋ ਰਹੀ ਸੀਗੀ, ਤੇ ਰੱਖੇ ਜਾ ਸਕਦੇ ਆ, ਕੋਈ ਐਸੀ ਗੱਲ ਨਹੀਂ ਹੋਏਗੀ। ਲੇਕਿਨ ਪੰਜਾਬ ਦੇ ਵਿੱਚ ਸਿਚੁਏਸ਼ਨ ਬੜੀ ਇੰਟਰਸਟਿੰਗ ਹੈਗੀ, ਕਿਉਂਕਿ ਇਸ ਵੇਲੇ ਜਿਹੜੀ ਮੇਨ ਆਪੋਜੀਸ਼ਨ ਹੈ ਉਹ ਸਿਰਫ ਕਾਂਗਰਸ ਹੀ ਹੈ। ਜੇ ਕਾਂਗਰਸ ਤੇ ਆਪ ਆਪਸ ਹੀ ਮਿਲ ਜਾਂਦੇ ਹੈ ਤੇ ਫਿਰ ਤਾਂ 13 ਦੇ 13 ਸੀਟਾਂ ਆ ਸਕਦੀਆਂ, ਉਹ ਕੰਟੈਸਟ ਹੈ। ਬਾਕੀ ਤਾਂ ਜਿਹੜੀ ਗੱਲ ਬੀਜੇਪੀ ਦੀ ਅਕਾਲੀ ਦਲ ਅਲਾਇੰਸ ਦੀ, ਉਹ ਤਾਂ ਕਾਫੀ ਦੇਰ ਪਹਿਲਾਂ ਰੂਲ ਆਊਟ ਹੋ ਚੁੱਕੀ ਹੈ। ਜਦੋਂ ਉਹਨਾਂ ਨੇ ਆਫਰ ਕੀਤੀ ਸੀ ਸੁਖਬੀਰ ਜੀ ਨੂੰ ਕਿ ਤੁਸੀਂ ਕੇਂਦਰੀ ਕੈਬਨਿਟ ਦੇ ਵਿੱਚ ਆ ਜਾਓ ਤੇ ਪ੍ਰਧਾਨਗੀ ਛੱਡ ਦਿਓ, ਤੇ ਅਲਾਇੰਸ ਪੋਸੀਬਲ ਹੈ, ਇਹਨਾਂ ਨੇ ਨਾ ਕਰਤੀ ਸੀ, ਜਿਹੜੀ ਖਬਰ ਪੁਰਾਣੀ ਹੋ ਚੁੱਕੀ ਹੈ ਹੁਣ। ਸੋ ਮੇਰੇ ਖਿਆਲ ਦੇ ਵਿੱਚ ਬੀਜੇਪੀ ਨਾਲ ਤਾਂ ਇਹਨਾਂ ਦਾ ਕੰਮ ਮੁੱਕ ਚੁੱਕਿਆ ਆਲਰੇਡੀ। ਜਿਸ ਢੰਗ ਦੇ ਨਾਲ ਇਹਨਾਂ ਦੇ ਲੀਡਰਾਂ ਦੇ ਬਿਆਨ ਆ ਰਹੇ ਆ, ਉਹ ਤਾਂ ਵੀ ਸਪਸ਼ਟ ਹੈ, ਔਰ ਜੋ ਕੁਝ ਐਸਜੀਪੀਸੀ ਨੇ ਕੱਲ ਸਟੈਂਡ ਲਿਆ ਉਸ ਤੋਂ ਵੀ ਸਪਸ਼ਟ ਹੈ। ਸਰਦਾਰ ਹਰਮੀਤ ਸਿੰਘ ਜੀ, ਤੇ ਜਿਹੜਾ ਓਵਰਆਲ ਸਾਡੇ ਕੰਟਰੀ ਦਾ ਮਾਹੌਲ ਹੈ ਜਿਸ ਲੈਵਲ ਦਾ ਕਿ 2 ਅਲਾਇੰਸ ਬਣਦੇ ਜਾ ਰਹੇ ਨੇ, ਮਤਲਬ ਇੰਡੀਆ ਅਲਾਇੰਸ ਬਣ ਗਿਆ ਤੇ ਦੂਜੇ ਪਾਸੇ ਜਿਹੜੇ ਅਲਾਇੰਸ ਬਣਿਆ ਹੋਇਆ ਬੀਜੇਪੀ ਦੀ ਅਗਵਾਈ ਦੇ ਵਿੱਚ। ਹਾਲਾਂਕਿ ਦੋਨਾਂ ਦੇ ਜਿਹੜਾ ਉਹਦੇ ਤੋਂ ਵੀ ਐਨਡੀਏ ਤੋਂ ਵੀ ਸਹਿਮਤ ਨਹੀਂ ਹੈ, ਬਹੁਤ ਸਾਰੇ ਗਰੁੱਪ ਉਹਨਾਂ ਦੇ ਕਿਸੇ ਨਾ ਕਿਸੇ ਰੂਪ ਚੋਂ ਟੁੱਟੇ ਨੇ, ਉਹਦੇ ਨਾਲੋਂ ਜ਼ਿਆਦਾ ਗਰੁੱਪ 3-4 ਵੱਡੀਆਂ ਧਿਰਾਂ ਟੁੱਟ ਗਈਆਂ ਉਸ ਪੱਧਰ ਦੇ ਉੱਤੇ। ਇੰਡੀਆ ਅਲਾਇੰਸ ਦੇ ਵਿੱਚ ਵੀ ਮਤਲਬ ਇੱਕ ਓਵਰਆਲ ਡਰ ਵੀ ਹੈ, ਇੱਕ ਓਵਰਆਲ ਜਿਹੜੀ ਪੋਲਿਟਿਕਸ ਮਤਲਬ ਬੀਜੇਪੀ ਕਰ ਰਹੀ ਹੈ ਉਹਦੇ ਖਿਲਾਫ ਇਮੀਡੀਏਟ ਆਪਣੀ ਹੋਂਦ ਦੀ ਲੜਾਈ ਕਰਕੇ ਉਹਨਾਂ 'ਚ ਅਲਾਇੰਸ ਬਣ ਰਿਹਾ। ਬਾਕੀ ਬਖਰੇਵੇਂ ਬਹੁਤ ਜ਼ਿਆਦਾ ਨੇ ਉਸ ਮਾਮਲੇ 'ਚ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੀਪੀਐਮ ਦੀ ਪੋਲਿਟ ਬਿਊਰੋ ਦੀ ਮੀਟਿੰਗ ਹੋਈ ਹੈ, ਉਹਨਾਂ ਨੇ ਕਲੀਅਰ ਕੱਟ ਗਿਆ ਕਿ ਬੰਗਾਲ ਤੇ ਕੇਰਲਾ ਦੇ ਵਿੱਚ ਤਾਂ ਕੋਈ ਸਮਝੌਤਾ ਨਹੀਂ ਹੋਏਗਾ, ਬਾਕੀ ਜਗ੍ਹਾ ਆਪਾਂ ਕਰਕੇ ਦੇਖਾਂਗੇ ਉਸ ਪੱਧਰ ਦੇ ਉੱਤੇ ਜਾ ਕੇ। ਔਰ ਇਸੇ ਤਰ੍ਹਾਂ ਮਮਤਾ ਬੈਨਰਜੀ ਦੀ ਪਾਰਟੀ ਨੇ ਕਿਹਾ ਸੀ ਕਿ ਕਮਿਊਨਿਸਟਾਂ ਦਾ ਕੁਛ ਐਡਾ ਹੈ ਨਹੀਂ ਹੈ, ਉਹਨਾਂ ਨੂੰ ਇੰਨੀ ਤਵੱਜੋ ਕਿਉਂ ਦਿੱਤੀ ਜਾ ਰਹੀ ਹੈ ਇੰਡੀਆ ਅਲਾਇੰਸ ਦੇ ਵਿੱਚ। ਇਹ ਡਿਫਰੈਂਸਜ ਆਪਣੇ ਪੱਧਰ ਦੇ ਉੱਤੇ ਰਹਿਣਗੇ ਕੁਛ ਨਾ ਕੁਛ। ਇੱਕ ਪਾਰਟੀ 'ਚ ਵੀ ਰਹਿੰਦੇ ਨੇ, ਪਾਰਟੀਆਂ 'ਚ ਟਿਕਟਾਂ ਦੀ ਵੰਡ ਤੇ ਵੀ ਰੌਲੇ ਪੈ ਜਾਂਦੇ ਨੇ, ਇਹ ਤਾਂ ਫੇਰ ਉਸ ਪੱਧਰ ਦੇ ਉੱਤੇ ਗੱਲ ਹੈ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ, ਮੇਰਾ ਖਿਆਲ ਹੈ ਕਿ ਜੇ ਰੀਜਨਲ ਪਾਰਟੀਆਂ ਦਾ ਜਿਹੜਾ ਇੱਕ ਗਰੁੱਪ ਉਹ ਬੈਲੈਂਸ ਰੱਖ ਸਕਦੀਆਂ ਸੀ ਜੇਕਰ ਕਦੇ ਉਹਦੇ ਤੇ ਪੋਲਿਟਿਕਸ। ਹੁਣ ਤਾਂ ਮਜਬੂਰੀ ਦਾ ਨਾਂ ਜਿਵੇਂ ਕਹਿੰਦੇ ਨੇ ਸ਼ੁਕਰੀਆ ਨਾ, ਹੁਣ ਮਜਬੂਰੀ 'ਚ ਤੁਸੀਂ ਕਹਿ ਰਹੇ ਹੋ ਜੇ ਅਲਾਇੰਸ ਨਹੀਂ ਹੋ ਰਿਹਾ ਤਾਂ ਆਪਾਂ ਕਰੋ। ਇੱਕ ਹੁੰਦਾ ਰਣਨੀਤੀ ਕਿ ਆਪਾਂ ਇਹਦੇ ਤੇ ਕੰਮ ਕਰਨਾ ਹੈ, ਸਾਰਿਆਂ ਨਾਲ ਜਾਣਾ ਹੈ। ਫਿਰ ਹੁਣ ਐਨਸੀ ਜਿਹਦੀ ਫਰੂਕ ਅਬਦੁੱਲਾ ਬੈਠੇ ਨੇ, ਉਹ ਕਹਿੰਦੇ ਨੇ ਫਰੂਕ ਅਬਦੁੱਲਾ ਨੂੰ ਵੀ ਤਾਂ ਚਲੇ ਗਏ ਇੰਡੀਆ ਅਲਾਇੰਸ 'ਚ ਤੋਂ ਪਹਿਲਾਂ, ਹੁਣ ਉਹਨੂੰ ਤੁਸੀਂ ਕਹਿ ਰਹੇ ਹੋ ਸਾਡੇ ਨਾਲ ਆਵੇ ਉਸ ਵੇਲੇ। ਉਹ ਤਾਂ ਬਲਕਿ ਦੋਨੋਂ ਪਾਰਟੀਆਂ ਤੁਸੀਂ ਦੇਖੋ, ਜੰਮੂ ਕਸ਼ਮੀਰ ਦੀਆਂ ਪੀਡੀਪੀ ਤੇ ਐਨਸੀ ਦੋਨੋਂ ਇੰਡੀਆ ਅਲਾਇੰਸ 'ਚ ਚਲੀਆਂ ਗਈਆਂ ਉਸ ਹਾਲਾਤ ਨੂੰ ਦੇਖਦੇ ਹੋ, ਕਿਉਂਕਿ ਉਹਨਾਂ ਦੀ ਸਟੇਟ ਦੀ ਅਲੱਗ ਪੋਜੀਸ਼ਨ ਹੈ, ਅਲੱਗ ਤਰ੍ਹਾਂ ਦਾ ਮਾਹੌਲ ਹੈ। ਪਰ ਜੇ ਉੱਥੋਂ ਦੇਖਿਆ ਜਾਏ ਰੀਜਨਲ ਪਾਰਟੀਆਂ ਦਾ ਇੱਕ ਵੱਡਾ ਗਰੁੱਪ ਹੈ, ਬਰਾਬਰ ਦਾ ਇੱਕ ਗਰੁੱਪ ਬਣ ਸਕਦਾ ਸੀ ਓਵਰਆਲ। ਚਾਹੇ ਜੰਮੂ ਕਸ਼ਮੀਰ ਦੀਆਂ ਦੋਨੋਂ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਇੱਥੋਂ ਦਾ, ਹਰਿਆਣੇ 'ਚ ਇਨੈਲੋ ਹੈਗੀ ਹੈ ਜਿਹੜੀ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਕਰਦੀ ਹੈ, ਉੜੀਸਾ 'ਚ ਬੀਜੂ ਜਨਤਾ ਦਲ ਹੈ, ਡੀਐਮਕੇ ਤੇ ਏਆਈਡੀਐਮਕੇ ਦੋਨੋਂ ਤਾਮਿਲਨਾਡੂ ਦੀਆਂ ਪਾਰਟੀਆਂ ਨੇ। ਈਵਨ ਕਰਨਾਟਕਾ 'ਚ ਜਨਤਾ ਦਲ ਐਸਪੀ ਹੈ, ਜੇਕਰ ਬਾਕੀ ਦਾ ਮਾਮਲਾ ਨਹੀਂ ਹੈ। ਬਿਹਾਰ ਦੇ ਵਿੱਚ ਦੋਨੇ ਤਿੰਨੇ ਰੀਜਨਲ ਗਰੁੱਪ ਨੇ, ਚਾਹੇ ਜਨਤਾ ਦਲ ਯੂ ਹੈ, ਚਾਹੇ
ਆਰਜੇਡੀ ਹੈ, ਔਰ ਇਸੇ ਤਰ੍ਹਾਂ ਢੰਗ ਨਾਲ ਆਂਧਰਾ ਚ ਦੋਨੋਂ ਰੀਜਨਲ ਗਰੁੱਪ ਨੇ, ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਰੂਲਿੰਗ ਮੇਜਰ ਗਰੁੱਪ ਉਸੇ ਮਾਮਲੇ ਦੇ ਵਿੱਚ ਹੈ। ਇਹ ਬਹੁਤ ਵੱਡਾ ਅਲਾਇੰਸ ਹੈ ਜੇਕਰ ਗੱਲ ਕੀਤੀ ਜਾਏ, ਔਰ ਇਹਨਾਂ ਅਲਾਇੰਸਾਂ ਦੇ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ 24-25 ਸਾਲ ਕੋਲੀਸ਼ਨ ਗਵਰਨਮੈਂਟਾਂ ਬਣਦੀਆਂ ਰਹੀਆਂ ਨੇ, ਜਿੱਥੇ ਇੱਕ ਪਾਰਟੀ ਦੀ ਸਰਦਾਰੀ ਨਹੀਂ ਰਹੀ। ਭਾਰਤ ਵਾਸਤੇ ਇੱਕ ਪਾਰਟੀ ਦੀ ਸਰਦਾਰੀ ਹਮੇਸ਼ਾ ਹੀ ਜਿਹੜੀ ਪ੍ਰੋਬਲਮ ਕ੍ਰੀਏਟਰ ਹੁੰਦੀ ਹੈ। ਜਦੋਂ ਕਾਂਗਰਸ ਦੀ ਸਰਦਾਰੀ ਰਹੀ ਉਦੋਂ ਵੱਧ ਸਮੱਸਿਆਵਾਂ ਆਈਆਂ, ਤੇ ਜਦੋਂ ਹੁਣ ਬੀਜੇਪੀ ਦੀ ਸਰਦਾਰੀ ਹੈ ਇਹਦੇ ਚ ਵੱਧ ਸਮੱਸਿਆਵਾਂ ਨੇ। ਅਸੂਲਨ ਤੌਰ ਤੇ ਮਾੜੀ ਰਾਏ ਨਹੀਂ ਹੈ, ਪਰ ਉਹਦੇ ਲਈ ਜਦੋਜਹਿਦ ਕੌਣ ਕਰੇਗਾ, ਭਰੋਸਾ ਕੌਣ ਬਿਨ ਕਰੇਗਾ, ਉਹਨਾਂ ਦੀਆਂ ਮੀਟਿੰਗਾਂ ਸੱਦ ਕੇ ਇੱਕ ਰਾਏ ਕੌਣ ਬਣਾਏਗਾ। ਹੁਣ ਬਹੁਤ ਦੇਰੀ ਹੋ ਚੁੱਕੀ ਹੈ ਐਡੀ ਬਣਾਉਣ ਦੇ ਵਿੱਚ, ਇਹ ਸਾਰੇ ਮਾਮਲੇ ਦੇ ਵਿੱਚ ਮੇਰੇ ਖਿਆਲ ਹੈ ਇਸ ਗੱਲ ਨੂੰ ਤਾਂ ਸੋਚਣਾ ਚਾਹੀਦਾ ਹੈ ਅਕਾਲੀ ਦਲ ਨੂੰ। ਪਿਛਲੇ ਦਿਨਾਂ 'ਚ ਹਰਸਿਮਰਤ ਕੌਰ ਬਾਦਲ ਜਿਵੇਂ ਪਾਰਲੀਮੈਂਟ 'ਚ ਬੋਲੇ ਨੇ, ਜਾਂ ਅੱਜ ਸੁਖਬੀਰ ਬਾਦਲ ਜੋ ਕਹਿ ਰਹੇ ਨੇ, ਹਾਂ ਬਿਲਕੁਲ ਇਹ ਗੱਲ ਠੀਕ ਹੈ ਕਿ ਟਰੂਡੋ ਦੇ ਪਾਰਲੀਮੈਂਟ 'ਚ ਬਿਆਨ ਤੋਂ ਬਾਅਦ ਹਾਲਤ ਹੋਰ ਟਫ ਬਣ ਗਈ ਹੈ ਇਹਨਾਂ ਦੀ। ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਪਰਮਾਨੈਂਟਲੀ ਅਲਾਇੰਸ ਤੇ ਕਾਟਾ ਵੱਜ ਗਿਆ। ਆਪਣੇ ਇੰਟਰਸਟ ਲਈ ਮਤਲਬ ਕਿਸੇ ਵੀ ਹਾਲਤ 'ਚ ਨੇੜੇ ਜਾ ਕੇ ਵੋਕੈਬਲਰੀ ਬਦਲਣੀ ਹੁੰਦੀ ਹੈ, ਉਹੀ ਉਧਰ ਹੋ ਜਾਂਦੀ ਹੈ, ਉਹੀ ਉਧਰ ਹੋ ਜਾਂਦੀ ਹੈ। ਸਾਡਾ ਪੋਲੀਟੀਸ਼ੀਅਨ ਦਾ ਕੋਈ ਬਾਹਲਾ ਐਡਾ ਉਹ ਨਹੀਂ ਹੈ। ਹਾਂ, ਪੰਜਾਬ ਦੇ ਵਿੱਚ ਵੀ ਇਹ ਚੱਲਦਾ ਰਹੂਗਾ, ਮਾੜਾ ਮੋਟਾ ਰੌਲਾ ਰੱਪਾ ਜਿਵੇਂ ਬੰਗਾਲ ਤੇ ਇੱਥੇ ਚੱਲਦਾ, ਉਹ ਮੇਰੇ ਖਿਆਲ ਆਲ ਇੰਡੀਆ ਲੈਵਲ ਤੇ ਨਿਪਟਾ ਲਿਆ ਜਾਏਗਾ। ਐਡੇ ਕੱਦ ਦੇ ਆਗੂ ਨਾ ਆਪ ਦੀ ਇਹ ਔਕਾਤ ਹੈ, ਨਾ ਹੇਠ ਪ੍ਰਤਾਪ ਬਾਜਵਾ ਉਹਨਾਂ ਦੀ ਹੈ ਕਿ ਉੱਪਰਲੇ ਹੁਕਮ ਨੂੰ ਟਾਲ ਸਕਣ। ਮਾੜੇ ਮੋਟੇ ਇੱਕ ਦੋ ਇੱਧਰ ਉੱਧਰ ਜਾ ਸਕਦੇ ਨੇ, ਟਿਕਟਾਂ ਦੇ ਵਾਧੇ ਚ ਵੀ ਵਗ ਜਾਂਦੇ ਨੇ ਜੇ ਜਾਣਾ ਹੋਏਗਾ ਤਾਂ। ਉਹ ਜੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇੰਨੀਆਂ ਵੰਡ ਲਈਆਂ ਤਾਂ ਪੁਰਾਣੀ ਤਨਖਾਹ ਤੇ ਕੰਮ ਕਰਨਗੇ ਮੈਜੋਰਟੀ ਬੰਦੇ ਤੁਹਾਡੇ ਸਾਹਮਣੇ। ਤੇ ਜੇ ਉਹਨਾਂ ਨੇ ਲਿਬਰਲ ਲੈ ਲਿਆ ਕਿ ਚਲੋ ਆਪਾਂ ਅਲੱਗ-ਅਲੱਗ ਵੀ ਲੜ ਲੈਂਦੇ ਆ ਤਾਂ ਕੀ ਹੈ, ਤਾਂ ਫਿਰ ਉਧਰ ਨੂੰ ਚੱਲ ਪਏਗੀ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਅਜੇ ਕਾਫੀ ਚੀਜ਼ਾਂ ਨੇ। ਅਜੇ 5 ਰਾਜਾਂ ਦੀ ਇਲੈਕਸ਼ਨ ਪਹਿਲਾਂ ਹੋਣ ਜਾ ਰਹੀ ਹੈ, ਨੈਸ਼ਨਲ ਇਲੈਕਸ਼ਨ ਉਹਨਾਂ ਦੇ ਨਾਲ ਨਹੀਂ ਹੋ ਰਹੀ। ਜਿਹੜਾ ਇੱਕ ਹਾਦਸਾ ਸੀ ਸਾਰੇ ਵੀ ਆ 5 ਦਿਨ ਦਾ ਸੈਸ਼ਨ ਬੁਲਾ ਲਿਆ ਜੀ, ਕਿਤੇ ਆਹ ਨਾ ਹੋ ਜੇ ਆਹ ਨਾ ਹੋ ਜੇ, ਉਹ 5 ਰਾਜਾਂ ਦੇ ਵਿੱਚ ਕੀ ਸਥਿਤੀ ਰਹਿੰਦੀ ਹੈ। ਉਹਨਾਂ ਚੋਂ ਮੇਜਰ ਰਾਜਾਂ ਦੇ ਵਿੱਚ ਕਾਂਗਰਸ ਤੇ ਬੀਜੇਪੀ ਦਾ ਡਾਇਰੈਕਟ ਕੰਟਰਾਡਿਕਸ਼ਨ ਹੈ ਉਸ ਪੱਧਰ ਦੇ ਉੱਤੇ, ਔਰ ਤੇਲੰਗਾਨਾ ਚ ਅਲੱਗ ਹੈ ਪੋਜੀਸ਼ਨ। ਬੀਜੇਪੀ ਕਿਸੇ ਨਾ ਕਿਸੇ ਰੂਪ ਚ ਅੱਜ ਕੱਲ ਉਹਦੇ ਨਾਲ ਕਰ ਰਹੀ ਹੈ। ਤਾਂ ਮੈਨੂੰ ਲੱਗਦਾ ਇਹਨਾਂ ਰਾਜਾਂ ਚੋਂ ਜੇ ਕਾਂਗਰਸ ਕਾਫੀ ਹੱਦ ਤੱਕ ਲੈ ਜਾਂਦੀ ਹੈ ਤਾਂ ਇੱਕ ਦਬਦਬਾ ਹੋਰ ਬਣੂਗਾ, ਤਾਂ ਇੰਡੀਆ ਅਲਾਇੰਸ ਹੋਰ ਕਾਮਯਾਬ ਹੋ ਜਾਏਗਾ ਬਹੁਤ ਵੱਡੇ ਪੱਧਰ ਦੇ ਉੱਤੇ। ਜੇ ਬੀਜੇਪੀ ਲੈ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਚ ਉਹਦੇ ਮਾਮਲੇ ਦੇ ਵਿੱਚ, ਤਾਂ ਇੰਡੀਆ ਅਲਾਇੰਸ ਚ ਸੰਕਟ ਖੜਾ ਵੀ ਹੋ ਸਕਦਾ ਕਿਸੇ ਨਾ ਕਿਸੇ ਰੂਪ ਚ। ਜੀ, ਅੱਜ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਉਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਬਠਿੰਡਾ ਦੀ ਅਦਾਲਤ ਵਿੱਚ ਜਿਹੜੀ ਲਾਈ ਸੀ ਉਹਨੂੰ ਹੁਣ ਵਾਪਸ ਲੈ ਲਿਆ, ਕਿਉਂਕਿ ਉਹਨਾਂ ਨੇ ਪਹਿਲਾਂ ਲਾਈ ਸੀ ਜਦੋਂ FIR ਹੋਣ ਤੋਂ ਪਹਿਲਾਂ ਲਾਈ ਹੋਈ ਸੀਗੀ। ਉਹਨਾਂ ਨੇ ਇਹਨੂੰ ਵਾਪਸ ਲੈ ਲਿਆ। ਉਧਰ ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿੱਤਾ ਹੈ, ਔਰ ਦੇਸ਼ ਦੇ ਹਵਾਈ ਅੱਡਿਆਂ ਨੂੰ ਵੀ ਸੂਚਿਤ ਕਰਤਾ ਹੈ ਕਿ ਉਹ ਦੇਸ਼ ਤੋਂ ਬਾਹਰ ਨਾ ਜਾ ਸਕਣ। ਹੁਣ ਇਸ ਤੋਂ ਅੱਗੇ ਮਨਪ੍ਰੀਤ ਸਿੰਘ ਬਾਦਲ ਸ਼ਾਇਦ ਡਾਇਰੈਕਟ ਹਾਈਕੋਰਟ ਦਾ ਰੁਖ ਕਰਨਗੇ ਅਗਾਊਂ ਜ਼ਮਾਨਤ ਲਈ। ਸੋ ਹੁਣ ਤੱਕ ਲਈ ਇੰਨਾ ਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।